ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:13 ਹੋਏ ਨੇ। 1 ਫਰਵਰੀ ਦਾ ਦਿਨ ਹੈ, ਵਰਾ 2021 ਦਾ ਸੋਮਵਾਰ ਹੈ ਤੇ 20 ਮਾਘ ਨਾਨਕ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ। ਪਹਿਲੇ ਹਿੱਸੇ ਦੇ ਵਿੱਚ ਸਰਦਾਰ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲ ਕਰਨਗੇ, ਦੇਸ਼ ਪੰਜਾਬ ਦੇ ਝਰੋਖੇ ਚੋਂ ਸੈਗਮੈਂਟ ਦੇ, ਤੇ 9:30 ਵਜੇ ਹੁਣ ਘੰਟੇ ਦੇ ਮੱਧ 'ਚ 20 ਖਬਰਾਂ ਹੋਇਆ ਕਰਨੀਆਂ 2.5 ਮਿੰਟ ਦੀਆਂ। 9:30 ਵਜੇ ਵਾਲੀਆਂ ਖਬਰਾਂ ਤੋਂ ਬਾਅਦ ਉਸੇ ਸਮੇਂ ਹੀ ਉਸ ਤੋਂ ਬਾਅਦ ਉੱਘੇ ਵਕੀਲ, ਮਨੁੱਖੀ ਹੱਕਾਂ ਦੇ ਵਕੀਲ ਸਰਦਾਰ ਸਰਬਜੀਤ ਸਿੰਘ ਵੇਰਕਾ ਪੰਜਾਬ ਤੋਂ ਸ਼ਾਮਲ ਹੋਣਗੇ। 10:10 ਤੇ ਤੁਹਾਨੂੰ ਸਮਾਂ ਦੇਵਾਂਗਾ, ਤੁਸੀਂ ਸ਼ਾਮਲ ਹੋਣਾ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਕਰਨ ਲਈ, ਤੇ 10:20 ਤੋਂ ਅਗਲੀ ਸੈਗਮੈਂਟ ਹੋਵੇਗੀ ਸ਼ੁਰੂ। ਤੁਹਾਡਾ ਕੰਮ ਤੇ ਸ਼ੌਕ ਜੇ ਦੋਨੇ ਇਕੱਠੇ ਹੋ ਜਾਣ ਫਿਰ ਕੀ ਹੁੰਦਾ। ਸ਼ੇਰੇ ਪੰਜਾਬ radio.ca ਤੇ ਲਿਸਨ ਲਾਈਵ ਸਿੱਧਾ ਚੱਲ ਰਿਹਾ ਤੇ 604 204 0600 ਨੰਬਰ ਹੈ। 6042040600 600 AM ਸ਼ੇਰੇ ਪੰਜਾਬ ਰੇਡੀਓ ਫੇਸਬੁੱਕ ਦਾ ਪੇਜ ਹੈ ਜਿੱਥੇ ਤੁਸੀਂ ਲਾਈਵ ਸਾਰੇ ਸੈਗਮੈਂਟਸ ਵੇਖਦੇ ਹੋ। 604 769 1224 604729 1224 ਮੇਰਾ ਨੰਬਰ ਆ WhatsApp ਤੇ ਟੈਕਸਟ ਲਈ, ਤੇ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਤੇ ਪੇਜ ਤੁਸੀਂ ਨਾਲ ਰਹਿੰਦੇ ਹੋ। ਅੜੀਏ ਜੇ ਨਾ ਉੱਡਦੀਆਂ ਮਹਿਕਾਂ ਦੀ ਕੰਨੀ ਫੜ ਲਵਾਂ, ਅੜੀਏ ਜੇ ਵਿਹੜੇ ਬੀਜਦਾ ਮੈਂ ਇੱਕ ਬੂਟਾ ਚੰਨ ਦਾ, ਅੜੀਏ ਜੇ ਤਲੀਏ ਤੇਰੀਏ ਮਲਦਾ ਰਹਾ ਗੁਲਚਾਂਦਨੀ, ਅੜੀਏ ਜੇ ਤੇਰੇ ਗੁੱਟ ਤੇ ਬੱਦਲੀ ਦਾ ਟੋਟਾ ਬੰਨਦਾ, ਇਹ ਕੌੜੀਆਂ ਰੁੱਤਾਂ ਨੂੰ ਜੇ ਮਖਿਆਲ ਵਿੱਚ ਮੈਂ ਡੋਬਦਾ, ਤਾਂ ਜੇ ਇਹਨਾਂ ਦੀ ਜੀਭ ਤੇ ਕੋਈ ਪਤਾਸਾ ਧਰਦਿਆਂ, ਅੜੀਏ ਜੇ ਸੁੰਨੇ ਰਸਤਿਆਂ ਨੂੰ ਸਾਕ ਦੇਦਾ ਪੈੜ ਦਾ, ਅੜੀਏ ਜੇ ਠੱਠੇ ਕੌਲਿਆਂ ਨੂੰ ਦੀਵਿਆਂ ਦਾ ਵਰਦਿਆਂ, ਤੇਰੇ ਸਰੀਲੇ ਬੁੱਤ ਨੂੰ ਫੁੱਲਾਂ ਦੇ ਘਰ ਵਿੱਚ ਖੇਡਦਾ, ਅੜੀਏ ਸਰੈਰੀ ਵੀੜ ਦਾ ਰੁਮਕਾ ਕੋਈ ਸਿਲਵਾ ਦਿਆਂ, ਅੜੀਏ ਤੇਰੀ ਕੁੜਤੀ ਦੇ ਮੋਰਾਂ ਤੋਂ ਲੈ ਕੇ ਆ ਗਿਆ ਜੇ ਅੱਜ ਤੇਰੇ ਸ਼ੌਕ ਦੀਆਂ ਬੁਲਬੁਲਾਂ ਨਾ ਪਰਚਾ ਦਿਆਂ। ਹਰਮਨਜੀਤ ਲਿਖਦਾ ਹੈ। ਰਾਜ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਧੰਨਵਾਦ ਜੀ। ਸਭ ਤੋਂ ਪਹਿਲਾਂ ਦਿਓ ਖਬਰਾਂ ਟਿੱਕਰੀ ਦੀਆਂ, ਕੁੰਡਲੀ ਦੀਆਂ ਤੇ ਗਾਜੀਪੁਰ ਬਾਰਡਰ ਦੀਆਂ ਕਿ ਕੀ ਹੋ ਰਿਹਾ। ਪਹਿਲਾਂ ਬਾਹਰਲਾ ਗੇੜਾ ਤੁਸੀਂ ਦਿਓ, ਫਿਰ ਅਗਲੇ ਸਵਾਲ ਪੁੱਛਦਾ ਜੀ। ਗਿੱਲ ਸਾਹਿਬ ਦੇਖੋ, ਮਾਹੌਲ ਆ ਜਿਹੜਾ ਬੜਾ ਵਧੀਆ ਹੈ। ਗਾਜੀਪੁਰ ਬਾਰਡਰ ਦੇ ਉੱਤੇ ਆਪਾਂ ਦੇਖਿਆ ਕਿ ਰਕੇਸ਼ ਟਕੈਤ ਦੇ ਹੰਝੂਆਂ ਨੇ ਦੁਬਾਰੇ ਫੇਰ ਉੱਥੇ ਮਾਹੌਲ ਬੰਨਤਾ। ਉੱਥੇ ਜਿਵੇਂ ਪਹਿਲਾਂ ਸਿੰਘੂ ਬਾਰਡਰ ਜਿਹੜਾ ਉਹ ਸਭ ਤੋਂ ਵੱਧ ਕੇਂਦਰਿਤ ਬਣਿਆ ਹੋਇਆ ਸੀ ਐਜੀਟੇਸ਼ਨ ਦਾ, ਹੁਣ ਜਿਹੜਾ ਉਹ ਗਾਜੀਪੁਰ ਬਾਰਡਰ ਵੀ ਕੋਈ ਘੱਟ ਨਹੀਂ ਹੈ। ਗਾਜੀਪੁਰ ਬਾਰਡਰ ਦੇ ਉੱਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਜਾ ਰਹੇ ਨੇ। ਜਿਵੇਂ ਸਿੰਘੂ ਦੇ ਉੱਤੇ, ਟਿੱਕਰੀ ਦੇ ਉੱਤੇ ਵਿਰੋਧੀ ਪਾਰਟੀਆਂ ਜਾਂ ਕਿਸੇ ਵੀ ਰਾਜਨੀਤਿਕ ਆਗੂ ਨੂੰ ਸਟੇਜ ਤੇ ਅਲਾਓ ਨਹੀਂ ਕੀਤਾ ਜਾ ਰਿਹਾ, ਤਾਂ ਉੱਥੇ ਮਨੀਸ਼ ਸਿਸੋਦੀਆ ਵੀ ਸਨਮਾਨਿਤ ਕਰਕੇ ਆਏ ਨੇ। ਇਸ ਤੋਂ ਇਲਾਵਾ ਸੁਖਬੀਰ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਵੀ ਸਨਮਾਨਿਤ ਕਰਕੇ ਆਏ ਨੇ। ਪ੍ਰਤਾਪ ਬਾਜਵਾ, ਬਹੁਤ ਸਾਰੇ ਜਿਹੜੇ ਰਾਜਨੀਤਿਕ ਆਗੂ ਨੇ ਉਹ ਵੀ ਪਹੁੰਚ ਰਹੇ ਨੇ। ਗਾਜੀਪੁਰ ਬਾਰਡਰ ਆ ਜਿਹੜਾ ਉਹ ਧੁਰਾ ਬਣਿਆ ਹੋਇਆ। ਉਧਰੋਂ ਸਿੰਘੂ ਦੇ ਉੱਤੇ ਵੀ ਇਕੱਠ ਵੱਧ ਰਿਹਾ, ਟਿੱਕਰੀ ਤੇ ਵੀ ਇਕੱਠ ਵੱਧ ਰਿਹਾ। ਪੰਜਾਬ ਚੋਂ ਲਾਰੇ ਜਾ ਰਹੇ ਨੇ, ਪਿੰਡਾਂ ਚੋਂ ਲੋਕਾਂ ਨੇ ਅਨਾਉਂਸਮੈਂਟਾਂ ਕਰਤੀਆਂ, ਡਿਊਟੀਆਂ ਲੱਗ ਗਈਆਂ। ਜਿਵੇਂ ਪਹਿਰੇ ਲੱਗਦੇ ਹੁੰਦੇ ਸੀ ਗਿੱਲ ਸਾਹਿਬ ਪਿੰਡਾਂ ਦੇ ਵਿੱਚ, ਉਵੇਂ ਪਹਿਰੇ ਲੱਗਣ ਲੱਗ ਗਏ ਬਾਰੀਆਂ ਦੇ ਨਾਲ ਕਿ ਭਾਈ ਆਹ ਤੁਹਾਡਾ ਦੇਣਾ, ਤੁਹਾਡਾ ਦੇਣਾ, ਤੁਸੀਂ ਜਾਣਾ। ਪਾਣੀ ਵੀ ਪਹੁੰਚ ਰਿਹਾ, ਲੇਕਿਨ ਸਰਕਾਰ ਨੇ ਸਖਤੀ ਬਹੁਤ ਕਰ ਦਿੱਤੀ ਹੈ। ਤਿੰਨਾਂ ਹੀ ਬਾਰਡਰਾਂ ਦੇ ਉੱਤੇ ਫੜੋ ਫੜੀ ਦਾ ਮਾਹੌਲ ਚੱਲ ਰਿਹਾ ਹੈਗਾ। ਜਿਹੜਾ ਵੀ ਕੋਈ ਬੰਦਾ ਕੱਠ ਦੇ ਵਿੱਚੋਂ ਥੋੜਾ ਪਾਸੇ ਹੁੰਦਾ ਹੈ, ਚਾਹੇ ਉਹ 200 ਮੀਟਰ ਪਾਸੇ ਹੋਵੇ, ਤਾਂ ਨਾਲ ਦੀ ਨਾਲ ਉਹਨੂੰ ਫੜ ਕੇ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਹੈਗਾ। ਜਿਹੜਾ ਵੀ ਕੋਈ ਵਿਅਕਤੀ ਅਲੱਗ ਹੁੰਦਾ ਉਹਨੂੰ ਨਾਲ ਦੀ ਨਾਲ ਫੜਿਆ ਜਾਂਦਾ ਹੈਗਾ। ਸੋ ਕੱਠ ਕਿਲਾ ਬਣਿਆ ਹੋਇਆ। ਕਿਲੇ ਦੇ ਵਿੱਚੋਂ ਜਿਵੇਂ ਅਨੰਦਪੁਰ ਸਾਹਿਬ ਦਾ ਕਿਲਾ ਸੀ, ਕਿਲੇ ਦੇ ਵਿੱਚੋਂ ਜਿਹੜਾ ਵੀ ਵਿਅਕਤੀ ਜਿਹੜਾ ਬਾਹਰ ਜਾਂਦਾ ਉਹਨੂੰ ਨਾਲ ਦੀ ਨਾਲ ਅਰੈਸਟ ਕਰ ਲਿਆ ਜਾਂਦਾ। ਜਿਵੇਂ ਆਪਾਂ ਅੱਗੇ ਚੱਲ ਕੇ ਪੱਤਰਕਾਰ ਦੀ ਵੀ ਗੱਲ ਕਰਨੀ, ਉਹਨੂੰ ਵੀ ਅਰੈਸਟ ਕੀਤਾ ਗਿਆ। ਹੋਰ ਬਹੁਤ ਸਾਰੇ ਲੋਕਾਂ ਨੂੰ ਧੜਾ-ਧੜ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ। ਰੇਲ ਗੱਡੀ ਪੰਜਾਬ ਮੇਲ ਫਿਰੋਜ਼ਪੁਰੋਂ ਤੁਰੀ ਔਰ ਦਿੱਲੀ ਰੋਕਿਓ ਹੀ ਨਹੀਂ, ਬੰਬੇ ਨੂੰ ਸਿੱਧੀ ਖਿੱਚਤੀ ਔਰ ਦਿੱਲੀ ਤੋਂ ਅਗਲੇ ਰੂਟ ਦੇ ਉੱਤੇ ਸਟੇਸ਼ਨ ਦੇ ਉੱਤੇ ਜਾ ਕੇ ਜਿਹੜਾ ਉਹ ਕਿਸਾਨ ਉਤਰੇ। ਬਹੁਤ ਸਾਰੀਆਂ ਰੇਲ ਗੱਡੀਆਂ ਦੇ ਰੂਟ ਬਦਲ ਦਿੱਤੇ ਨੇ। ਔਰ ਅੱਜ ਇੱਕ ਜਿਹੜਾ ਕੁੰਡਲੀ ਬਾਰਡਰ ਦੇ ਉੱਤੇ ਟ੍ਰੇਨ ਜਾਂਦੀ ਹੈ, ਤੋਂ 5 ਕਿਲੋਮੀਟਰ ਦੂਰ ਨਰੇਲਾ ਪੈਂਦਾ, ਦਿੱਲੀ ਦਾ ਸਟੇਸ਼ਨ ਹੈ, ਵਿਧਾਨ ਸਭਾ ਹਲਕਾ ਵੀ ਆ ਉੱਥੇ। ਗਿੱਲ ਸਾਹਿਬ ਜਦੋਂ ਗੱਡੀ ਰੁਕੀ ਤਾਂ ਜਿਹੜੇ ਲੋਕ ਉਤਰੇ ਉਹਨਾਂ ਨੂੰ ਨਾਲ ਦੀ ਨਾਲ ਜਿਹੜਾ ਉਹ ਘੇਰ ਲਿਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਨਾਅਰੇਬਾਜ਼ੀ ਕੀਤੀ, ਮਾਹੌਲ ਤਣਾਅਪੂਰਨ ਬਣਿਆ ਰਿਹਾ। ਤਾਂ ਹਰ ਕਿਤੇ ਮਤਲਬ ਮਾਹੌਲ ਆ ਜਿਹੜਾ ਕਾਫੀ ਸਨਸਨੀਖੇਜ ਬਣਿਆ ਹੋਇਆ, ਸਰਕਾਰ ਵੱਲ ਬਣਾ ਰਹੀ ਹੈ। ਔਰ ਸੜਕਾਂ ਪੱਟ ਕੇ ਉਹਦੇ ਵਿੱਚ ਕਿੱਲ ਕੱਢ ਰਹੀ ਆ। ਇਹ ਮਤਲਬ ਹਿੰਸਾ ਇਦੋਂ ਵੱਡੀ ਹਿੰਸਾ ਕੀ ਹੋਊਗੀ ਵੀ ਸੜਕਾਂ ਆਪ ਹੀ ਪੱਟ ਕੇ ਉਹਦੇ ਚ ਕਿੱਲ ਕੱਢ ਰਹੀ ਆ ਵੀ ਇੱਥੋਂ ਦੀ ਕੋਈ ਲੰਘੇ
ਤਾਂ ਉਹਦੇ ਕਿੱਲ ਵੱਜਣ। ਸੋ ਇਹ ਹਾਲਤ ਬਣੀ ਹੋਈ ਆ ਜੀ। ਅੱਛਾ, ਜਿਹੜਾ ਹੁਣ 26 ਤੋਂ ਬਾਅਦ ਇੱਕ ਇਸ਼ੂ ਚੱਲ ਰਿਹਾ ਦੀਪ ਸਿੱਧੂ ਦਾ, ਲੱਖੇ ਦਾ, ਉਹਨਾਂ ਤੇ ਧਾਰਾਵਾਂ ਲੱਗ ਗਈਆਂ, ਗ੍ਰਿਫਤਾਰੀ ਹੋ ਰਹੀ ਹੈ, ਹੋ ਸਕਦੀ ਹੈ, ਲੱਖਾ ਵੀ ਲਾਈਵ ਹੁੰਦਾ, ਦੀਪ ਸਿੱਧੂ ਵੀ ਲਾਈਵ ਹੁੰਦਾ। ਉਸ ਤੋਂ ਬਾਅਦ ਬਹੁਤ ਚੀਜ਼ਾਂ ਇਹੋ ਜਿਹੀਆਂ ਨੇ, ਜਿਵੇਂ ਡੱਲੇਵਾਲ ਨੇ ਹਾਲਾਤ, ਹੁਣ ਲੱਖੇ ਨੇ ਕਿਹਾ ਵੀ ਡੱਲੇਵਾਲ ਨੇ ਮੈਨੂੰ ਕਿਹਾ ਵੀ ਜਾ ਕੇ ਸਟੇਜ ਤੇ ਗੱਲ ਕਰ, ਜਿੱਦਣ ਉਹਨਾਂ ਦੇ ਹੱਥੋਂ 25 ਰਾਤ ਨੂੰ ਸਟੇਜ ਨਿਕਲੀ, ਤੇ ਡੱਲੇਵਾਲ ਉਹ ਗੱਲ ਨਹੀਂ ਕਲੀਅਰ ਕਰ ਰਿਹਾ। ਬਹੁਤ ਚੀਜ਼ਾਂ ਨੇ ਨਵਕਿਰਨ ਜਿਹੜੀਆਂ ਇਸ ਇਕੱਠ 'ਚ ਲੰਘ ਗਈਆਂ। ਤੇ ਸਿੰਘੂ ਤੋਂ ਗਾਜੀਪੁਰ ਵਾਲੇ ਪਾਸੇ ਗਰਮੈਸ਼ ਚਲੇ ਗਈ, ਉੱਥੇ ਟਕੈਤ ਨੇ ਰਾਜਨੀਤਿਕ ਬੰਦੇ ਸੱਦਣੇ ਸ਼ੁਰੂ ਕਰ ਦਿੱਤੇ। ਕੋਈ ਵੀ ਪਾਰਟੀ ਦਾ ਜਾਵੇ, ਜੇ ਜਾ ਰਿਹਾ ਤਾਂ ਹਾਂ ਸਟੇਜ ਤੇ ਨਹੀਂ, ਉਹ ਉਹਨਾਂ ਨੂੰ ਮਿਲਦਾ, ਉਹਨਾਂ ਨੂੰ ਕੋਈ ਮਾਈਕ ਨਹੀਂ ਦਿੰਦਾ, ਇਹ ਗੱਲ ਸਹੀ ਹੈ। ਪਰ ਸਿੰਘੂ ਵਾਲੇ ਪਾਸੇ ਹੁਣ ਅੰਦਰੋਂ ਤਾਂ ਇਹਨਾਂ ਦਾ ਪਤਾ, ਜਦ 35-30 ਅੰਦਰ ਵੜਦੇ ਆ ਤੇ ਅੰਦਰੋਂ ਤਾਂ ਖੋ ਖਿੱਚ ਕਰਦੇ ਆ ਇੱਕ ਦੂਜੇ ਦੀ, ਕਿਉਂਕਿ ਰਾਜਨੀਤੀ ਆ ਜਿਹੜੀ, ਈਗੋ ਤਾਂ ਹੈ ਹੀ ਹੈ, ਬਾਹਰ ਆ ਕੇ ਹੱਸ ਕੇ ਫੇਰ ਖੜ ਜਾਂਦੇ ਆ। ਇਹ ਤਾਂ ਪਤਾ ਵੀ ਅੰਦਰ ਲੜਦੇ ਤਾਂ ਹੈਗੇ ਹੀ ਆ। ਹੁਣ ਇਹ ਦੱਸਿਓ ਵੀ ਇਹਦੇ ਵਿੱਚ ਹੀ ਤੁਤਾਰੀਏ ਦੇ 12-13 ਮੁੰਡੇ, ਮੋਗੇ ਦੇ ਜਿਹੜੇ ਨੇ ਛੋਟਾ ਫਤਿਹਪੁਰ ਜਿਹਨੂੰ ਕਹਿੰਦੇ ਨੇ, ਉਹ ਇੱਕੋ ਪਿੰਡ ਦੇ 12-13 ਮੁੰਡੇ ਅੰਦਰ ਨੇ। ਕਾਜ਼ਮਪੁਰ ਵਾਲਾ ਮੁੰਡਾ ਜਿਹੜਾ, ਉਸ ਤੇ ਜਿਹੜਾ ਜ਼ੁਲਮ ਹੋਇਆ ਉਹ ਸਾਹਮਣੇ ਆ। ਪੰਧੇਰ ਪਿੰਡ ਵਾਲੇ ਮੁੰਡੇ ਦੀ ਜਿਹੜੀ ਫੋਟੋ ਹੈ, ਉਹ ਸਿਰ ਤੇ ਡਾਂਗ ਵੱਜੀ ਹੋਈ, ਕੱਲਾ ਯੋਧਾ ਸਾਹਮਣੇ ਖੜਾ, ਕਹਿੰਦਾ ਦਸਤਾਰ ਲੈ ਕੇ ਜਾਣੀ ਆ, ਤੁਸੀਂ ਦਸਤਾਰ ਤੋਂ ਬਿਨਾਂ ਨਹੀਂ ਮੇਰੀ ਦਸਤਾਰ ਦਿਓ। ਤੇ ਉਸੇ ਸਮੇਂ ਇਹ ਜਿਹੜਾ ਕਾਮਰੇਡ ਰਜਿੰਦਰ ਦਾ ਭਾਸ਼ਣ ਆ ਸਰਦਾਰਾਂ ਤੇ ਗਦਾਰਾਂ ਵਾਲਾ, ਉਹ ਬਹੁਤ ਲੋਕਾਂ ਨੂੰ ਤੰਗ ਕਰ ਰਿਹਾ। ਕਿ ਕੱਲ ਉਹਦੇ ਪਿੰਡ ਦੇ ਬੰਦੇ ਨੇ ਕਿਹਨੇ ਕਿਹਾ, ਕਹਿੰਦਾ ਇਹ ਪਿੰਡ ਸਰਪੰਚੀ 'ਚ ਖੜਾ ਸੀ, 150 ਵੋਟ ਇਹਨੂੰ ਪਈ ਆ ਦੀਪ ਸਿੰਘ ਵਾਲੇ 'ਚ, ਜਿਹੜਾ ਇਹ ਰਾਜਨੀਤਿਕ ਲੀਡਰ ਬਣਿਆ ਫਿਰਦਾ। ਇਹ ਬਹੁਤ ਕੁਝ ਨਾਲ ਚੱਲ ਰਿਹਾ ਨਵਕਿਰਨ, ਇਹਨੂੰ ਵੀ ਸਮ ਅਪ ਕਰਿਓ, ਕਿਉਂਕਿ ਸੁਣਨਾ ਚਾਹੁੰਦੇ ਆ ਸਾਰੇ ਵੀ ਇਹਨੂੰ ਵੀ ਨਾਲ ਹੀ ਲੈ ਕੇ ਤੁਰਨਾ ਆਪਾਂ ਜੀ। ਗਿੱਲ ਸਾਹਿਬ ਦੇਖੋ, ਜਿਹੜਾ ਮਾਹੌਲ ਬਣਿਆ ਹੋਇਆ, ਜੋ ਲੱਖੇ ਨੇ ਕਿਹਾ, ਮੈਂ 25 ਜਨਵਰੀ ਨੂੰ ਉੱਥੇ ਹੀ ਸੀਗਾ, ਔਰ ਲੱਖੇ ਨੇ ਵਾਕਈ ਉਸ ਦਿਨ ਵੀ ਕਿਹਾ, ਔਰ ਮੈਨੂੰ ਵੀ ਪਤਾ ਲੱਗਿਆ ਸੀ ਇਹ ਕਿਸੇ ਕਿਸਾਨ ਆਗੂ ਨੇ ਲੱਖੇ ਨੂੰ ਫੋਨ ਕੀਤਾ, ਔਰ ਲੱਖਾ ਸਟੇਜ ਦੇ ਉੱਤੇ ਗਿਆ ਉਸ ਦਿਨ 25 ਜਨਵਰੀ ਨੂੰ। ਸਭ ਤੋਂ ਪਹਿਲਾਂ ਲੱਖਾ ਗਿਆ, ਉੱਥੇ ਲੋਕ ਨੌਜਵਾਨ ਇਕੱਠੇ ਹੋਏ ਸੀ, ਨਾਅਰੇ ਮਾਰ ਰਹੇ ਸੀ। ਨੌਜਵਾਨਾਂ ਦਾ ਇੱਕੋ ਹੀ ਨਾਅਰਾ ਸੀ, ਰਿੰਗ ਰੋਡ ਚਲੋ, ਰਿੰਗ ਰੋਡ ਚਲੋ। ਲੱਖੇ ਨੇ ਆ ਕੇ ਨੌਜਵਾਨਾਂ ਨੂੰ ਟਕਾਇਆ, ਔਰ ਨੌਜਵਾਨਾਂ ਨੂੰ ਕਿਹਾ ਵੀ ਜਿੱਥੇ ਤੁਸੀਂ ਕਹੋਗੇ ਵਗ ਚੱਲਾਂਗੇ, ਕੋਈ ਗੱਲ ਨਹੀਂ, ਆਪਣੇ ਮੂਹਰੇ ਸਰਵਣ ਪੰਧੇਰ ਹੋਰੀ ਖੜੇ ਨੇ, ਜਿੱਧਰ ਉਹ ਜਾਣਗੇ ਉਧਰ ਆਪਾਂ ਵਗ ਚੱਲਾਂਗੇ। ਔਰ ਉਸ ਤੋਂ ਬਾਅਦ ਉੱਥੋਂ ਚਲਿਆ ਗਿਆ ਵੀ ਸੌਂ ਜਾਓ, ਕੋਈ ਗੱਲ ਨਹੀਂ, ਹੁਣ ਟਿਕ ਜਾਓ, ਤੇ ਰਾਤ ਦਾ ਸਮਾਂ ਗਾ। ਤਾਂ ਉਹ ਸਟੇਜ ਤੋਂ ਮਾਈਕ ਬੰਦ ਕਰਦਾ ਔਰ ਉਸ ਤੋਂ ਬਾਅਦ ਚਲਿਆ ਜਾਂਦਾ। ਉਸ ਤੋਂ ਬਾਅਦ ਜਿਹੜਾ ਇਹ ਤਰੀਕਾ ਅਪਣਾਇਆ ਗਿਆ, ਦੇਖੋ ਜੋ 26 ਨੂੰ ਹੋਇਆ, ਉਹਦੇ ਵਿੱਚ ਕਿਤੇ ਨਾ ਕਿਤੇ ਤਾਂ ਇਹ ਕਿਸਾਨ ਆਗੂਆਂ ਦੀ ਵੀ ਇਹ ਪਕੜ ਆ ਜਿਹੜੀ ਉਹ ਕਮਜ਼ੋਰ ਪਈ ਆ, ਤਾਂਹੀਓ ਲੋਕ ਆ ਜਿਹੜੇ ਉਹ ਬਾਗੀ ਹੋ ਕੇ ਗਏ ਆ। ਦੂਸਰੀ ਗੱਲ ਇਹ ਕਿ ਨੌਜਵਾਨ ਜਿਹੜੇ ਗਏ ਨੇ, ਉਹਨਾਂ ਨੂੰ ਕਿਹੜਾ ਪਤਾ ਸੀ ਵੀ ਗਾਹਾਂ ਜਾ ਕੇ ਸੜਕ ਲਾਲ ਕਿਲੇ ਨਾਲ ਮਿਲਦੀ ਆ, ਉਹਨਾਂ ਨੂੰ ਤਾਂ ਕੁਛ ਨਹੀਂ ਸੀ ਪਤਾ। ਔਰ ਨੌਜਵਾਨ ਨੇ ਜਿਹੜੇ ਉਹ ਬਾਗੀ ਹੋ ਕੇ ਗਏ ਸੀ, ਉਹ ਉਸੇ ਤਰੀਕੇ ਨਾਲ ਬਾਗੀ ਹੋ ਕੇ ਗਏ ਸੀ ਜਿਸ ਤਰੀਕੇ ਨਾਲ 26 ਨਵੰਬਰ ਨੂੰ ਬਾਗੀ ਹੋ ਕੇ ਪੰਜਾਬ ਵਾਲੇ ਬਾਰਡਰਾਂ ਤੋਂ ਅੰਦਰ ਵੜੇ ਸੀ। ਬਿਲਕੁਲ ਠੀਕ। ਉਸ ਤੋਂ ਬਾਅਦ ਨੌਜਵਾਨ ਆ ਜਿਹੜੇ ਉਹ ਜਾਂਦੇ ਨੇ, ਉਸ ਤੋਂ ਬਾਅਦ ਜੋ ਘਟਨਾਕ੍ਰਮ ਹੁੰਦਾ, ਮੈਨੂੰ ਤਾਂ ਇਹ ਵੀ ਲੱਗਦਾ ਗਾ ਕਿ ਜੇ ਨੌਜਵਾਨਾਂ ਨੂੰ ਉਸ ਰਾਤ ਕਿਸਾਨ ਆਗੂ ਸਟੇਜ ਦੇ ਉੱਤੇ ਆਉਂਦੇ, ਆ ਕੇ ਆਪਦੀ ਗੱਲ ਮਨਾਉਂਦੇ ਨੌਜਵਾਨਾਂ ਤੋਂ, ਜਾਂ ਨੌਜਵਾਨਾਂ ਦੀ ਮੰਨਦੇ, ਤਾਂ ਘੱਟੋ ਘੱਟ ਉਹਦੇ ਨਾਲ ਜਿਹੜੀ ਸਥਿਤੀ ਸੀ, ਉਹ ਸਥਿਤੀ ਕਿਸਾਨ ਆਗੂਆਂ ਦੀ ਪਕੜ ਦੇ ਵਿੱਚ ਰਹਿੰਦੀ। ਪਰ ਜੋ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ, ਜਿਸ ਤਰੀਕੇ ਦੇ ਨਾਲ ਜਿਹੜਾ ਸਟੇਜ ਤੋਂ ਗਦਾਰੀਆਂ ਸ਼ਬਦ ਆ ਜਿਹੜਾ ਉਹ ਵਰਤਿਆ ਗਿਆ, ਆਪਣਿਆਂ ਲਈ ਵੀ ਵਰਤਿਆ ਗਿਆ, ਪੰਧੇਰ ਹੋਰਾਂ ਦੇ ਲਈ ਵੀ ਵਰਤਿਆ ਗਿਆ, ਉਹ ਮੰਦਭਾਗੀ ਗੱਲ ਆ, ਉਹ ਨਹੀਂ ਹੋਣਾ ਚਾਹੀਦਾ ਸੀ। ਕਿਉਂਕਿ ਜੋ ਸਰਵਣ ਪੰਧੇਰ ਹੋਰੀ ਨੇ, ਸਤਨਾਮ ਪੰਨੂ ਹੋਰੀ ਨੇ, ਜਾਂ ਲੱਖੇ ਹੋਰੀ ਨੇ, ਇਹ ਲਗਾਤਾਰ ਇਸ ਐਜੀਟੇਸ਼ਨ ਦੇ ਵਿੱਚ ਚੱਲ ਰਹੇ ਨੇ। ਔਰ ਐਜੀਟੇਸ਼ਨ ਦੇ ਵਿੱਚ ਜ਼ਰੂਰੀ ਨਹੀਂ ਹੈ ਸਾਰੇ ਲੋਕਾਂ ਦੀ ਸੋਚ ਇੱਕ ਹੋਵੇ, ਸਾਰੇ ਲੋਕਾਂ ਦੀ ਗੱਲ ਇੱਕ ਹੋਵੇ। ਤਾਂ ਅਜਿਹੇ ਦੇ ਵਿੱਚ ਇਸ ਤਰ੍ਹਾਂ ਦੀ ਸ਼ਬਦਾਵਲੀ ਹੈ ਜਿਹੜੀ ਵਰਤਣੀ, ਉਹ ਬਿਲਕੁਲ ਗਲਤ ਹੈ। ਅਗਲੀ ਗੱਲ ਗਿੱਲ ਸਾਹਿਬ ਇਹ ਹੈ ਕਿ ਰਜਿੰਦਰ ਦੇ ਵੱਲੋਂ ਜਿਹੜਾ ਸਟੂਡੈਂਟਸ ਫਾਰ ਸੁਸਾਇਟੀ, 2 ਵਿਦਿਆਰਥੀ ਜਥੇਬੰਦੀਆਂ ਨੂੰ ਜਿਹੜਾ ਉਹ ਟਾਰਗੇਟ ਕੀਤਾ ਗਿਆ, ਇੱਕ SFS ਨੂੰ, ਦੂਜਾ ਡੈਮੋਕ੍ਰੈਟਿਕ ਸਟੂਡੈਂਟ ਆਰਗੇਨਾਈਜੇਸ਼ਨ DSO, ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਜਥੇਬੰਦੀ ਆ, ਉਹਨਾਂ ਨੇ ਜਿੱਤ ਦਰਜ ਕੀਤੀ ਆ, ਇਤਿਹਾਸ ਸਿਰਜਿਆ। ਕਨੂਪ੍ਰਿਆ ਕੁੜੀ ਪਹਿਲੀ ਵਾਰ ਸਟੂਡੈਂਟ ਫਾਰ ਸੁਸਾਇਟੀ ਦੇ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰਧਾਨ ਬਣੀ ਆ। ਨਹੀਂ ਉੱਥੇ ਪ੍ਰਧਾਨਗੀਆਂ ਕਾਕਿਆਂ ਦੇ ਮੁੰਡਿਆਂ ਨੂੰ ਮਿਲਦੀਆਂ ਹੁੰਦੀਆਂ ਸੀ, ਪਹਿਲੀ ਵਾਰ ਕੋਈ ਕੁੜੀ ਆ ਜਿਹੜੀ ਉਹ ਵਿਚਾਰਧਾਰਕ ਤਰੀਕੇ ਦੇ ਨਾਲ ਪ੍ਰਧਾਨ ਬਣੀ ਆ। ਔਰ ਉਹਨਾਂ ਦੀ ਇੱਕ ਹੋਂਦ ਹੈ, ਇੱਕ ਉਹਨਾਂ ਦਾ ਬੈਕਗਰਾਊਂਡ ਆ ਜਥੇਬੰਦੀ ਦੀ, ਜਿਹਦੇ ਚ ਉੱਭਰੀ ਆ। ਉਹਨਾਂ ਨੂੰ ਰਜਿੰਦਰ ਨੇ ਮਤਲਬ ਜਿਹੜਾ ਹੈ ਉਹ ਟਾਰਗੇਟ ਕੀਤਾ। ਔਰ ਇੱਥੇ ਹੀ ਨਹੀਂ ਖੜੇ, ਮਤਲਬ ਕੱਲ ਜਾ ਕੇ ਉਹਨਾਂ ਨੂੰ ਕਿਹਾ ਵੀ ਚੱਕੋ ਆਪਦਾ ਟਿੰਡ ਫੌੜੀ ਔਰ ਤੁਸੀਂ ਇੱਥੋਂ ਤੁਰਦੇ ਬਣੋ। ਤਾਂ ਉਹਨਾਂ ਨੇ ਉਹ ਲਾਈਵ ਹੋ ਗਏ। ਉਸ ਤੋਂ ਬਾਅਦ ਉਹ ਸਥਿਤੀ ਵੀ ਤਣਾਅਪੂਰਨ ਬਣੀ ਹੋਈ ਆ।
ਦੂਸਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਥੇਬੰਦੀ ਆ ਡੈਮੋਕ੍ਰੈਟਿਕ ਸਟੂਡੈਂਟ ਵਰਗੀ, ਉਹਨੂੰ ਵੀ ਟਾਰਗੇਟ ਕੀਤਾ। ਸੋ ਮੈਂ ਇਹੀ ਕਹਿਣਾ ਕਿ ਰਜਿੰਦਰ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਔਰ ਇਹ ਦੇਖੋ ਮਤਭੇਦ ਹੁੰਦੇ ਨੇ ਆਪਸ ਦੇ ਵਿੱਚ, ਵਿਚਾਰਧਾਰਕ ਮਤਭੇਦ ਹੁੰਦੇ ਨੇ। ਮੇਰੇ ਰਜਿੰਦਰ ਨਾਲ ਦੇ ਮਤਭੇਦ ਲੰਬੇ ਸਮੇਂ ਤੋਂ ਚੱਲਦੇ ਨੇ, ਪਰ ਉਹ ਮਤਭੇਦ ਆ ਜਿਹੜੇ ਵਿਚਾਰਧਾਰਕ, ਉਹ ਵਿਚਾਰਧਾਰਾ ਦੇ ਤੌਰ ਦੇ ਉੱਤੇ ਹੀ ਹੋਣੇ ਚਾਹੀਦੇ ਨੇ। ਉਹਨਾਂ ਨੂੰ ਅਸੀਂ ਸਟੇਜ ਤੋਂ ਇੱਕ ਦੂਜੇ ਦੇ ਖਿਲਾਫ ਬੋਲਣਾ ਸ਼ੁਰੂ ਕਰੀਏ, ਠੀਕ ਨਹੀਂ ਹੈ। ਤਾਂ ਇਹ ਮਤਲਬ ਜੋ ਹੋਇਆ ਉਹ ਗਲਤ ਹੈ। ਔਰ ਇਹ ਤੇ ਗਿੱਲ ਸਾਹਿਬ, ਮੈਂ ਨਾ ਅੱਗੇ ਵਧਣ ਤੋਂ ਪਹਿਲਾਂ ਮੈਨੂੰ ਇੱਕ ਬੜੀ ਵਧੀਆ ਕਮਾਲ ਦੀ ਕਵਿਤਾ ਲੱਗੀ। ਮੈਂ ਸੋਚਿਆ ਹੁਣੇ ਲਿਖੀ ਹੈ ਗੁਰਤੇਜ ਕੋਹਰਾਂ ਵਾਲਾ, ਮੈਂ ਜਾਣਦਾ ਵੀ ਨਹੀਂ ਨੌਜਵਾਨ ਜੀ, ਕੁਹਾਰ ਵਾਲਾ ਜਿਹਨੇ ਲਿਖੀ ਹੈ। ਗਿੱਲ ਸਾਹਿਬ ਉਹਨੇ ਲਿਖਿਆ ਕਿ ਜੰਗਾਂ ਵਿੱਚ ਛੱਡਣਾ ਪੈਂਦਾ ਹਉਮੈ ਦੇ ਭੇੜਾਂ ਨੂੰ, ਆ ਜੋ ਹੁਣ ਬਹਿ ਕੇ ਲਿਪੀਏ ਅੰਦਰਲੀਆਂ ਤੇੜਾਂ ਨੂੰ। ਰੇਸ਼ਮ ਦੇ ਟੁੱਟਦੇ ਧਾਗੇ ਜੋੜਨ ਦਾ ਵੇਲਾ ਹੈ, ਥੋੜੀ ਹੀ ਦੂਰ ਗਿਆ ਨੂੰ ਮੋੜਨ ਦਾ ਵੇਲਾ ਹੈ। ਤੋਮਤ ਦੀ ਤਖਤੀ ਤੇ ਜੋ ਲਿਖਿਆ ਹੈ ਪੂੰਝ ਦਿਓ, ਰੋਸੇ ਤੇ ਸ਼ਿਕਵੇ ਸਾਰੇ ਆਖਰ ਤੱਕ ਹੁਣ ਹੂੰਝ ਦਿਓ। ਸੀਨੇ ਵਿੱਚ ਅੜਿਆ ਸਭ ਕੁਝ ਰੋੜਨ ਦਾ ਵੇਲਾ ਹੈ, ਜ਼ਖਮੀ ਹੈ ਮੱਥਾ ਜੋ ਵੀ ਆਪਣਾ ਹੀ ਸਿਰ ਲੱਗੇ, ਧੜਿਆਂ ਦੇ ਵਿੱਚ ਬੈਠਾ ਹਰਜੀ ਆਪਣੀ ਹੀ ਧਿਰ ਲੱਗੇ। ਅੜੀਆਂ ਦੇ ਸਾਰੇ ਨਾਕੇ ਤੋੜਨ ਦਾ ਵੇਲਾ ਹੈ, ਥੋੜੀ ਹੀ ਦੂਰ ਗਿਆ ਨੂੰ ਮੋੜਨ ਦਾ ਵੇਲਾ ਹੈ। ਜਾਣਾ ਵੀ ਇੱਕੋ ਪਾਸੇ, ਉਲਝਣ ਵੀ ਇੱਕੋ ਹੈ, ਧਰਤੀ ਨੂੰ ਵੇਚਣ ਤੁਰਿਆ ਦੁਸ਼ਮਣ ਵੀ ਇੱਕੋ ਹੈ। ਭੱਜੀਆਂ ਬਾਹਾਂ ਨੂੰ ਗਲ ਵੱਲ ਮੋੜਨ ਦਾ ਵੇਲਾ ਹੈ, ਥੋੜੀ ਹੀ ਦੂਰ ਗਿਆ ਨੂੰ ਮੋੜਨ ਦਾ ਵੇਲਾ ਹੈ। ਤੋ ਮੈਨੂੰ ਲੱਗਦਾ ਗਾ ਕਿ ਐਜੀਟੇਸ਼ਨ ਇੱਕ ਹੈ, ਸੰਘਰਸ਼ ਇੱਕ ਹੈ, ਔਰ ਜਿਹੜਾ ਹੁਕਮਰਾਨ ਹਕੂਮਤ ਹੈ ਉਹ ਬਾਲ ਛਾਲ ਹਰ ਤਰ੍ਹਾਂ ਦੀ ਨੀਤੀ ਲੈ ਕੇ ਆ ਰਿਹਾ। ਤਾਂ ਅਜਿਹੇ ਦੇ ਵਿੱਚ ਆਪਣਿਆਂ ਦੇ ਨਾਲ ਅਸੀਂ ਜੇ ਇਸ ਐਜੀਟੇਸ਼ਨ ਦੇ ਵਿੱਚ ਲੜਾਂਗੇ, ਇੱਕ ਕਤਾਰਬੰਦੀ ਹੋਊਗੀ ਪਿੰਡਾਂ ਦੇ ਵਿੱਚ, ਤਾਂ ਉਹ ਠੀਕ ਨਹੀਂ ਜੋ ਹੋ ਰਹੀ ਹੈ। ਔਰ ਅਜਿਹੇ ਦੇ ਵਿੱਚ ਇੱਕ ਸਾਂਝਾ ਸੰਘਰਸ਼, ਇੱਕ ਸਾਂਝੀ ਹੂਕ ਆ ਜਿਹੜੀ ਕੇਂਦਰ ਦੇ ਖਿਲਾਫ, ਉਹ ਹੋਣੀ ਚਾਹੀਦੀ ਹੈ। ਕੌਣ ਗਰਦਾਰ ਹੈ, ਕੌਣ ਸਰਦਾਰ ਹੈ, ਕੌਣ ਇਸ ਐਜੀਟੇਸ਼ਨ ਦੇ ਵਿੱਚ ਅੱਗੇ ਹੋ ਕੇ ਲੜ ਰਿਹਾ, ਕੌਣ ਪਿੱਛੇ ਹੋ ਕੇ ਲੜ ਰਿਹਾ, ਇਹ ਆਉਣ ਵਾਲਾ ਸਮਾਂ ਤੈਅ ਕਰ ਦੂ। ਆਉਣ ਵਾਲੇ ਸਮੇਂ ਦੇ ਵਿੱਚ ਉੱਥੋਂ ਜਿੱਤ ਕੇ ਆ ਕੇ ਪੰਜਾਬ 'ਚ ਲਿਖ ਦਿਆਂਗੇ ਇੱਕ ਦੂਜੇ ਖਿਲਾਫ ਵੱਡੇ ਵੱਡੇ ਲੇਖ, ਪਰ ਅੱਜ ਦੇ ਸਮੇਂ ਦੇ ਵਿੱਚ ਇਹ ਸਾਂਝੀ ਲੜਾਈ ਆ। ਸਾਂਝੀ ਲੜਾਈ ਨੂੰ ਸਾਂਝੇ ਰੂਪ ਦੇ ਵਿੱਚ ਲੜਨ ਦੀ ਲੋੜ ਹੈ। ਜੀ ਗਿੱਲ ਸਾਹਿਬ, ਧੰਨਵਾਦ ਬਹੁਤ ਬਹੁਤ। ਅੱਛਾ, ਹੁਣ ਇਹ ਦੱਸਿਓ ਕਿ ਸੋਸ਼ਲ ਮੀਡੀਆ ਦੇ ਅਕਾਊਂਟ ਬੰਦ ਕਰ ਦਿੱਤੇ, ਬਲਜੀਤ ਸਿੰਘ ਮੁੰਡੇ ਨੇ ਦੱਸਿਆ ਜਿਹੜਾ ਇੰਚਾਰਜ ਆ, ਤੇ ਨਾਲ ਹੀ ਪੱਤਰਕਾਰਾਂ ਤੇ ਜਿਹੜਾ ਜ਼ੁਲਮ ਹੋ ਰਿਹਾ ਉਹਦੇ ਬਾਰੇ ਵੀ ਦੱਸੋ। ਜੀ ਗਿੱਲ ਸਾਹਿਬ, ਜਿਹੜਾ ਨਾ ਇਹ ਮੁੰਡਾ ਗ੍ਰਿਫਤਾਰ ਕੀਤਾ, ਮੈਂ ਇਹਨੂੰ ਗਿੱਲ ਸਾਹਿਬ ਉੱਥੇ ਐਜੀਟੇਸ਼ਨ ਦੇ ਵਿੱਚ ਹੀ ਮਿਲਿਆ, ਔਰ ਐਜੀਟੇਸ਼ਨ ਦੇ ਵਿੱਚ ਮੈਂ ਇਹਨੂੰ ਮਤਲਬ ਹਰ ਰੋਜ਼ ਵਾਂਗੂ ਮਿਲਦਾ ਸੀ ਉੱਥੇ। ਬੜਾ ਸ਼ਾਨਦਾਰ ਮੁੰਡਾ ਹੈ, ਹਰਿਆਣੇ ਦਾ ਮੁੰਡਾ ਹੈ, ਔਰ ਗਿੱਲ ਸਾਹਿਬ ਪੂਨੀਆ। ਔਰ ਇਹ ਮੁੰਡਾ ਲਗਾਤਾਰ ਉਸ ਐਜੀਟੇਸ਼ਨ ਦੇ ਵਿੱਚ ਪੰਜਾਬ ਤੇ ਹਰਿਆਣੇ ਦੀ ਸਾਂਝ ਨੂੰ ਲੈ ਕੇ ਚੱਲ ਰਿਹਾ ਹੈਗਾ। ਔਰ ਮੇਰੇ ਨਾਲ ਵਧੀਆ ਮਿੱਤਰਤਾ ਇਹ ਨੌਜਵਾਨ ਦੀ ਆ ਜਿਹੜੀ ਉਹ ਹੋਈ। ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਇਹਨੂੰ ਅਰੈਸਟ ਕਰ ਲਿਆ। ਦਰਅਸਲ ਇਹਨੂੰ ਅਰੈਸਟ ਕਿਉਂ ਕੀਤਾ, ਉਹਦਾ ਇੱਕ ਕਾਰਨ ਆ, ਕਿਉਂਕਿ ਇਹ ਨੌਜਵਾਨ ਹੈਗਾ ਜਿਹੜਾ ਇਹ ਉਸ ਦਿਨ ਰਿੰਗ ਰੋਡ ਵੀ ਕਵਰ ਕਰ ਰਿਹਾ ਸੀ, ਔਰ ਜੋ ਪੰਧੇਰ ਹੋਰਾਂ ਦੇ ਉੱਤੇ ਹਮਲਾ ਹੋਇਆ ਭਾਜਪਾ ਦੇ ਭੇਜੇ ਗੁੰਡਿਆਂ ਦੇ ਵੱਲੋਂ, ਉਹ ਸਾਰਾ ਇਹਨੇ ਕਵਰ ਕੀਤਾ। ਉਸ ਦਿਨ ਇਹ ਲਾਈਵ ਹੋਇਆ, ਔਰ ਉਹਦੇ ਖਿੱਚ ਦੇ ਵਿੱਚ ਇਹਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਸੋ ਹੁਣ ਇਹਦੀ ਗ੍ਰਿਫਤਾਰੀ ਦੇ ਖਿਲਾਫ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ। ਔਰ ਇਸ ਨੌਜਵਾਨ ਜਿਹੜਾ ਜਨਪਥ ਵੀ ਕਵਰ ਕਰਦਾ ਸੀ, ਆਨਲਾਈਨ ਮੀਡੀਆ, ਔਰ ਫ੍ਰੀਲਾਂਸ ਜਰਨਲਿਸਟ ਹੈ, ਔਰ ਕਾਰਵਾਂ ਜਿਹੜਾ ਮੈਗਜ਼ੀਨ ਦਾ ਕਾਰਵਾਂ ਵਾਇਰ, ਇਹ ਮਤਲਬ ਬਹੁਤ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਪਲੇਟਫਾਰਮ ਹੈ, ਜਿਹੜੇ ਪਲੇਟਫਾਰਮ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਮਸਲੇ ਦੇ ਉੱਤੇ ਵੀ ਪੋਲ ਖੋਲੇ ਸਰਕਾਰ ਦੇ, ਔਰ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ ਵੀ ਖੋਲ ਰਿਹਾ, ਤਾਂ ਉਹਨੂੰ ਅਰੈਸਟ ਆ ਜਿਹੜਾ ਉਹ ਕੀਤਾ ਗਿਆ ਜੀ। ਅੱਛਾ, ਇਹ ਦੱਸਿਓ ਕਿ ਹੁਣ ਸਰਕਾਰ, ਜਿਹੜੀ ਸਰਕਾਰ ਦੀ ਅੰਦਰਲੀ ਗੱਲ ਆ, ਉਹ ਕਹਿੰਦੇ ਅਸੀਂ ਨਹੀਂ ਕਾਨੂੰਨ ਕਰਾਉਣੇ ਵਾਪਸ, 2-3 ਮਹੀਨੇ 4 ਬੈਠੇ ਰਹੋਗੇ, 4 ਮਹੀਨੇ ਬਾਅਦ ਜਿਹੜੀ ਕਣਕ ਸਾਂਭਣ ਤੁਰ ਜਾਓਗੇ ਤੇ ਗੱਲ ਨਿਬੜ ਜਾਣੀ ਆ। ਪੰਜਾਬ ਦੀ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਵਾਲੇ ਵੀ ਨਹੀਂ ਚਾਹੁੰਦੇ ਕਿ ਇਹ ਮੁੜ ਕੇ ਆ ਜਾਣ ਇੱਥੇ ਤੇ ਸਾਡੇ ਗੱਲ ਪੈ ਜਾਣ ਆ ਕੇ। ਬਹੁਤ ਕੁਝ ਰਾਜਨੀਤੀ ਵੀ ਜਿਹੜੀ ਹੈ ਇਹਦੇ ਵਿੱਚ ਚੱਲ ਰਹੀ ਹੈ। ਹੁਣ ਤੁਸੀਂ ਇਸ ਨੂੰ ਦੂਰੋਂ ਬੈਠ ਕੇ, ਜਿਹੜਾ ਇੱਥੇ ਦਾ ਸਵਾਲ ਮੈਨੂੰ ਆਇਆ ਹੁਣੇ ਹੀ, ਉਹ ਕਹਿੰਦੇ ਵੀ ਕੀ ਭਵਿੱਖ ਲੱਗਦਾ। ਖੈਰ ਤੁਸੀਂ ਸੋਚਣਾ ਤਾਂ ਇੱਕ ਇਨਸਾਨ ਦੇ ਤੌਰ ਤੇ ਹੀ ਹੈ, ਪਰ ਇਹ ਗੱਲ ਬਿਲਕੁਲ ਸਾਹਮਣੇ ਲੱਗਦੀ ਹੈ ਕਿ ਨਹੀਂ ਨਿਬੜੂ। ਜੀ ਗਿੱਲ ਸਾਹਿਬ, ਦੇਖੋ ਇਹ ਮਸਲਾ ਗਾ ਨਾ, ਜਿਹੜਾ ਮਸਲਾ ਬੜਾ ਗੰਭੀਰ ਹੈ। ਅਸਲ ਦੇ ਵਿੱਚ ਐਜੀਟੇਸ਼ਨ ਬਹੁਤ ਤਿੱਖੀ ਹੋ ਚੁੱਕੀ ਹੈ। ਇੱਕ ਤਾਂ ਇਹ ਕਿ ਪਹਿਲਾਂ ਜਿਹੜੀ ਪੰਜਾਬ ਵਾਲਿਆਂ ਦੀ ਇਸ ਐਜੀਟੇਸ਼ਨ ਦੇ ਵਿੱਚ ਮੋਹਰੀ ਭੂਮਿਕਾ ਸੀਗੀ, ਪੰਜਾਬ ਵਾਲੇ ਤੈਅ ਕਰਦੇ ਸੀ। ਹੁਣ ਮੈਨੂੰ ਲੱਗਦਾ ਜਿਹੜਾ ਗਾਜੀਪੁਰ ਵਾਲਾ ਬਾਰਡਰ ਹੈ ਉਹ ਵੀ ਇੱਕ ਬਰੋਬਰ ਦੀ ਧਿਰ ਬਣ ਕੇ ਉੱਭਿਆ ਹੈਗਾ। ਦੂਸਰੀ ਗੱਲ ਇਹ ਕਿ ਇੱਕ ਵਿਚਾਰ ਚੱਲ ਰਿਹਾ ਸੀਗਾ ਐਜੀਟੇਸ਼ਨ ਦੇ ਵਿੱਚ ਕਿ ਖੇਤੀ ਕਾਨੂੰਨਾਂ ਨੂੰ ਜਿਹੜਾ ਸਰਕਾਰ ਮਸਲਾ ਲੈ ਕੇ ਆਈ ਸੀ ਕਿ ਅਸੀਂ ਇਹਨੂੰ
ਜਿਹੜਾ ਉਹ ਸਟੇ ਕਰ ਦਿੰਦੇ ਆ, ਅੱਗੇ ਲੈ ਜਾਂਦੇ ਆ 1.5 ਸਾਲ 2 ਸਾਲ ਤੱਕ ਵਾਲੀ ਗੱਲ। ਸੋ ਉਹਦੇ ਉੱਤੇ ਕੁਝ ਜਥੇਬੰਦੀਆਂ ਸਹਿਮਤ ਹੁੰਦੀਆਂ ਦਿਖਾਈ ਦਿੰਦੀਆਂ ਸੀਗੀਆਂ। ਲੇਕਿਨ ਹੁਣ ਇਹ ਮਸਲਾ ਜਿਹੜਾ ਗਿੱਲ ਸਾਹਿਬ, ਹੁਣ ਇਹ ਮਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਉੱਭਰਵੇਂ ਰੂਪ ਦੇ ਵਿੱਚ ਸਾਹਮਣੇ ਆਊਗਾ, ਕਿਉਂਕਿ ਹੁਣ ਜਿਹੜਾ 3 ਘੰਟੇ ਦਾ ਚੱਕੇ ਜਾਮ ਦਾ ਵੀ ਐਲਾਨ ਕਰ ਦਿੱਤਾ 6 ਫਰਵਰੀ ਨੂੰ, ਉਹ ਇਸ ਐਜੀਟੇਸ਼ਨ ਨੂੰ ਦੁਬਾਰੇ ਉਹ ਲੀਹ ਦੇ ਉੱਤੇ ਲਿਜਾਣ ਦੇ ਲਈ ਆ। ਇਹ ਐਜੀਟੇਸ਼ਨ ਆ ਜਿਹੜੀ ਜੋ 25 ਜਨਵਰੀ ਨੂੰ ਜਲਾਓ ਸੀ, 26 ਜਨਵਰੀ ਨੂੰ ਦੁਪਹਿਰ ਤੋਂ ਪਹਿਲਾਂ ਜੋ ਜਲਾਓ ਸੀ, ਜਿਸ ਪੀਕ ਦੇ ਉੱਤੇ ਐਜੀਟੇਸ਼ਨ ਪਹੁੰਚੀ ਸੀ, ਉਹ ਪੀਕ ਤੋਂ ਇੱਕ ਧੱਕਾ ਜ਼ਰੂਰ ਵੱਜਿਆ। ਪਰ ਹੁਣ ਦੁਬਾਰੇ ਫੇਰ ਭੁੱਖ ਹੜਤਾਲ ਤੋਂ 3 ਘੰਟੇ ਦਾ ਜਾਮ, ਇਹ ਜਿਹੜਾ 3 ਘੰਟੇ ਦਾ 6 ਫਰਵਰੀ ਦਾ ਜਾਮ ਅਸਲ ਦੇ ਵਿੱਚ ਇਹ ਪ੍ਰੀਖਿਆ ਹੋਊਗੀ। ਕਿਸਾਨ ਐਜੀਟੇਸ਼ਨ ਇਹਨੂੰ ਦੇਖੂਗੀ ਵੀ ਕਿੰਨੇ ਸੂਬਿਆਂ 'ਚ ਹੁੰਦਾ ਕਾਮਯਾਬ, ਕਿੰਨੇ ਕੁ ਜ਼ਿਲ੍ਹਿਆਂ 'ਚ ਹੁੰਦਾ। ਇਹ ਕੋਈ ਟ੍ਰੈਫਿਕ ਰੋਕਣਾ ਇਹਨਾਂ ਦਾ ਮੰਤਵ ਨਹੀਂ, ਬਲਕਿ ਆਪਣੇ ਪਰ ਤੋਲਣਾ ਇੱਕ ਮੰਤਵ ਆ। ਸੋ 6 ਫਰਵਰੀ ਦਾ ਉਹ ਚੱਕਾ ਜਾਮ 3 ਘੰਟੇ ਦਾ, ਉਹ ਇਹ ਤੈਅ ਕਰੂ ਕਿ ਇਹ ਐਜੀਟੇਸ਼ਨ ਦਾ ਭਵਿੱਖ ਕੀ ਆ। ਕਿਉਂਕਿ 26 ਜਨਵਰੀ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਐਜੀਟੇਸ਼ਨ ਆ ਜਿਹੜੀ ਉਹ ਹੁਣ ਪਹਿਲਾਂ ਵਾਲੇ ਜਲਾਓ 'ਚ ਨਹੀਂ ਦਿਸ ਰਹੀ। ਪਰ ਮੈਨੂੰ ਲੱਗਦਾ ਜੋ ਗਿੱਲ ਸਾਹਿਬ ਕਿ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤ ਹੋਈ ਹੈ ਐਜੀਟੇਸ਼ਨ। 26 ਜਨਵਰੀ ਤੋਂ ਬਾਅਦ ਦੁਬਾਰੇ ਫਿਰ ਲੋਕਾਂ ਦਾ ਜਲਾਓ ਨਜ਼ਰ ਆ ਰਿਹਾ ਹੈ। ਔਰ ਜੇ 6 ਫਰਵਰੀ ਦਾ 3 ਘੰਟੇ ਦਾ ਚੱਕਾ ਜਾਮ ਆ, ਪੰਜਾਬ ਹਰਿਆਣਾ ਮੁਕੰਮਲ ਬੰਦ ਹੋਊਗਾ, ਨੋ ਡਾਊਟ। ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਨੇ। ਖਬਰਾਂ ਤੁਹਾਨੂੰ ਜਿਹੜੀਆਂ ਸੁਣਾਇਆ ਕਰਨੀਆਂ ਨੇ ਹਰ ਘੰਟੇ ਦੇ ਅੱਧ ਦੇ ਵਿੱਚ। ਨਵਕਿਰਨ ਸਿੰਘ ਪੱਤੀ ਉਹਨਾਂ ਦੀ ਸੈਗਮੈਂਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਕੱਲ੍ਹ ਤੋਂ, ਕਿਉਂਕਿ ਵਿੱਚ ਇਹਦੇ ਤੁਸੀਂ ਸੁਣਨਾ ਚਾਹੁੰਦੇ ਹੁੰਦੇ ਹੋ ਵੀ ਉਹਨੂੰ ਰੋਕਾਂ ਨਾ। ਅੱਛਾ ਨਵਕਿਰਨ, ਜਿਹੜੀ ਗੱਲ ਬਾਕੀ ਮੁੰਡਿਆਂ ਦੇ ਫੜਨ ਦੀ ਵੀ ਹੈ, ਜਿਵੇਂ ਤੁਤਾਰੀਏ ਦੇ 12 ਮੁੰਡੇ ਫੜੇ ਆ, ਅਤੇ ਬਹੁਤ ਵੱਡੀ ਲਿਸਟ ਹੈ, ਅਤੇ ਉਹਦੇ ਲਈ ਵਕੀਲ ਸਾਰੇ ਤਤਪਰ ਹੋ ਗਏ ਨੇ। ਤੁਹਾਡੇ ਤੋਂ ਬਾਅਦ ਮੈਂ ਸਰਦਾਰ ਸਰਬਜੀਤ ਸਿੰਘ ਵੇਰਕੇ ਨਾਲ ਗੱਲਬਾਤ ਕਰਨੀ ਹੈ ਉਹਨਾਂ ਦੇ ਬਾਰੇ, ਉਹਨਾਂ ਦੇ ਪਿੰਡਾਂ ਦੇ ਬਾਰੇ। ਅਤੇ ਉਹ ਜਿਹੜੀ ਗੱਲ, ਉਹਦੇ ਲਈ ਕਿਸਾਨ ਜਿਹੜੇ ਇਹ ਨੇਤਾ ਨੇ, ਇਹ ਕੀ ਕਹਿ ਰਹੇ ਨੇ? ਜੀ ਗਿੱਲ ਸਾਹਿਬ, 120 ਦੀ ਲਿਸਟ ਆ ਜਿਹੜੀ ਉਹ ਸਾਹਮਣੇ ਆਈ ਹੈ। ਇੱਕ ਤਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਨੌਜਵਾਨ ਅਰੈਸਟ ਹੋਏ ਨੇ ਉਹਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਵੀ 3 ਵਕੀਲਾਂ ਦੇ ਜਿਹੜਾ ਪੈਨਲ ਬਣਾਇਆ ਹੈਗਾ, ਔਰ ਸੁਖਬੀਰ ਬਾਦਲ ਨੇ ਵੀ ਕਿਹਾ ਵੀ ਮੇਰਾ ਘਰ ਵਿਹਲਾ, ਉੱਥੇ ਮਿਲੋ, ਔਰ ਮੈਂ ਆਪਣੇ ਤੌਰ ਤੇ ਕਹਿੰਦਾ ਯੋਗਦਾਨ ਪਾ ਰਿਹਾ। ਉੱਧਰੋਂ ਪੰਜਾਬ ਸਰਕਾਰ ਨੇ ਆਪਣੇ ਤੌਰ ਦੇ ਉੱਤੇ ਪ੍ਰਬੰਧ ਕਰਤਾ, ਉੱਧਰੋਂ ਵਕੀਲਾਂ ਨੇ ਆਪਣੇ ਤੌਰ ਦੇ ਉੱਤੇ ਵੀ, ਜਿਹੜੇ ਸੁਹਿਰਦ ਵਕੀਲ ਨੇ, ਜਿਹੜੇ ਕਦੇ ਕਿਸੇ ਰਾਜਨੀਤਿਕ ਪਾਰਟੀ ਦਾ ਇਹ ਨਹੀਂ ਕਰਦੇ ਵੀ ਸਾਨੂੰ ਰਾਜਨੀਤਿਕ ਪਾਰਟੀ ਅਪਰੋਚ ਕਰੇ, ਉਹ ਆਪਣੇ ਤੌਰ ਦੇ ਉੱਤੇ ਜਿਹੜਾ ਉਹ ਯੋਗਦਾਨ ਪਾਉਂਦੇ ਨੇ, ਉਹ ਬਹੁਤ ਯੋਗਦਾਨ ਪਾ ਰਹੇ ਨੇ। ਸੋ ਕਿਸਾਨ ਆਗੂਆਂ ਨੇ ਵੀ ਇਸ ਵਿਸ਼ੇ ਦੇ ਉੱਤੇ ਜਿਹੜਾ ਅਪੀਲ ਕੀਤੀ ਹੈ ਕਿ ਉਹਨਾਂ ਨੇ ਵੀ ਇੱਕ ਕਮੇਟੀ ਬਣਾਈ ਹੈ 5 ਮੈਂਬਰੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ, ਔਰ ਉਹ ਕਮੇਟੀ ਵੀ ਆਪਣੇ ਤੌਰ ਦੇ ਉੱਤੇ ਪਤਾ ਕਰ ਰਹੀ ਹੈ ਕਿ ਕਿੰਨੇ ਨੌਜਵਾਨ ਅਰੈਸਟ ਨੇ। ਟਰੈਕਟਰਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਰਿਹਾ, ਔਰ ਧੜ ਗ੍ਰਿਫਤਾਰੀਆਂ ਹੋ ਰਹੀਆਂ ਨੇ। 120 ਦੀ ਲਿਸਟ ਆਈ ਹੈ, ਹੋਰ ਬਹੁਤ ਗ੍ਰਿਫਤਾਰੀਆਂ ਜਿਹੜੀਆਂ ਉਹ ਹੋਣ ਦੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ। ਅੱਜ 60 ਵਿਅਕਤੀਆਂ ਨੂੰ ਧੱਕੇ ਨਾਲ ਬੱਸ 'ਚ ਬਹਾਇਆ ਜਾ ਰਿਹਾ ਸੀ, ਜਿਹੜੇ ਮੈਂ ਤੁਹਾਨੂੰ ਦੱਸਿਆ ਰੇਲ ਗੱਡੀ ਦੇ ਵਿੱਚ ਉਤਰੇ ਸੀ। ਸੋ ਇਸ ਵਿਸ਼ੇ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਇਹ ਹੈਗਾ ਕਿ ਜਿਹੜੇ ਨੌਜਵਾਨ ਫੜੇ ਜਾ ਰਹੇ ਨੇ ਉਹਨਾਂ ਨੂੰ ਫੌਰੀ ਰਿਹਾ ਕੀਤਾ ਜਾਵੇ, ਔਰ ਜਿਹੜੇ ਫੜੇ ਗਏ ਨੇ ਉਹਨਾਂ ਦੀ ਸਾਨੂੰ ਲਿਸਟ ਦਿੱਤੀ ਜਾਵੇ ਤੇ ਉਹਨਾਂ ਦੀ ਵੀ ਰਿਹਾਈ ਕੀਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਮੰਗ ਕਰ ਰਿਹਾ ਹੈਗਾ। ਇਸ ਤੋਂ ਇਲਾਵਾ ਗਿੱਲ ਸਾਹਿਬ, ਜੇ ਦੇਖਿਆ ਜਾਵੇ ਤਾਂ ਲੋਕਾਂ ਦਾ ਦਬਾਅ ਅੱਜ ਕੱਲ੍ਹ ਬਹੁਤ ਪੈਂਦਾ ਹੈ। ਜਿਹੜਾ ਇਹਨਾਂ ਨੇ 250 ਦੇ ਲਗਭਗ ਟਵਿੱਟਰ ਅਕਾਊਂਟ ਆ ਜਿਹੜਾ ਉਹ ਭਾਰਤ ਦੇ ਵਿੱਚ ਬੰਦ ਕੀਤਾ। ਸੋਸ਼ਲ ਮੀਡੀਆ ਦੇ ਉੱਤੇ ਇਸ ਵਿਸ਼ੇ ਦੀ ਧੁੰਮ ਪੈ ਗਈ, ਪੂਰੇ ਦੇਸ਼ 'ਚੋਂ ਆਵਾਜ਼ ਉੱਠੀ ਵੀ ਟਵਿੱਟਰ ਜਿਹੜੇ ਨੇ ਉਹ ਵੀ ਕਿਉਂ ਭਾਰਤ ਦੇ ਵਿੱਚ ਜਿਹੜਾ ਬੰਦ ਕਰ ਰਹੇ ਨੇ ਅਕਾਊਂਟ, ਹਾਲਾਂਕਿ ਬਾਹਰ ਖੋਲ੍ਹਦੇ ਸੀ। ਤਾਂ ਹੁਣ ਕੁਝ ਅਕਾਊਂਟ ਨੇ ਜਿਹੜੇ ਮੁੜ ਸ਼ੁਰੂ ਹੋ ਚੁੱਕੇ ਨੇ। ਟਰੈਕਟਰ ਟੂ ਟਵਿੱਟਰ ਅਕਾਊਂਟ ਭਾਰਤ 'ਚ ਮੁੜ ਉਹਨਾਂ ਨੂੰ ਸ਼ੁਰੂ ਕਰਨਾ ਪਿਆ। ਦਾ ਕਾਰਵਾ ਉਹ ਟਵਿੱਟਰ ਅਕਾਊਂਟ ਵੀ ਜਿਹੜਾ ਮੁੜ ਸ਼ੁਰੂ ਕਰਨਾ ਪਿਆ। ਜੀ ਗਿੱਲ ਸਾਹਿਬ। ਅੱਛਾ, ਹੋਰ ਖਬਰਾਂ ਜਿਹੜੀਆਂ ਸੰਘਰਸ਼ ਦੇ ਸੰਬੰਧੀ ਹੋਈ, ਕੋਈ ਹੋਰ ਤੁਹਾਡੇ ਦਿਮਾਗ 'ਚ ਹੋਵੇ ਇਸ ਨੂੰ ਕਰਿਓ। ਅਤੇ ਫਿਰ ਤ੍ਰਿਣਮੂਲ ਕਾਂਗਰਸ ਜਿਹੜਾ ਉੱਧਰ ਭਾਜਪਾ ਵੱਲੋਂ, ਕਿਉਂਕਿ ਮੈਂ ਇਸ ਨੂੰ ਇਸ ਤਰ੍ਹਾਂ ਵੀ ਵੇਖਦਾ ਨਵਕਿਰਨ ਕਿ ਇਸ ਨੂੰ ਲੰਬਾ ਲਿਜਾ ਕੇ ਭਾਜਪਾ 2022 ਦੀ ਜ਼ਮੀਨ ਲੱਭ ਰਹੀ ਆ ਪੰਜਾਬ ਦੇ ਵਿੱਚ, ਅਤੇ ਦੂਜੀਆਂ ਪੋਲੀਟੀਕਲ ਪਾਰਟੀਆਂ ਵੀ ਕਾਇਮ ਹੋਈਆਂ ਨੇ। ਪ੍ਰਤਾਪ ਬਾਜਵਾ ਉਹਨਾਂ ਬਾਰੇ ਗੱਲ ਚੱਲ ਰਹੀ ਹੈ। ਆਮ ਆਦਮੀ ਪਾਰਟੀ ਕੋਈ ਸਿੱਖ ਚਿਹਰਾ ਲੱਭ ਰਹੀ ਹੈ ਚੀਫ ਮਿਨਿਸਟਰ ਦਾ। ਨਵਜੋਤ ਸਿੱਧੂ ਤੇ ਗੁਣਾ ਆਮ ਆਦਮੀ ਪਾਰਟੀ ਨੇ ਨਹੀਂ ਪਾਉਣਾ ਕਿਉਂਕਿ ਸੂਤ ਨਹੀਂ ਬਹਿੰਦਾ ਕੇਜਰੀਵਾਲ ਦੇ, ਅਤੇ ਪਰਮਿੰਦਰ ਢੀਂਡਸਾ ਹੋ ਸਕਦਾ। ਪ੍ਰਤਾਪ ਬਾਜਵੇ ਉਹਨਾਂ ਦਾ ਆਉਣਾ, ਅਤੇ ਉੱਥੋਂ ਵੀ ਕੁਛ ਅਲਾਮਤਾਂ ਮਿਲੀਆਂ ਨੇ ਵੀ ਉਹ ਵੀ ਕਿਸੇ ਪਾਸੇ ਜਾ ਰਹੇ ਨੇ। 22 ਵਾਲਾ ਕੰਮ ਹੈ ਜਿਹੜਾ ਉਹ ਹੋ ਰਿਹਾ। ਤ੍ਰਿਣਮੂਲ ਕਾਂਗਰਸ ਦੇ ਬੰਦੇ ਛੱਡ ਕੇ ਜਾ ਰਹੇ ਨੇ ਬੰਗਾਲ ਦੇ ਵਿੱਚ। ਇਸ ਦੇ ਬਾਰੇ ਵੀ ਦੱਸਿਓ।
ਜੀ ਗਿੱਲ ਸਾਹਿਬ, ਇੱਕ ਤਾਂ ਇਹ ਹੈਗਾ ਕਿ ਸਰਕਾਰ ਹਿੰਸਾ ਦੇ ਉੱਤੇ ਉਤਾਰੂ ਹੈ, ਹਿੰਸਾ ਕਰ ਰਹੀ ਹੈ ਇਸ ਵਕਤ ਭਾਰਤ ਸਰਕਾਰ। ਸਭ ਤੋਂ ਵੱਧ ਪਾਣੀ ਬੰਦ ਕਰਤਾ, ਟਾਇਲਟ ਬੰਦ ਕਰ ਦਿੱਤੀਆਂ ਨੇ, ਔਰ ਕਈ ਥਾਵਾਂ ਦੇ ਉੱਤੇ ਸੜਕਾਂ ਪੱਟ ਕੇ ਵਿੱਚ ਜਿਹੜੇ ਉਹ ਕਿੱਲ ਗੱਡੇ ਜਾ ਰਹੇ ਨੇ। ਔਰ ਇਹ ਬਹੁਤ ਮੰਦਭਾਗੀ ਗੱਲ ਹੈਗੀ ਕਿ ਦੇਸ਼ ਦੇ ਅੰਨਦਾਤੇ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ ਹੈ। ਦੂਸਰਾ ਇਹ ਕਿ ਪੰਜਾਬ ਸਰਕਾਰ ਦਾ ਜੇ ਇੱਕ ਵਫਦ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਕੇ ਆਇਆ, ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦਾ ਇੱਕ ਵਫਦ ਆ ਜਿਹੜਾ ਉਹ ਅਮਿਤ ਸ਼ਾਹ ਨੂੰ ਮਿਲਿਆ। ਵਫਦ ਦਾ ਕਹਿਣਾ ਇਹ ਹੈਗਾ ਕਿ ਇਸ ਕਰਕੇ ਮਿਲੇ ਆ ਕਿ ਜਿਹੜੇ ਲਾਪਤਾ ਨੌਜਵਾਨ ਨੇ ਉਹਨਾਂ ਬਾਰੇ ਜਾਣਕਾਰੀ ਦਿਓ। ਔਰ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਨਾਲ ਗਾਇਬ ਹੋਏ ਨੌਜਵਾਨਾਂ ਬਾਰੇ ਗੱਲਬਾਤ ਕੀਤੀ ਹੈ, ਔਰ ਜਿਹੜੇ ਗ੍ਰਿਫਤਾਰ ਕੀਤੇ ਹੋਏ ਨੌਜਵਾਨ ਨੇ ਉਹਨਾਂ ਦੀ ਲਿਸਟ ਆ ਕਹਿੰਦੇ ਉਹ ਅਸੀਂ ਲਈ ਹੈ, ਅਪਡੇਟ ਕਰਵਾ ਕੇ ਕਹਿੰਦੇ ਹੋਰ ਲਿਸਟ ਵੀ ਹੈ ਜਿਹੜੀ ਉਹ ਲੈ ਰਹੇ ਆ। ਇਸ ਤੋਂ ਇਲਾਵਾ ਗਿੱਲ ਸਾਹਿਬ ਜੇ ਦੇਖਿਆ ਜਾਵੇ ਤਾਂ ਕਿਸਾਨ ਇਸ ਗੱਲ ਦੇ ਲਈ ਡਟੇ ਹੋਏ ਨੇ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੇ ਉਦੋਂ ਤੱਕ ਅਸੀਂ ਵਾਪਸ ਨਹੀਂ ਜਾਣਾ। ਸੋ ਪੰਜਾਬ ਦੇ ਵਿੱਚੋਂ ਧੜਾ ਧੜ ਜਿਹੜਾ ਮਤਲਬ ਲੋਕਾਂ ਦਾ ਜਾਣਾ ਗਾ ਉਹ ਜਾਰੀ ਹੈਗਾ, ਔਰ ਕਾਫੀ ਇਕੱਠ ਆ ਜਿਹੜਾ ਉਹ ਵੱਧ ਰਿਹਾ ਹੈਗਾ। ਜੀ ਗਿੱਲ ਸਾਹਿਬ, ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੀ ਜਿਹੜੀ ਤੁਸੀਂ ਗੱਲ ਕੀਤੀ ਤਾਂ ਤ੍ਰਿਣਮੂਲ ਕਾਂਗਰਸ ਦੇ 16 ਦੇ ਲਗਭਗ MLA ਜਿਹੜੇ ਉਹ ਛੱਡ ਚੁੱਕੇ ਨੇ। ਭਾਰਤੀ ਜਨਤਾ ਪਾਰਟੀ ਧੜਾ ਧੜ MLA ਜਿਹੜੇ ਉਹ ਆਪਣੇ 'ਚ ਸ਼ਾਮਲ ਕਰਵਾ ਰਹੀ ਹੈ। ਅੱਜ ਤ੍ਰਿਣਮੂਲ ਕਾਂਗਰਸ ਦਾ ਜਿਹੜਾ ਪੱਛਮੀ ਬੰਗਾਲ ਤੋਂ MLA ਦੀਪਕ ਹਲਦਲ ਉਹ ਪਾਰਟੀ ਤੋਂ ਅਸਤੀਫਾ ਦੇ ਗਿਆ। ਮਮਤਾ ਬੈਨਰਜੀ ਦਾ ਭਤੀਜਾ MP ਅਭਿਸ਼ੇਕ ਬੈਨਰਜੀ ਉਹਦੇ ਸੰਸਦੀ ਹਲਕੇ ਦੇ ਮੈਂਬਰ ਪਾਰਲੀਮੈਂਟ ਹਲਕੇ ਦੇ ਵਿੱਚ ਇਹ MLA ਆ ਜਿਹੜਾ ਉਹ ਆਉਂਦਾ ਸੀ। ਸੋ ਇੱਕ ਵੱਡਾ ਝਟਕਾ ਜਿਹੜਾ ਮੰਨਿਆ ਜਾ ਰਿਹਾ। 2 ਵਾਰ ਲਗਾਤਾਰ ਇਹ ਚੋਣ ਜਿੱਤਿਆ ਹੋਇਆ MLA ਆ। ਧੜਾ ਧੜ ਜਿਹੜੇ MLA ਜਿਹੜੇ ਤ੍ਰਿਣਮੂਲ ਕਾਂਗਰਸ ਦੇ ਭਾਜਪਾ 'ਚ ਜਾ ਰਹੇ ਨੇ, ਉਹ 'ਚੋਂ ਭਾਜਪਾ ਪੱਛਮੀ ਬੰਗਾਲ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਉਹਦੇ 'ਚ ਆਪਦਾ ਆਧਾਰ ਆ ਜਿਹੜਾ ਉਹ ਤਲਾਸ਼ ਰਹੀ ਹੈ। ਜਿਹੜਾ ਇਹ ਬਜਟ ਵੀ ਅੱਜ ਅਨਾਊਂਸ ਕੀਤਾ ਉਹ 'ਚ ਵੀ ਪਤਾ ਲੱਗਿਆ ਕਿ 4 ਸੂਬਿਆਂ ਨੂੰ ਮੁੱਖ ਕੇਂਦਰਿਤ ਆ ਜਿਹੜਾ ਉਹ ਕੀਤਾ ਗਿਆ ਗਾ। ਸੋ ਭਾਰਤੀ ਜਨਤਾ ਪਾਰਟੀ ਲਗਾਤਾਰ ਸਿਆਸਤ ਜਿਹੜਾ ਇਸ ਵਿਸ਼ੇ ਦੇ ਉੱਤੇ ਕਰ ਰਹੀ ਹੈ। ਜੀ ਅੱਛਾ, ਤੇ ਪੰਜਾਬ ਸਰਕਾਰ ਨੇ ਜ਼ਖਮੀ ਹੋਏ ਜਾਂ ਗ੍ਰਿਫਤਾਰ ਹੋਏ ਜਿਹੜੇ ਇਹ ਸਾਡੇ ਨੌਜਵਾਨ ਨੇ ਉਹਨਾਂ ਬਾਰੇ ਵੀ ਕੁਝ ਕਿਹਾ ਜੀ? ਜੀ ਗਿੱਲ ਸਾਹਿਬ, ਪੰਜਾਬ ਸਰਕਾਰ ਨੇ ਉਹਨਾਂ ਨੌਜਵਾਨਾਂ ਦੇ ਬਾਰੇ ਕਿਹਾ ਕਿ ਅਸੀਂ ਪੈਰਵਾਈ ਫ੍ਰੀ ਕਰਾਂਗੇ ਇਹਨਾਂ ਦੀ, ਅਸੀਂ ਇਹਨਾਂ ਨੂੰ ਸਾਰੀ ਲੀਗਲ ਏਡ ਦੇਵਾਂਗੇ, ਔਰ ਜਿਹੜੇ ਇਲਾਜ ਦਾ ਪ੍ਰਬੰਧ ਵੀ ਕਰਾਂਗੇ। ਹਰ ਤਰ੍ਹਾਂ ਦੀ ਉਹ ਕਹਿੰਦੇ ਅਸੀਂ ਸਹੂਲਤਾਂ ਜਿਹੜੀ ਇਹਨਾਂ ਨੌਜਵਾਨਾਂ ਦੇ ਲਈ ਉਹ ਪ੍ਰੋਵਾਈਡ ਕਰਾਂਗੇ। ਇਸ ਤੋਂ ਇਲਾਵਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅਨਾਊਂਸਮੈਂਟ ਕਰ ਹੀ ਚੁੱਕੇ ਨੇ ਕਿ ਜਿਹੜੇ ਵੀ ਸ਼ਹੀਦ ਹੋਣਗੇ ਇਸ ਕਿਸਾਨ ਸੰਘਰਸ਼ ਦੇ ਦੌਰਾਨ 5 ਲੱਖ ਰੁਪਏ ਦਾ ਮੁਆਵਜ਼ਾ ਔਰ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਉਹ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ। ਜੀ ਕੋਈ ਹੋਰ ਖਬਰ ਸਾਂਝੀ ਕਰਨੀ ਚਾਹੋ ਜੀ? ਇਸ ਤੋਂ ਇਲਾਵਾ ਗਿੱਲ ਸਾਹਿਬ ਇੱਕ ਅੱਜ ਹੋਰ ਮੰਦਭਾਗੀ ਬਹੁਤ ਘਟਨਾ ਜਿਹੜੀ ਹੋਈ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਗਿੱਦੜ ਪਿੰਡੀ ਦੇ ਵਿੱਚ ਇੱਕ ਹਾਦਸਾ ਹੋਇਆਗਾ, ਔਰ ਉਸ ਹਾਦਸੇ ਦੇ ਵਿੱਚ 6 ਮਜ਼ਦੂਰਾਂ ਦੀ ਮੌਤ ਆ ਜਿਹੜੀ ਉਹ ਹੋਈ ਹੈ। 3 ਮਜ਼ਦੂਰ ਸੀਰੀਅਸ ਦੱਸੇ ਜਾ ਰਹੇ ਨੇ, ਔਰ ਇਹ ਮਜ਼ਦੂਰ ਨੇ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਖੂ ਤੋਂ ਜਲੰਧਰ ਦੇ ਪਿੰਡ ਲੋਹੀਆਂ ਜਾ ਰਹੇ ਸੀ ਕਿ ਰਸਤੇ ਦੇ ਵਿੱਚ ਜਿਹੜਾ ਗਿੱਦੜ ਪਿੰਡੀ ਦੇ ਵਿੱਚ ਇਹ ਸੜਕ ਹਾਦਸਾ ਹੋਇਆਗਾ। ਸੋ ਬਹੁਤ ਮੰਦਭਾਗੀ ਖਬਰ ਆ ਜਿਹੜੀ ਉਹ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਗਿੱਲ ਸਾਹਿਬ ਜੇ ਗੱਲਬਾਤ ਕਰੀਏ ਤਾਂ ਜਿਹੜਾ ਬਜਟ ਅੱਜ ਪੇਸ਼ ਕੀਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ, ਜਿਹੜੇ ਵਿੱਤ ਮੰਤਰੀ ਡਾਕਟਰ ਨਿਰਮਲਾ ਸੀਤਾਰਮਨ ਆ ਉਹਨੇ ਬਜਟ ਪੇਸ਼ ਕੀਤਾ। ਅਕਾਲੀ ਦਲ ਨੇ ਬਾਹਰ ਰਹਿ ਕੇ ਵਿਰੋਧ ਕੀਤਾ। ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਨੇ ਕਾਲੇ ਕਾਨੂੰਨ ਵਾਪਸ ਲੈਣ ਦੇ ਜਿਹੜੇ ਨਾਅਰੇ ਆ ਉਹ ਲਾਏ। ਇਸ ਤੋਂ ਇਲਾਵਾ ਇਹ ਬਜਟ ਦੀ ਗੱਲ ਕਰੀਏ ਤਾਂ ਇਹ ਬਜਟ ਤਾਂ ਐਤਕੀ ਬਹੀ ਖਾਤੇ ਨਾਲ ਨਹੀਂ ਬਲਕਿ ਡਿਜੀਟਲ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ। ਦੂਸਰਾ ਇਹ ਕਿ ਕਰੋਨਾ ਦੇ ਮਸਲੇ ਦੇ ਉੱਤੇ ਇਸ ਬਜਟ ਬਾਰੇ ਬੋਲਿਆ ਗਿਆ, ਪਰ ਇਸ ਬਜਟ ਦੇ ਵਿੱਚ ਟੈਕਸ ਸਲੈਬ ਦੇ ਵਿੱਚ ਤਾਂ ਕੋਈ ਬਦਲਾਅ ਨਹੀਂ ਕੀਤਾ ਗਿਆ। NRIਆਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਜਿਹੜੇ ਟੈਕਸ ਵਿਵਾਦ ਨੇ ਹੁਣ ਆਨਲਾਈਨ ਆ ਜਿਹੜੇ ਉਹ ਹੱਲ ਕਰਿਆ ਕਰਾਂਗੇ। ਬੀਮਾ ਖੇਤਰ ਦੇ ਵਿੱਚ ਵਿਦੇਸ਼ੀ ਨਿਵੇਸ਼ ਆ ਜਿਹੜਾ ਉਹ 74% ਕਰ ਦਿੱਤਾ ਗਿਆ। ਸੋ ਕੁੱਲ ਮਿਲਾ ਕੇ ਮੈਂ ਕਹੂੰ ਕਿ ਬਜਟ ਦੇ ਵਿੱਚ ਅੰਨਦਾਤੇ ਦੇ ਲਈ ਕੁਛ ਨਹੀਂ ਰੱਖਿਆ ਗਿਆ। ਕਰੋਨਾ ਵਾਇਰਸ ਦੇ ਦਿਨਾਂ ਦੇ ਵਿੱਚ ਬਜਟ ਜਿਹੜਾ ਉਹ ਆਇਆਗਾ, ਔਰ ਮਜ਼ਦੂਰਾਂ ਦਾ ਪਿਛਲੇ ਤਾਲਾਬੰਦੀ ਦੇ ਲੋਕਡਾਊਨ ਦੇ ਦੌਰਾਨ ਜਿਹੜਾ ਕੰਮ ਨਹੀਂ ਚੱਲੇ, ਘਰੇ ਬੈਠੇ ਰਹੇ ਮਜ਼ਦੂਰਾਂ ਲਈ ਕੋਈ ਰਾਹਤ ਨਹੀਂ ਲਾਨੀ ਗਈ। ਸੋ ਕੁੱਲ ਮਿਲਾ ਕੇ ਬਜਟ ਆ ਜਿਹੜਾ ਉਹ ਮਜ਼ਦੂਰ ਕਿਸਾਨ ਵਿਰੋਧੀ ਬਜਟ ਆ। ਮਿਡਲ ਕਲਾਸ ਨੂੰ ਇਸ ਕਿਸਮ ਜਿਹੜੇ ਬਜਟ ਆ ਉਹਦੇ ਵਿੱਚ ਕੋਈ ਰਾਹਤ ਆ ਜਿਹੜੀ ਨਹੀਂ ਦਿੱਤੀ ਗਈ। ਜੀ ਧੰਨਵਾਦ ਬਹੁਤ ਬਹੁਤ। ਤੇ ਕੱਲ ਨੂੰ ਫੇਰ ਆਪਾਂ ਗੱਲਬਾਤ ਕਰਾਂਗੇ। 5-4 ਮਿੰਟ ਹੋਰ ਪਹਿਲਾਂ ਤੁਹਾਨੂੰ ਸੱਦਾਂਗੇ ਵੀ ਖਬਰਾਂ ਤੋਂ ਪਹਿਲਾਂ ਆਪਾਂ ਗੱਲ ਨਿਬੇੜ ਸਕੀ। ਧੰਨਵਾਦ। ਸ਼ੁਕਰੀਆ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ। ਸਰ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਸੀ। ਉਹਨਾਂ ਦੀ ਸੈਗਮੈਂਟ ਦੇ ਸਪਾਂਸਰ ਸਨ ਸਤਾਰ ਸਤਿੰਦਰਪਾਲ ਸਿੰਘ ਜੀ ਬਰਾੜ, 604-906-7413, ਇਨਵੈਸਟਾ ਪ੍ਰਾਈਮ ਰਿਐਲਟੀ, 2 ਦਫ਼ਤਰ ਤੇ 50 ਦੇ ਕਰੀਬ ਇਹਨਾਂ ਕੋਲ ਰੀਅਲਟਰ ਨੇ। ਕੋਈ ਵੀ ਤੁਹਾਨੂੰ ਜ਼ਰੂਰਤ ਹੋਵੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਕਾਲਰਾਂ ਨੂੰ ਮੈਂ ਬੇਨਤੀ ਕਰਾਂ ਜੀ, ਤੁਹਾਡਾ ਸਮਾਂ 10 ਵਜੇ ਤੋਂ ਬਾਅਦ ਹੈ, ਹਲੇ ਨਹੀਂ। ਹਲੇ ਮੈਂ ਮਨੁੱਖੀ ਅਧਿਕਾਰਾਂ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੂੰ ਲੈ ਕੇ ਆਉਣਾ, ਤੇ ਉਦੋਂ ਪਹਿਲਾਂ
ਬੇਨਤੀ ਕੀਤੀ ਸੀ ਕੋਈ ਸੁਨੇਹਾ ਇਸ ਪ੍ਰੋਗਰਾਮ 'ਚ ਕੁਝ ਗੱਲ ਕਰਨੀ ਚਾਹੋ, ਜੇ ਤੁਸੀਂ ਨਾ ਫੋਨ ਕਰ ਸਕੋ ਲਿਖ ਕੇ ਭੇਜਿਆ ਕਰੋ। ਐਡਵੋਕੇਟ ਜਸਵੀਰ ਸਿੰਘ ਨੇ ਖੰਨੇ ਉਹ ਕਰਦੇ ਨੇ ਵਕਾਲਤ, ਪ੍ਰੋਗਰਾਮ ਸੁਣਦੇ ਨੇ। ਉਹਨਾਂ ਨੇ ਲਿਖ ਕੇ ਭੇਜਿਆ ਕਿ ਲੱਖਾ ਸਿਧਾਣਾ ਕਿਸਾਨ ਅੰਦੋਲਨ ਦਾ ਇੱਕ ਵੱਡਾ ਥੰਮ ਹੈ। ਲੱਖੇ ਸਿਧਾਣੇ ਨੂੰ ਸਟੇਜਾਂ ਸੰਭਾਲਣ ਅਤੇ ਨਿਰਧੜਕ ਬੁਲਾਰਾ ਹੋਣ ਦਾ ਮਾਣ ਹੈ। ਨੌਜਵਾਨੀ ਨੂੰ ਜੋੜ ਕੇ ਰੱਖਣਾ ਲੱਖਾ ਸਿਧਾਣੇ ਦੇ ਯੋਗਦਾਨ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਸਭਾ ਆਉਣ 'ਤੇ ਪਤਾ ਲੱਗ ਜਾਣਾ ਹੈ ਫੋਕੀ ਚੌਧਰ ਲਈ ਕੌਣ ਕੰਮ ਕਰਦਾ। ਨੌਜਵਾਨ ਪੀੜ੍ਹੀ ਲੱਖਾ ਸਿਧਾਣਾ ਦੀ ਮੰਨਦੀ ਹੈ ਅਤੇ ਉਹਦੀ ਅਗਵਾਈ 'ਚ ਤੁਰਨ ਨਾਲ ਆਪਣਾ ਮਾਣ ਸਮਝਦੀ ਹੈ। ਉੱਚੀ ਸੁੱਚੀ ਸੋਚ ਵਾਲਾ ਇਨਸਾਨ ਹੈ। ਐਸੇ ਵੀਰਾਂ ਦਾ ਸਾਥ ਦੇਣ ਦੀ ਲੋੜ ਹੈ। ਲੱਖੇ ਨੇ ਹੁਣ ਤੱਕ ਜਿੰਨੇ ਵੀ ਸੰਬੋਧਨ ਕੀਤੇ ਨੇ ਸਾਰਿਆਂ ਦਾ ਜਿਹੜਾ ਅਰਕ ਇਹ ਸੀ ਕਿ ਅੰਦੋਲਨ 'ਚ ਏਕਤਾ ਅਤੇ ਸ਼ਾਂਤੀ ਬਣਾਈ ਰੱਖੋ ਵੀਰੋ। ਸ਼ਾਂਤੀ ਨਾਲ ਅੰਦੋਲਨ ਨੂੰ ਅੱਗੇ ਵਧਣਾ ਹੈ, ਜਥੇਬੰਦੀ ਦੇ ਕਹਿਣ 'ਚ ਰਹਿ ਕੇ ਚੱਲੋ। ਅਤੇ ਹੁਣ ਗੱਲ ਆਪਣੇ ਹੱਥੋਂ ਨਿਕਲ ਗਈ, 100 ਸਾਲ ਤੱਕ ਹੱਥ ਨਹੀਂ ਆਉਣੀ। ਲੱਖਾ ਸਿਧਾਣਾ ਅੱਖ ਦੇ ਵਾਲ ਵਾਂਗੂ ਚੁੱਭ ਰਿਹਾ, ਤਾਂ ਹੀ ਉਸ ਲੱਖੇ ਨੂੰ ਬਦਨਾਮ ਕਰਨ ਦਾ ਕਾਫੀ ਸਮੇਂ ਤੋਂ ਬਹਾਨਾ ਲੱਭ ਰਹੀ ਸੀ ਬੀਜੇਪੀ। ਪਤਾ ਤਾਂ ਲੱਗੇ ਲੱਖੇ ਦਾ ਕਸੂਰ ਕੀ ਹੈ ਜੇ ਉਹਨੂੰ ਪਿੱਛੇ ਕੀਤਾ ਜਾ ਰਿਹਾ ਹੈ। ਪੰਜਾਬ ਅਤੇ ਕਿਸਾਨੀ ਦਾ ਸਭ ਤੋਂ ਵੱਡਾ ਪਹਿਰੇਦਾਰ ਲੱਖਾ ਸਿਧਾਣਾ ਹੈ। ਜੇ ਅੱਜ ਲੱਖੇ ਸਿਧਾਣੇ ਨੂੰ ਸੰਘਰਸ਼ 'ਚ ਪਿੱਛੇ ਧੱਕ ਦਿੱਤਾ, ਸੰਘਰਸ਼ ਬਹੁਤ ਪਿੱਛੇ ਚੱਲ ਜਾਣਾ। ਸਰਦਾਰ ਜਸਵੀਰ ਸਿੰਘ ਨਸਰਾਲੀ ਐਡਵੋਕੇਟ। ਵਪਾਰਕ ਸੰਦੇਸ਼ ਤੇ ਹੁਣੇ ਲੈਂਦੇ ਆ ਸਰਦਾਰ ਸਰਬਜੀਤ ਸਿੰਘ ਵੇਰਕਾ। ਹੁਣ ਮੇਰੇ ਨਾਲ ਸਰਦਾਰ ਸਰਬਜੀਤ ਸਿੰਘ ਵੇਰਕਾ ਉੱਗੇ ਵਕੀਲ ਜਿਹੜੇ ਜਸਟਿਸ ਬੈਂਸ ਉਹਨਾਂ ਦੀ ਟੀਮ ਦੇ ਵਿੱਚ ਸਰਦਾਰ ਰਾਜਵਿੰਦਰ ਸਿੰਘ ਬੈਂਸ ਉਹਨਾਂ ਦੇ ਨਾਲ ਕੰਮ ਕਰਦੇ ਨੇ। ਉਹਨਾਂ ਦੇ ਨਾਲ ਮੈਂ ਗੱਲ ਕਾਨੂੰਨੀ ਨੁਕਤੇ ਤੋਂ ਕਰਨੀ ਹੈ ਕਿ ਝੰਡਾ ਜਿਹੜਾ ਹੈ ਲਾਲ ਕਿਲ੍ਹੇ 'ਤੇ ਚਲਾਇਆ ਜਾ ਸਕਦਾ ਕਿਸੇ ਧਰਮ ਦਾ ਜਾਂ ਨਹੀਂ। ਉਸ ਤੋਂ ਬਾਅਦ ਜਿਹੜੇ ਮੁੰਡਿਆਂ ਦੀ ਫੜੋ ਫੜੀ ਹੁਣ ਹੋਈ ਹੈ ਉਹਨਾਂ 'ਤੇ ਧਾਰਾ ਕਿਹੜੀ ਲਾਈ ਹੈ ਅਤੇ ਉਹਨਾਂ ਦੀ ਬੰਦ ਖਲਾਸੀ ਜਿਹੜੀ ਅੱਗੇ ਆ ਉਹ ਕਿਵੇਂ ਹੋਣੀ ਹੈ। ਸਰਦਾਰ ਵੇਰਕਾ ਜੀ ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਭਾਈ ਸਾਹਿਬ, ਤੁਸੀਂ ਬੇਨਤੀ ਮੰਨਦੇ ਹੋ ਸਦਾ। ਸਭ ਤੋਂ ਪਹਿਲਾਂ ਕਾਨੂੰਨੀ ਨੁਕਤੇ 'ਤੇ ਮੈਨੂੰ ਸਮਝਾਇਓ ਕਿ ਮੈਂ ਸਰਦਾਰ ਬੈਂਸ ਦੀ ਵੀ ਇੱਕ ਇੰਟਰਵਿਊ ਸੁਣੀ ਹੈ ਕਿ ਸਾਡਾ ਲਾਲ ਕਿਲ੍ਹਾ ਜਿਹੜਾ ਹੈ ਉਹ ਦੇਸ਼ ਦਾ ਹੈ, ਉੱਥੇ ਤਿਰੰਗਾ ਝੂਲਦਾ। ਤਿਰੰਗੇ ਨਾਲ ਕੋਈ ਧਰਮ ਦਾ ਝੰਡਾ ਝੂਲ ਸਕਦਾ ਜਾਂ ਨਹੀਂ? ਬਿਲਕੁਲ ਝੂਲ ਸਕਦਾ ਜੀ। ਜਦੋਂ ਆਪਾਂ ਬਾਰਡਰ ਚਾਈਨਾ ਦੇ ਬਾਰਡਰ ਤੇ ਦੇਖਿਆ ਹੋਊਗਾ ਤਿਰੰਗੇ ਦੇ ਨਾਲ ਜਿਹੜੇ ਨਿਸ਼ਾਨ ਸਾਹਿਬ ਜਿਹੜੇ ਸਾਡੇ ਝੂਲਦੇ ਆ। ਜਦੋਂ ਆਪਾਂ ਪਾਕਿਸਤਾਨ ਦੇ ਬਾਰਡਰ ਤੇ ਦੇਖਦੇ ਉੱਥੇ ਫੌਜੀ ਜਿਹੜੇ ਆ ਨਿਸ਼ਾਨ ਸਾਹਿਬ ਜਿਹੜੇ ਉੱਥੇ ਵੀ ਝੂਲਦੇ ਸਾਡੇ। ਜਿੱਥੇ ਉੱਥੇ ਗ੍ਰਹਿ ਮੰਤਰੀ ਵੀ ਜਾ ਕੇ ਆਏ ਆ, ਡਿਫੈਂਸ ਮਿਨਿਸਟਰ ਵੀ ਜਾ ਕੇ ਆਏ ਆ, ਉੱਥੇ ਇਹਨਾਂ ਨੂੰ ਇਤਰਾਜ਼ ਨਹੀਂ ਗਿਆ। ਔਰ ਦੂਸਰੀ ਗੱਲ ਜਿਹੜੀ ਪਹਿਲਾਂ ਬੈਂਸ ਸਾਹਿਬ ਨੇ ਵੀ ਇੱਕ ਗੱਲ ਕੀਤੀ ਵੀ ਜਿਹੜਾ ਲਾਲ ਕਿਲ੍ਹਾ ਵਾ ਉਹ ਤੁਸੀਂ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ, ਇਹ ਪ੍ਰਾਪਰਟੀ ਜਿਹੜੀ ਆ ਤੁਸੀਂ ਲੀਜ਼ 'ਤੇ ਦੇ ਦਿੱਤੀ। ਫਿਰ ਉਹਦੇ ਬਾਵਜੂਦ ਜੇ ਆਪਾਂ ਤਿਰੰਗੇ ਦੀ ਗੱਲ ਕਰਦੇ, ਤਿਰੰਗੇ ਦਾ ਕਿਸੇ ਨੇ ਅਪਮਾਨ ਨਹੀਂ ਕੀਤਾ, ਕਿਸੇ ਨੇ ਉਹਨੂੰ ਛੇੜਿਆ ਨਹੀਂ, ਕਿਸੇ ਨੇ ਉਤਾਰਿਆ ਨਹੀਂ, ਕਿਸੇ ਨੇ ਉਹਦੀ ਬੇਇੱਜ਼ਤੀ ਨਹੀਂ ਕੀਤੀ। ਨਿਸ਼ਾਨ ਸਾਹਿਬ ਵੱਖਰਾ ਜਿਹੜਾ ਇੱਕ ਪੋਲ ਖਾਲੀ ਸੀ ਉਹਦੇ ਉੱਪਰ ਨਿਸ਼ਾਨ ਸਾਹਿਬ ਜਿਹੜਾ ਲਾਇਆ ਗਿਆ ਵਾ, ਇਹ ਕੋਈ ਖਾਲਿਸਤਾਨ ਦਾ ਝੰਡਾ ਨਹੀਂ, ਇੱਕ ਰਿਲੀਜਨ ਦਾ ਝੰਡਾ ਸੀ, ਇੱਕ ਸਿੱਖਾਂ ਦੀ ਆਇਡੈਂਟੀਟੀ ਜਿਹੜੀ ਆਪਾਂ ਹਰ ਗੁਰਦੁਆਰਾ ਸਾਹਿਬ 'ਚ ਜਿਹੜਾ ਵਾ ਇਹ ਝੰਡਾ ਝੂਲਦਾ ਵਾ। ਇਸ ਕਰਕੇ ਕੋਈ ਵੀ ਨਹੀਂ, ਈਵਨ ਕਿ ਜਿਹੜੀਆਂ FIR ਦਿੱਲੀ ਪੁਲਿਸ ਨੇ ਕੀਤੀਆਂ ਵਾ ਉਹਦੇ ਵਿੱਚ ਵੀ ਕਿਤੇ ਇਹ ਨਹੀਂ ਹੈਗਾ ਵੀ ਜੋ ਇਹ ਝੰਡਾ ਜਿਹੜਾ ਚੜਾਇਆ ਵਾ ਆਪਾਂ ਨਿਸ਼ਾਨ ਸਾਹਿਬ ਵੀ ਇਹਦਾ ਕੋਈ ਫੈਂਸ ਲੱਗਾ ਵਾ। ਇਸ ਕਰਕੇ ਇਹ ਜਿਹੜੀਆਂ ਸਿਰਫ ਪ੍ਰੋਪੋਗੰਡਾ ਵਾ ਇੱਕ ਚੈਨਲਾਂ ਦੇ ਵਿੱਚ, ਇੱਕ ਜਿਹੜਾ ਅੰਦੋਲਨ ਹੈ ਉਹਨੂੰ ਜਿਹੜਾ ਵਾ ਇੱਕ ਬਦਨਾਮ ਕਰਨ ਲਈ। ਅਦਰਵਾਈਜ਼ ਜੇ ਇਹਨਾਂ ਦੇ ਕੋਈ ਬੇਅਦਬੀ ਹੋਈ ਹੁੰਦੀ, ਕੋਈ ਇਹ ਝੰਡੇ ਚੜਾਉਣ ਦਾ ਕੋਈ ਫੈਂਸ ਹੁੰਦਾ ਤੇ ਇਹਨਾਂ ਦੇ ਮੁਕੱਦਮੇ ਜਿਹੜੇ ਮੈਂ ਦਰਜ ਕੀਤੇ 44 FIR ਹੁਣ ਤੱਕ ਦਰਜ ਹੋਈਆਂ ਵਾ, ਉਹਦੇ ਵਿੱਚ ਕਿਤੇ ਵੀ ਨਹੀਂ ਇਹ ਨਿਸ਼ਾਨ ਸਾਹਿਬ ਦੀ ਜਿਹੜੀ ਚੜਾਉਣ ਦੇ ਬਾਰੇ ਜਿਹੜਾ ਕੋਈ ਇਹਦੇ ਬਾਰੇ ਨਹੀਂ ਕੋਈ ਉਹਦੇ ਵਿੱਚ ਇਹਨਾਂ ਨੇ ਫੈਂਸ ਉਹੋ ਜਿਹਾ ਲਾਇਆ ਤੇ ਨਾ ਹੀ ਉਸ ਗੱਲ ਨੂੰ ਇਹਨਾਂ ਨੇ ਇਸ਼ੂ ਬਣਾਇਆ ਵਾ। ਜ਼ਿਆਦਾ ਇਹਨਾਂ ਨੇ ਜਿਹੜੀ ਭੰਨ ਤੋੜ ਹੋਈ ਆ, ਜਿਹੜੇ 307 ਦੇ ਮੁਕੱਦਮੇ ਪੁਲਿਸ ਤੇ ਹਮਲੇ ਹੋਏ ਆ, ਜਿਹੜੀ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਪਹੁੰਚਿਆ ਵਾ, ਜਿਹੜਾ ਬੈਰੀਕੇਡ ਤੋੜੇ ਆ ਤੇ ਜਿਹੜਾ ਇਹਨਾਂ ਨੇ ਉਹਨਾਂ ਦੇ ਨਾਲ ਇਹਨਾਂ ਦੀ ਅੰਡਰਸਟੈਂਡਿੰਗ ਸੀ, ਜੋ ਇਹਨਾਂ ਨੇ ਇੱਕ ਰੂਟ ਤੈਅ ਕੀਤਾ ਸੀ ਉਹਨੂੰ ਜਿਹੜੀ ਤੋੜਿਆ ਇਹਨਾਂ ਨੇ, ਆਪਣੇ ਜਿਹੜੀ ਕੰਪਰੋਮਾਈਜ਼ ਜੋ ਇਹਨਾਂ ਦੀ ਸੈਟਲਮੈਂਟ ਸੀ, ਉਹ ਸਾਰੀਆਂ ਧਾਰਾ ਜਿਹੜੀਆਂ ਉਹ ਫੈਂਸ ਜਿਹੜੇ ਇਹਨਾਂ ਦੇ ਲੱਗੇ ਆ, ਜਾਂ ਅਨਲਾਫੁਲ ਅਸੈਂਬਲੀ ਜਦੋਂ ਆਪਾਂ ਜਿਹੜਾ ਜ਼ਿਆਦਾ ਜਣੇ ਇਕੱਠੇ ਹੋ ਕੇ ਕੋਈ ਕ੍ਰਾਈਮ ਕਰਦੇ ਆ, ਉਹ ਸਾਰੀਆਂ ਉਹ ਹੈਗੀਆਂ। ਔਰ ਦੂਸਰੀ ਜਿਹੜੀ ਸਭ ਤੋਂ ਇੱਥੇ ਕਾਨੂੰਨ ਇਹ ਕਹਿੰਦਾ ਵਾ, ਸੁਪਰੀਮ ਕੋਰਟ ਦੀਆਂ ਜੱਜਮੈਂਟ ਵੀ ਆ DK ਬਾਸੂ ਕੇਸ 'ਚ ਇੱਕ ਹਦਾਇਤਾਂ ਵਾ ਆਲ ਓਵਰ ਇੰਡੀਆ ਦੇ ਸਾਰੇ ਥਾਣਿਆਂ ਨੂੰ ਕਿ ਤੁਸੀਂ ਜਦੋਂ ਕਿਸੇ ਬੰਦੇ ਨੂੰ ਅਰੈਸਟ ਕਰਨਾ ਵਾ, ਕਿਸੇ ਨੂੰ ਚੁੱਕਣਾ, ਉਹਨੂੰ ਇਲੀਗਲ ਹਿਰਾਸਤ 'ਚ ਨਹੀਂ ਰੱਖ ਸਕਦੇ ਹੋ। ਜਦੋਂ FIR ਦਰਜ ਕਰੋ ਫਿਰ ਹੀ ਅਰੈਸਟ ਕਰ ਸਕਦੇ ਜੇ। ਅਰੈਸਟ ਕਰਨ ਤੋਂ ਬਾਅਦ ਤੁਸੀਂ 24 ਘੰਟੇ 'ਚ ਉਹਨੂੰ ਅਦਾਲਤ 'ਚ ਪੇਸ਼ ਕਰਨਾ। ਜਦੋਂ ਤੁਸੀਂ ਅਰੈਸਟ ਕਰਨਾ ਤੇ ਜਿੱਥੋਂ ਅਰੈਸਟ ਕਰਨਾ ਉੱਥੋਂ ਹੀ ਸ਼ੋਅ ਕਰਨਾ ਵਾ ਵੀ ਇੱਥੋਂ ਅਰੈਸਟ ਕੀਤਾ ਵਾ, ਤੇ ਉੱਥੇ ਇੱਕ ਇੰਡੀਪੈਂਡੈਂਟ ਵਿਟਨੈਸ ਜਿਹੜਾ ਵਾ ਉਹਦੇ ਸਾਈਨ ਕਰਾਉਣੇ, ਉਹਦੀ ਜਿਹੜੀ ਫਰਦ ਆਪਾਂ ਬਣਾਉਣੇ ਆ, ਅਰੈਸਟ ਮੀਮੋ ਕਹਿ ਲੈਂਦੇ ਆ, ਉਹਦੇ ਤੇ ਸਾਈਨ ਕਰਾਉਣੇ ਆ। ਤੇ ਇੱਕ ਤੁਸੀਂ ਫਰਦ ਬਣਾਉਣੀ ਹੈ, ਇੱਕ ਜਿਹੜੀ ਇਹ ਮੀਮੋ ਬਣਾਉਣੀ ਆ, ਉਹਦੇ ਵਿੱਚ
ਉਹਦੇ ਪੇਰੈਂਟਸ ਨੂੰ, ਉਹਦੇ ਪਰਿਵਾਰ ਨੂੰ ਇਨਫੋਰਮ ਕਰਨਾ ਵਾ। ਉਹਦੇ ਤੋਂ ਤੁਸੀਂ ਲਿਖਣਾ ਵਾ ਵੀ ਉਹਦੇ ਪਰਿਵਾਰ ਨੂੰ ਫੋਨ ਕੀਤਾ ਵਾ ਜਾਂ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਨੋਟ ਕਰਾ ਕੇ ਉਹਨਾਂ ਦਾ ਤੁਹਾਡਾ ਬੱਚਾ ਜਿਹੜਾ ਜਾਂ ਤੁਹਾਡਾ ਪਰਿਵਾਰ ਦਾ ਮੈਂਬਰ ਜਿਹੜਾ ਉਹ ਅਰੈਸਟ ਕੀਤਾ ਵਾ। ਇਹ ਗਾਈਡਲਾਈਨ ਪੰਜਾਬ ਦੇ ਹਰ ਥਾਣੇ ਦੇ ਬਾਹਰ ਇੱਕ ਬੋਰਡ ਲੱਗਾ ਵਾ। ਪੰਜਾਬ 'ਚ ਪੂਰੇ ਇੰਡੀਆ 'ਚ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਿਹੜੇ ਮਰਜ਼ੀ ਥਾਣੇ 'ਚ ਤੁਸੀਂ ਬਾਹਰ ਵੇਖੋਗੇ ਉੱਥੇ ਇੱਕ ਬੋਰਡ ਲੱਗਾ ਵਾ। ਸੁਪਰੀਮ ਕੋਰਟ ਦੀਆਂ ਡੀਕੇ ਬਾਸੂ ਕੇਸ ਵਿੱਚ ਪੁਲਿਸ ਨੂੰ ਹਦਾਇਤਾਂ ਉੱਪਰ ਹੈਡਿੰਗ ਇਹ ਤੇ ਥੱਲੇ ਹਦਾਇਤਾਂ ਲਿਖੀਆਂ ਸਾਰੀਆਂ। ਉਹਦੇ ਵਿੱਚ ਇਹ ਵੀ ਹੈਗਾ ਵੀ ਤੁਸੀਂ ਹਰ ਜਿਹੜਾ ਬੰਦਾ ਅਰੈਸਟ ਕਰਨਾ ਉਹਦੇ ਪਰਿਵਾਰ ਨੂੰ ਇਨਫੋਰਮੇਸ਼ਨ ਦੇਣੀ ਹੈ। ਪਰ ਦਿੱਲੀ ਪੁਲਿਸ ਨੇ ਵੇਖੋ ਇਹ 2 ਦਿਨ ਤੇ ਅਸੀਂ ਵੇਟ ਕਰਦੇ ਰਹੇ ਵੀ ਇਹ 2 ਦਿਨ 'ਚ ਕੋਈ ਸਾਹਮਣੇ ਗੱਲ ਆਉਣ ਨਹੀਂ ਪਈ। ਉਧਰ ਇੱਕ ਹੈਗਾ ਸੀ ਵੀ ਅਸੀਂ ਡਿਟੇਨ ਕੀਤੇ ਜੀ ਕੁਝ ਬੰਦੇ। ਡਿਟੇਨ ਦਾ ਕੀ ਮਤਲਬ ਹੋ ਗਿਆ? ਇਲੀਗਲ ਡਿਟੈਂਸ਼ਨ ਹੋ ਗਿਆ। ਫਿਰ ਜਦੋਂ ਪਹਿਲਾਂ ਅਸੀਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਵੀ ਉਹ ਇਹਦਾ ਇਸ਼ੂ ਚੁੱਕਣ, ਪਰ ਕੋਈ ਵੀ ਬੰਦਾ ਉਹਨੂੰ ਆਪਣਾ ਪਾਰਟ ਨਹੀਂ ਬਣਾਉਣਾ ਚਾਹੁੰਦਾ ਵੀ ਅਸੀਂ ਆਪਣਾ ਦਾਮਨ ਸਾਫ਼ ਰੱਖੀਏ, ਜਿਹੜੇ ਲੋਕ ਹੈ ਇਹਨਾਂ ਨੂੰ ਇਹਨਾਂ ਦੇ ਹਾਲ ਤੇ ਛੱਡ ਦਈਏ। ਫਿਰ ਬੈਂਸ ਸਾਹਿਬ ਨੇ ਕੀਤੀ ਗੱਲ ਤੇ ਫਿਰ ਅਸੀਂ ਉਹਦੇ ਬਾਰੇ ਇੱਕ ਪਬਲਿਕ ਨੋਟਿਸ ਕੱਢਿਆ ਤੇ ਅਸੀਂ ਖੜੇ ਆ। ਅਸੀਂ ਇਨਫੋਰਮੇਸ਼ਨ ਜਿਹੜੇ ਬੱਚੇ ਗੁੰਮੇ ਪਰ ਲੋਕੀ ਤੁਰੇ ਫਿਰਦੇ ਸਿੰਘੂ ਬਾਰਡਰ, ਟਿਕਰੀ ਬਾਰਡਰ ਤੇ ਲੱਭਦੇ ਫਿਰਦੇ ਸੀ ਆਪਣੇ ਬੱਚਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਜਾਂ ਉਹਨਾਂ ਦੇ ਸੰਗੀ ਸਾਥੀ ਜਿਹੜੇ ਬਾਕੀ ਵਾਪਸ ਆਏ ਸੀ ਉਹ ਲੱਭਦੇ ਫਿਰਦੇ। ਕੋਈ ਉਹਨਾਂ ਨੂੰ ਪੱਲਾ ਨਹੀਂ ਫੜਾਉਂਦਾ। ਕੋਈ ਲੀਡਰ ਕਿਸਾਨ ਯੂਨੀਅਨ ਦਾ ਇਹ ਪਿਆਰ ਨਹੀਂ ਵੀ ਉਹ ਪੁਲਿਸ ਦੇ ਨਾਲ ਗੱਲ ਕਰੇ ਜਾਂ ਲੀਡਰਾਂ ਦੇ ਨਾਲ ਗੱਲ ਕਰਨ ਵੀ ਇਹ ਬੱਚੇ ਕਿੱਥੇ ਹੈਗੇ, ਇਹਨਾਂ ਨੂੰ ਅਦਾਲਤ 'ਚ ਪੇਸ਼ ਕਰੋ। ਫਿਰ ਜਾ ਕੇ ਤੀਸਰੇ ਦਿਨ ਤੋਂ ਜਿਹੜੀ ਇਹ ਪੈਰਵਾਈ ਸ਼ੁਰੂ ਹੋਈ। ਸਾਨੂੰ ਬਹੁਤ ਫੋਨ, ਅਸੀਂ 2 ਦਿਨ ਤੇ ਸਿਰਫ ਫੋਨਾਂ ਦੇ ਰਹੇ ਤੇ ਸਾਨੂੰ ਇੰਨੀ ਇਨਫੋਰਮੇਸ਼ਨ ਆਈ। ਉਸ ਤੋਂ ਬਾਅਦ ਚਲੋ ਦਿੱਲੀ ਕਮੇਟੀ ਵਾਲਿਆਂ ਨੇ ਚੰਗਾ ਕੰਮ ਕੀਤਾ। ਉਹਨਾਂ ਕੋਲ ਸੈਟਅਪ ਵੀ ਹੈਗਾ ਸੀ, ਦਿੱਲੀ 'ਚੋਂ ਬੈਠੇ ਆ, ਉਹਨਾਂ ਕੋਲ ਵਕੀਲਾਂ ਦੀ ਟੀਮ ਵੀ ਕਾਫੀ ਹੈਗੀ ਸੀ, ਚੰਗੇ ਵਕੀਲ ਹੈਗੇ ਸੀ। ਫਿਰ ਫੁਲਕਾ ਸਾਹਿਬ ਨੇ, ਉਹਨਾਂ ਦੀ ਟੀਮ ਨੇ ਕੰਮ ਕੀਤਾ। ਇਸ ਤਰ੍ਹਾਂ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਠੀਕ ਹੋਣ ਲੱਗ ਪਈਆਂ। ਹੁਣ ਇਹਨਾਂ ਵਿੱਚ ਜਿਹੜੇ ਹੁਣ ਜੋ ਇਨਫੋਰਮੇਸ਼ਨ ਅਸੀਂ ਇਕੱਠੀ ਕੀਤੀ ਪਿਛਲੇ 3-4 ਦਿਨਾਂ ਤੋਂ, ਉਹਦੇ ਵਿੱਚ ਇਹੋ ਹੀ ਹੈ ਵੀ ਜ਼ਿਆਦਾਤਰ ਲੋਕ ਉਹ ਫੜੇ ਗਏ ਆ ਜਿਹੜੇ ਬਾਰਡਰ ਤੇ ਵਾਪਸ ਪਰੇਡ ਤੋਂ ਬਾਅਦ 'ਚ ਜਿਹੜੀ ਹੈ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਜਾਂ ਗਾਜ਼ੀਆਬਾਦ ਬਾਰਡਰ ਤੇ ਵਾਪਸ ਆ ਗਏ। ਤੇ ਜਦੋਂ ਉਹਨਾਂ ਦੇ ਸਾਥੀ ਨਾਲ ਨਹੀਂ ਆਏ ਤੇ ਉਹਨਾਂ ਨੂੰ ਵੇਖਣ ਲਈ ਦੁਬਾਰਾ ਦਿੱਲੀ ਐਂਟਰ ਕੀਤੇ ਆਪਣੀਆਂ ਕਾਰਾਂ ਤੇ ਗੱਡੀਆਂ ਤੇ। ਉਧਰ ਨੂੰ ਜਦੋਂ ਗਏ ਤੇ ਪੁਲਿਸ ਨੇ ਜਿਹੜਾ ਗਿਆ ਉਹਨੂੰ ਉੱਥੇ ਬਿਠਾ ਲਏ। ਜੇ ਉਹ ਥਾਣੇ 'ਚ ਗਏ ਉਹਨਾਂ ਨੂੰ ਥਾਣੇ ਵਿੱਚ ਬਿਠਾ ਲਿਆ। ਜੇ ਰਸਤੇ 'ਚ ਕਿਤੇ ਜਾਣਦੇ ਕਿਉਂਕਿ ਸਾਰੀਆਂ ਗੱਡੀਆਂ ਤੇ ਝੰਡੇ ਲੱਗੇ ਸੀ ਅੱਗੇ ਕਿਸਾਨਾਂ ਦੇ, ਜਿੰਨੀਆਂ ਵੀ ਪ੍ਰਾਈਵੇਟ ਕਾਰਾਂ ਸੀ ਆਪਣੀਆਂ, ਜਿਹੜੇ ਵੀ ਆਪਣੇ ਉੱਥੇ ਪ੍ਰੋਟੈਸਟ 'ਚ ਗਏ ਸੀ ਉਹਨਾਂ ਦੀਆਂ ਕਾਰਾਂ, ਪੁਲਿਸ ਜਿਹੜੇ ਦੀ ਵੀ ਗੱਡੀ ਜਿਹੜੇ ਉੱਥੇ ਉਹਨਾਂ ਨੂੰ ਮਿਲ ਪਏ ਆ ਸੜਕ ਤੇ ਜਾਂ ਜਿਹੜੇ ਥਾਣੇ 'ਚ ਗਏ ਉਹਨਾਂ ਸਾਰਿਆਂ ਨੂੰ ਫੜ ਕੇ ਜਿਹੜਾ ਇਹਨਾਂ ਨੇ ਬਿਠਾ ਲਿਆ। ਇੱਕ ਜਿਹੜਾ ਕੇਸ ਆਇਆ, ਇੱਕ ਮਨਾਕਸ਼ੀ ਤੇ ਗਗਨ ਤੇ ਮਨਪ੍ਰੀਤ 3 ਕੁੜੀਆਂ ਵਾ, ਇਹਨਾਂ ਤਿੰਨਾਂ ਨਾਲ ਸਾਡੀ ਗੱਲ ਹੋਈ ਹੈ ਤੇ ਉਹਨਾਂ ਦੇ ਨਾਲ ਦੇ ਕੋਈ ਬੰਦੇ ਟਿਕਰੀ ਬਾਰਡਰ ਤੇ ਹੀ ਸਾਰੇ ਤੇ ਇਹਨਾਂ ਦੇ ਕਾਫੀ ਜਿਹੜੇ ਉੱਥੇ ਨਾਲ ਬੰਦੇ ਸੀ ਇਹਨਾਂ ਦੇ ਤੇ ਉਹ ਉੱਥੇ ਰਹਿ ਗਏ ਪਿੱਛੇ। ਇਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਕਿੱਥੇ ਗਏ। ਤੇ 26 ਤਰੀਕ ਨੂੰ ਰਾਤ 12 ਵਜੇ ਤੋਂ ਬਾਅਦ 'ਚ ਉੱਥੋਂ ਜਾ ਕੇ ਇਹਨਾਂ ਨੇ ਥਾਣੇ ਚੱਲ ਗਏ ਵੀ ਸਾਡਾ ਜਿਹੜਾ ਵਾ ਵੀ ਉਹ ਕਿੱਥੇ ਗਏ ਹੈ, ਕਿਤੇ ਥਾਣੇ ਤੇ ਨਹੀਂ ਬਿਠਾਏ। ਤੇ ਉਹ ਆਂਦੇ ਵੀ ਅਸੀਂ 19 ਜਾਣੇ ਹਾਂ, 19 ਦੇ ਵਿੱਚੋਂ 12 ਜਾਣੇ ਪੁਲਿਸ ਨੇ ਜਿਹੜੇ ਅੰਦਰ ਹੀ ਬਿਠਾ ਲਏ ਤੇ ਕੁੜੀਆਂ ਨੂੰ ਦਬਕਾ ਮਾਰਿਆ ਵੀ ਤੁਸੀਂ ਇੱਥੋਂ ਭੱਜੋ। ਤੇ 4 ਜਿਹੜੇ ਇਹਨਾਂ ਦੇ ਨਾਲ ਦੇ ਜਿਹੜੇ ਵਿਅਕਤੀ ਸੀ, ਜਿਹੜੇ ਕਿਸਾਨ ਪ੍ਰੋਟੈਸਟਰ ਸੀ, ਉਹ ਬਾਹਰ ਖੜੇ ਸੀ ਥਾਣੇ ਦੇ। 4 ਬਾਹਰੋਂ ਬਾਹਰ ਭੱਜ ਗਏ, 3 ਲੜਕੀਆਂ ਬਾਹਰ ਆ ਗਈਆਂ ਤੇ 12 ਜਾਣਿਆਂ ਨੂੰ ਅੰਦਰੇ ਬਿਠਾ ਲਿਆ ਤੇ 12 ਦੇ 12 ਤੇ ਕੇਸ ਪਾ ਦਿੱਤਾ ਜਦੋਂ ਕਿ ਉਹ ਸਿਰਫ ਪਤਾ ਕਰਨ ਗਏ ਸੀ ਵੀ ਕਿੱਥੇ ਗਏ। ਇਸੇ ਤਰ੍ਹਾਂ ਅੱਜ ਇੱਕ ਕੇਸ ਜਿਹੜਾ ਉਹ ਆਇਆ ਜਿਹੜਾ ਉੱਤਰਾਖੰਡ ਦਾ ਸੀ, ਬਲਜੀਤ ਸਿੰਘ, ਉਹ ਜਦੋਂ ਗਾਜ਼ੀਆਬਾਦ ਬਾਰਡਰ ਤੋਂ ਚੱਲੇ ਆ ਸਵੇਰੇ ਤੇ ਉਹਨੂੰ 12 ਵਜੇ ਹੀ ਉਹ ਰਸਤਾ ਭੁੱਲ ਗਿਆ ਤੇ ਉਹ ਦੂਜੇ ਰਸਤੇ ਚੱਲ ਗਿਆ। ਉੱਥੇ ਪੁਲਿਸ ਨੇ ਉਹਨੂੰ ਫੜ ਕੇ ਬਿਠਾ ਲਿਆ। ਉਹਦੇ ਰਿਸ਼ਤੇ ਜਿਹੜੇ ਨਾਲ ਕਹੇ ਸੀ ਉਹ ਥਾਣੇ ਜਾ ਕੇ ਪੈਰਵੀ ਕਰਦੇ ਰਹੇ। ਫਿਰ ਮੁੰਸ਼ੀ ਦੇ WhatsApp ਨੰਬਰ ਤੇ ID ਪ੍ਰੂਫ ਭੇਜਿਆ ਵਾ। ਉਹਨੇ ਕਿਹਾ ID ਪ੍ਰੂਫ ਭੇਜ ਦਿਓ, ਮੈਂ ਇਹਨੂੰ ਛੱਡ ਦਿੰਦਾ ਵਾ। ਉਹ ID ਪ੍ਰੂਫ ਭੇਜਿਆ ਦੂਜੇ ਨੇ ਤੇ ਉਹ ਵੀ ਸਾਰਾ ਐਵੀਡੈਂਸ ਇਕੱਠਾ ਹੋਇਆ ਵਾ। ਉਹਦੇ ਬਾਵਜੂਦ ਉਹਨੂੰ ਛੱਡਣ ਦੀ ਜਗ੍ਹਾ ਰਾਤ ਨੂੰ 11:53 ਤੇ ਉਹ ਕੇਸ 'ਚ FIR ਦਰਜ ਕਰਕੇ ਤੇ ਉਹਨੂੰ ਅਗਲੇ ਦਿਨ ਅਰੈਸਟ ਉਹਦੀ ਪਾ ਦਿੱਤੀ ਗਈ। ਪਹਿਲਾਂ ਉਹਨੂੰ ਇਲੀਗਲ ਕਿੰਨੇ ਘੰਟੇ ਰੱਖਿਆ। ਸਾਰੇ ਕੇਸਾਂ 'ਚ ਇਸੇ ਤਰ੍ਹਾਂ ਹੀ ਆ। ਫਿਰ ਸਾਰੇ ਥਾਣਿਆਂ ਦੇ ਵਿੱਚ CCTV ਕੈਮਰੇ ਲੱਗੇ ਆ। ਹੁਣ ਅਸੀਂ ਅੱਜ ਹੀ ਬੇਨਤੀ ਕੀਤੀ ਹੈ, ਜਿਹੜੇ ਵਕੀਲਾਂ ਦੀ ਟੀਮ ਉੱਥੇ ਕਰ ਰਹੀ, ਅਸੀਂ ਵੀ ਉਹਦਾ ਪਾਰਟ ਹੈ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜੇ ਆ ਨਾ ਜਿੰਨੇ ਥਾਣਿਆਂ 'ਚ ਮੁਕੱਦਮੇ ਦਰਜ ਹੋਏ ਆ ਉੱਥੇ ਆਪਾਂ ਉਹਨਾਂ ਦੀਆਂ CCTV ਜਿਹੜੀ ਕੈਮਰੇ ਉਹਨਾਂ ਦੀਆਂ ਵੀਡੀਓ ਜਿਹੜੀਆਂ ਉਹ ਪ੍ਰੀਜ਼ਰਵ ਕਰਾਉਣੀਆਂ ਚਾਹੀਦੀਆਂ। ਹੁਣ ਇਸ ਵੇਲੇ 2 ਕੰਮ ਹੈਗੇ ਸਾਡੇ ਕੋਲ ਜਿਹੜੇ ਵਕੀਲਾਂ ਨੂੰ ਕਰਨੇ ਚਾਹੀਦੇ ਆ, ਦਿੱਲੀ ਕਮੇਟੀ ਦੇ ਵਕੀਲਾਂ ਨੂੰ ਜਾਂ ਜਿਹੜਾ ਵੀ ਇਹਦੇ 'ਚ ਪੈਰਵਾਈ ਕਰਦਾ। ਤੇ ਆਪਾਂ ਨੂੰ ਜਿਹੜਾ ਸਾਇੰਟੀਫਿਕ ਐਵੀਡੈਂਸ ਆ ਉਹ ਥੋੜੇ ਦਿਨ ਹੀ ਹੁੰਦਾ। ਜਿਹੜੇ CCTV 'ਚ 10 ਜਾਂ 15 ਦਿਨਾਂ ਬਾਅਦ ਆਟੋਮੈਟਿਕਲੀ ਇਹ ਸਾਰੀਆਂ ਐਵੀਡੈਂਸ ਡਿਲੀਟ ਹੋ ਜਾਣੀਆਂ। ਤੇ ਸਾਨੂੰ ਇਹ ਹੈਗਾ ਵੀ ਆਪਾਂ ਇਹਨਾਂ ਨੂੰ ਸਿਰਫ ਜ਼ਮਾਨਤਾਂ ਨਹੀਂ ਦਿਵਾਉਣੀਆਂ, ਇਹਨਾਂ ਨੂੰ ਬਰੀ ਵੀ ਕਰਾਉਣਾ ਤੇ ਗਾਂ ਜਿਹੜੇ ਨਜਾਇਜ਼ ਕੇਸ ਪਾਏ ਇਹਨਾਂ ਨੂੰ ਕੰਪਨਸੇਸ਼ਨ ਵੀ ਦਿਵਾਏ ਜਾਣ। ਕਿਉਂਕਿ ਇਹ ਅੱਜ ਸਿਰਫ ਜ਼ਮਾਨਤ ਤੱਕ ਸੀਮਿਤ ਨਹੀਂ, ਇਹਨਾਂ ਲੋਕਾਂ ਨੂੰ 4, 5, 7 ਸਾਲ ਜਿਹੜਾ ਤਰੀਕਾਂ ਵੀ ਭੁਗਤਣੀਆਂ ਪੈਣੀਆਂ ਦਿੱਲੀ ਜਾ ਕੇ। ਤੇ ਇਹ ਬੜੀ ਵੱਡੀ ਹਰਾਸਮੈਂਟ ਹੋਣੀ ਆ। ਅੱਜ ਤੇ ਉੱਥੇ ਅੰਦੋਲਨ ਚੱਲਣ ਦਿਆ। ਪਰਮਾਤਮਾ ਕਰੇ ਵੀ ਕੱਲ ਹੀ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਉੱਥੇ ਆਪਣਾ ਸਾਰਾ ਵਾਪਸ ਆਉਣ, ਆਪਣੇ ਪਰਿਵਾਰਾਂ 'ਚ
ਆ ਕੇ ਵਾਪਸ ਆਪਣੀ ਜ਼ਿੰਦਗੀ ਅਗਲੀ ਬਸਰ ਕਰਨ। ਤੇ ਪਰ ਜਿਹੜੇ ਜਿਨ੍ਹਾਂ ਤੇ ਕੇਸ ਪੈ ਗਏ, ਮੈਨੂੰ ਲੱਗਦਾ ਵੀ ਇਹ ਗਿਣਤੀ ਜਿਹੜੀ ਹੈ ਕਰੀਬ 1000 ਤੱਕ ਜਾਊਗੀ, ਜਿਸ ਤਰ੍ਹਾਂ ਦਾ ਉਹਨਾਂ ਦਾ ਪ੍ਰੋਸੈਸ ਦਿੱਲੀ ਪੁਲਿਸ ਦਾ ਚੱਲਣ ਰਿਹਾ ਵਾ। ਵਿਰਕਾ ਸਾਹਿਬ ਮਾੜਾ ਜਿਹਾ ਵੇਟ ਕਰਿਓ, ਮੈਂ ਟਾਪ ਆਫ ਦਾ ਆਵਰ ਨਿਊਜ਼ ਚਲਾ ਦੇਵਾਂ। ਤੁਹਾਡੇ 10 ਮਿੰਟ ਮੈਨੂੰ ਹੋਰ ਚਾਹੀਦੇ ਨੇ, ਕਿਉਂਕਿ ਬਹੁਤ ਜਿਹੜੀ ਇਨਫੋਰਮੇਸ਼ਨ ਪੋਰ ਹੋ ਰਹੀ ਹੈ ਬਾਹਰ, ਅਸੀਂ ਦੂਰ ਬੈਠਿਆਂ ਨੂੰ ਸਾਨੂੰ ਪਤਾ ਨਹੀਂ ਲੱਗਦਾ। ਪਲੀਜ਼ ਮੈਨੂੰ 10 ਮਿੰਟ ਹੋਰ ਦਿਓ, ਹੁਣੇ ਵਾਪਸ ਆਉਣਾ ਮੈਂ। ਮੇਰੇ ਨਾਲ ਉੱਘੇ ਵਕੀਲ ਸਰਦਾਰ ਸਰਬਜੀਤ ਸਿੰਘ ਵੇਰਕਾ ਨੇ, ਜਿਹੜੇ ਦੱਸ ਰਹੇ ਨੇ ਦਿੱਲੀ 'ਚ ਕੀ ਹੋਇਆ, ਗਿਣਤੀ 1000 ਤੱਕ ਪਹੁੰਚ ਸਕਦੀ ਹੈ। ਅੱਛਾ ਵੇਰਕਾ ਸਾਹਿਬ, 78 ਤੋਂ ਲੈ ਕੇ 92-93 ਦਾ ਸਮਾਂ ਲੋਕਾਂ ਨੂੰ ਯਾਦ ਹੈ। ਚਲੋ ਇਸ ਨੂੰ ਉਸ ਸੰਘਰਸ਼ ਨਾਲ ਇਹਦੀ ਗੱਲ ਤਾਂ ਨਹੀਂ ਕਰ ਸਕਦੇ, ਪਰ ਹਿਰਾਸਤਾਂ ਦੇ ਵਿੱਚ ਜਦ ਜ਼ਿੰਦਗੀ ਜਾਂਦੀ ਹੈ ਤਾਂ ਉਹ ਫਿਰ ਜਿਹੜੇ ਹਿਰਾਸਤ 'ਚ ਰਹਿ ਜਾਂਦੇ ਨੇ, ਅੰਦਰ ਰਹਿ ਜਾਂਦੇ ਨੇ, ਉਹ ਅੰਦਰ ਰਹਿ ਜਾਂਦੇ ਨੇ, ਬਾਹਰਲੇ ਬਾਹਰ ਆ ਜਾਂਦੇ ਨੇ। ਮਨੁੱਖੀ ਸੁਭਾਅ, ਮੈਂ ਇਹਨੂੰ ਇਹ ਨਹੀਂ ਕਹਿੰਦਾ ਵੀ ਦਿਲ ਦੇ ਮਾੜੇ ਨੇ ਲੋਕ, ਪਰ ਆਪਣੇ ਕੰਮਾਂ ਧੰਦਿਆਂ 'ਚ ਇੰਨੇ ਬਿਜ਼ੀ ਹੋ ਜਾਂਦੇ ਨੇ। ਤੇ ਤੁਸੀਂ ਐਜ਼ ਏ ਵਕੀਲ ਜਾਂਦੇ ਰਹੇ ਨੇ ਉਹ ਸਾਰੀਆਂ ਤਰੀਕਾਂ ਤੇ, ਘਰ ਦੇ ਜੀਅ ਵੀ ਨਹੀਂ ਆਉਂਦੇ, ਇਹੋ ਜਿਹਾ ਸਮਾਂ ਆ ਜਾਂਦਾ। ਹੁਣ ਜਿਹੜੇ ਇਹ ਮੁੰਡੇ ਫੜੇ ਨੇ ਜਿਨ੍ਹਾਂ ਦੀ ਗਿਣਤੀ ਵੱਧ ਸਕਦੀ ਹੈ, ਤੇ ਨਾਲ ਇੱਕ ਜ਼ੁਲਮ ਦੀ ਦਾਸਤਾਨ ਜਿਹੜੀ ਮੁੰਡੇ ਰਣਜੀਤ ਸਿੰਘ ਤੇ ਕਾਜ਼ਮਪੁਰ ਵਾਲੇ ਤੇ ਨਵਾਂ ਸ਼ਹਿਰ ਵਾਲੇ ਤੇ, ਕਿਵੇਂ ਉਹਦੀ ਗਰਦਨ ਤੇ ਬੂਟ ਦਈ ਬੈਠਾ ਦਿੱਲੀ ਦਾ ਇੱਕ ਪੁਲਿਸ ਅਫਸਰ, ਕੁੱਟਿਆ ਜਾਂਦਾ ਉਹਨੂੰ। ਇੱਕ ਦੋ ਹੋਰ ਨੌਜਵਾਨ ਪਏ ਨੇ ਜਿਨ੍ਹਾਂ ਨੂੰ ਗਾਲਾਂ ਕੱਢ ਕੇ ਪੁਲਿਸ ਦਾ ਦਿੱਲੀ ਦਾ ਅਫੀਸਰ ਇੱਕ ਕਹਿੰਦਾ ਤੁਸੀਂ ਮੰਨੇ ਨਹੀਂ, ਹਲੇ ਵੀ ਝੂਠ ਬੋਲ ਰਹੇ ਨੇ। ਉਹ ਦੋ ਪਤਾ ਨਹੀਂ ਕੌਣ ਨੇ, ਲੱਤਾਂ ਗੋਡਿਆਂ ਤੋਂ ਥੱਲੇ ਉਹਨਾਂ ਦਾ ਖੂਨ ਵਗਦਾ ਹੈ। ਸੋ ਇਹ ਜਿਹੜੀ ਤਸ਼ੱਦਦ ਹੈ, ਤੇ ਇੱਕ ਜਗ੍ਹਾ ਦਿੱਲੀ ਪੁਲਿਸ ਆ ਜਿਹੜੀ ਉਹ ਕੈਮਰੇ ਭੰਨ ਰਹੀ ਹੈ, ਸਿਕਿਉਰਿਟੀ ਕੈਮਰੇ। ਸੋ ਇਹਦੇ ਚੱਲਦਿਆਂ ਵਕੀਲਾਂ ਦੀ ਟੀਮ ਤੁਸੀਂ ਹੋ ਗਏ, ਤੁਹਾਡਾ ਨਾਂ ਹੈ ਸਰਦਾਰ ਰਜਿੰਦਰ ਸਿੰਘ ਦਾ, ਜਸਟਿਸ ਬੈਂਸ ਦਾ, ਹੋਰ ਇੱਕ ਟੀਮ ਨਵਕਿਰਨ ਸਿੰਘ ਉਹਨਾਂ ਦੇ ਨਾਲ ਲੱਗੀ ਹੋਈ ਆ, ਉਹਨਾਂ ਦੇ ਵੀ ਨਾਂ ਆ ਰਹੇ ਨੇ। ਲੋਕ ਬਾਹਰ ਬੈਠਿਆਂ ਨੂੰ ਤੁਸੀਂ ਇਹਦੇ ਬਾਰੇ ਸਮਝਾਓ ਕਿ ਅਸੀਂ ਕੀ ਕਰ ਸਕਦੇ ਹਾਂ, ਬਾਹਰ ਕੀ ਕਰ ਸਕਦੇ ਹਾਂ, ਤੇ ਜਿਹੜੇ ਜ਼ੁਲਮ ਹੋਏ ਨੇ ਬੰਦਿਆਂ ਤੇ, ਜਿਨ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ, ਉਹ ਦੁਖੀ ਕਰ ਰਹੀ ਹੈ, ਉਹਨਾਂ ਦੇ ਬਾਰੇ ਵੀ ਜੇ ਜਾਣਕਾਰੀ ਹੋਵੇ ਜ਼ਰੂਰ ਦਿਓ ਜੀ। ਦੇਖੋ ਹੁਣ ਤੱਕ ਜਿਹੜੀ ਜਾਣਕਾਰੀ, ਉਹ 44 ਕੇਸ ਪੁਲਿਸ ਨੇ ਅੱਜ ਤੱਕ ਜਿਹੜੇ ਦਰਜ ਕੀਤੇ ਆ, 44 ਤੇ 125 ਹੋ ਗਏ, 125 ਦੇ ਕਰੀਬ ਜਿਹੜੇ ਉਹਨਾਂ ਨੇ ਨੌਜਵਾਨ ਜਿਹੜੀ ਅਰੈਸਟ ਉਹਨਾਂ ਦੀ ਪਾਤੀ ਹੈ। 50 ਦੇ ਕਰੀਬ ਸਾਡੀ ਜੋ ਜਾਣਕਾਰੀ ਹੈ, ਜੋ ਸਾਡੇ ਕੋਲ ਇਨਫੋਰਮੇਸ਼ਨ ਪਰਿਵਾਰਾਂ ਨੇ ਕੰਡਕਟ ਕੀਤਾ, 50 ਦੇ ਕਰੀਬ ਇਹਨਾਂ ਕੋਲ ਨੌਜਵਾਨ ਹਾਲੇ ਇਲੀਗਲ ਡਿਟੈਂਸ਼ਨ 'ਚ ਹੈਗੇ, ਜਿਨ੍ਹਾਂ ਦੀ ਅਰੈਸਟ ਇੱਕ ਅੱਧੇ ਦਿਨ 'ਚ ਪਾ ਦੇਣਗੇ। ਔਰ ਦੂਸਰਾ ਜਿਹੜਾ ਪੁਲਿਸ ਨੇ ਅੱਗੇ ਜਿਹੜੇ ਟਰੈਕਟਰ ਆ ਜਾਂ ਕਾਰਾਂ ਵਾ, ਉਹਨਾਂ ਦੇ ਨੰਬਰਾਂ ਤੋਂ ਇਹ ਉਹਨਾਂ ਦੇ ਓਨਰ ਦੀ ਜਿਹੜੀ ਆ, ਉਹਨਾਂ ਦੇ ਮਾਲਕਾਂ ਨੂੰ ਟਰੇਸ ਕਰਕੇ ਤੇ ਇਹ ਅੱਗੇ ਉਹਨਾਂ ਨੂੰ ਨਾਮਜ਼ਦ ਕਰਨ ਦੇ ਤਾਕ 'ਚ ਹੈਗੇ ਆ ਵੀ ਉਹਨਾਂ ਨੂੰ ਹੋਰ ਅਸੀਂ ਲੋਕਾਂ ਨੂੰ ਇਨਵੋਲਵ ਇਹਦੇ 'ਚ ਕਰਨਾ ਵਾ, ਜਿਹੜੇ ਟਰੈਕਟਰਾਂ ਦੇ ਮਾਲਕ ਆ, ਜਾਂ ਜਿਹੜੀ ਇਹਨਾਂ ਨੇ 1200 ਦੇ ਕਰੀਬ ਜਿਹੜੀ ਆ CCTV ਜਾਂ ਜਿਹੜੀਆਂ ਮੋਬਾਈਲ ਤੇ ਕਲਿੱਪ ਬਣੀਆਂ ਵਾ, ਉਹ ਇਹਨਾਂ ਨੇ ਕਲੈਕਟ ਕੀਤੀਆਂ ਵਾ। ਉਹਦੇ ਤੋਂ ਇਹ ਆਇਡੈਂਟੀਫਾਈ ਕਰਨ ਦੇ ਕੁਝ ਬੰਦੇ ਜਿਹੜੇ ਵਿੱਚੋਂ ਇਹਨਾਂ ਦੀ ਹੈਲਪ ਵੀ ਕਰਨ ਦੇ ਆ, ਜਿਹੜੇ ਇੱਥੇ ਬਾਰਡਰ ਤੇ ਇਹਨਾਂ ਨੇ ਆਪਣੇ ਜਸੂਈਏ ਜਾਂ ਜਸੂਸੀ ਜਿਹੜੇ ਕਰਨ ਲਈ ਬਿਠਾਏ ਹੋਣਗੇ, ਉਹਨਾਂ ਤੋਂ ਆਇਡੈਂਟੀਫਾਈ ਕਰਾਉਂਦੇ। ਈਵਨ ਕਿ ਪਿੱਛੇ ਜੇ ਜਿਹੜਾ 2 ਦਿਨ ਪਹਿਲਾਂ ਇੱਕ ਮੁੰਡਾ ਚੁੱਕਿਆ ਵਾ, ਉਹ ਇੱਥੇ ਲੰਗਰ ਦੀ ਸੇਵਾ ਕਰਦਾ ਸੀ, ਤੇ ਉਹ ਲੰਗਰ ਦੀ ਸੇਵਾ ਕਰਨ ਵਾਲਾ ਹਾਲੇ ਕੋਈ 26 ਦੀ ਗੱਲ ਨਹੀਂ, ਉਹ 27 ਤਰੀਕ ਨੂੰ ਵੀ ਸੇਵਾ ਕਰਦੇ ਆ। ਉਹਦੀ ਆਪਣੇ ਪਰਿਵਾਰ ਨਾਲ ਗੱਲ ਹੋਈ ਹੈ, ਤੇ ਉਹਦੇ ਤੋਂ ਬਾਵਜੂਦ ਵੀ ਉਹ ਹਸਨਪੁਰ ਦਾ ਲੰਗਰ ਉੱਥੇ ਬੋਰਡ ਲੱਗਾ ਵਾ, ਉੱਥੇ ਉਹ ਸੇਵਾ ਕਰਦਾ ਸੀ। ਉਹਦੇ ਬਾਵਜੂਦ ਉਹਦੀ ਤੀਜੇ ਦਿਨ ਜਾ ਕੇ ਜਿਹੜੀ ਉੱਥੋਂ ਉਹਨੂੰ ਪਤਾ ਹੀ ਨਹੀਂ ਲੱਗਾ ਕਿਸੇ ਨੂੰ ਵੀ ਕਿਸ ਤਰ੍ਹਾਂ ਉਹਦੀ ਅਰੈਸਟ ਪਈ, ਕਿਵੇਂ ਉਹਨੂੰ ਚੁੱਕ ਕੇ ਲੈ ਗਏ ਆ। ਇਹ ਸਾਰੀਆਂ ਗੱਲਾਂ ਨਾਲ ਲੱਗਦਾ ਵੀ ਅੱਗੇ ਜਾ ਕੇ ਗਿਣਤੀ ਕਾਫੀ, ਕਿਉਂਕਿ ਅਸੀਂ ਜਿੱਦਣ ਪਹਿਲੇ ਦਿਨ ਇਹ ਗੱਲ ਸ਼ੁਰੂ ਕੀਤੀ, ਇਹ ਸਾਨੂੰ 400 ਦਾ ਇਹ ਫਿਗਰ ਕਿਹਾ ਸੀ, ਪਰ ਸਾਰੇ ਜਾਣੇ ਉਹ ਹੈਰਾਨ ਸੀ ਵੀ ਨਹੀਂ 400 ਦਾ ਕਿਵੇਂ ਇਹ ਗੱਲ ਹੋ ਸਕਦੀ ਹੈ। ਤੇ ਜਿਹੜਾ ਇੱਕ ਵਕੀਲਾਂ ਦੀ ਗੱਲ ਕਰ ਲਈਏ, ਲੋਕੀ ਇੱਥੇ ਕਮਿਟਡ ਆ, ਉੱਥੇ ਕਰਨਾ ਚਾਹੁੰਦੇ ਸੇਵਾ, ਵੀ ਹਰ ਇੱਕ ਬੰਦਾ ਇੱਥੇ ਜਿਹੜਾ ਫ੍ਰੀ ਆਫ ਕਾਸਟ ਜਿਹੜਾ ਵਾ ਉਹ ਕਰਨਾ ਚਾਹੁੰਦਾ ਵਾ ਉੱਥੇ ਕੰਮ। ਤੇ ਪਰ ਜਿਹੜੇ ਬਾਹਰ ਵਾਲੇ ਜਿਹੜੇ ਪ੍ਰੇਮ ਪਿਆਰ ਰੱਖਦੇ ਪੰਜਾਬ ਦੇ ਨਾਲ, ਜਿਨ੍ਹਾਂ ਦੀ ਇੱਥੇ ਮੈਂ ਵੇਖਿਆ ਵੀ ਬਹੁਤ ਦੁਨੀਆ ਜਿਹੜੀ ਉਹ ਰਾਤ ਨੂੰ ਵੀ ਜਾ ਕੇ ਇੱਥੇ ਉਹਨਾਂ ਨੇ ਇੰਟਰਸਟ ਲਿਆ ਵਾ। 26 ਜਨਵਰੀ ਨੂੰ ਮੈਂ ਹੈਰਾਨ ਹਾਂ ਵੀ ਲੋਕਾਂ ਨੇ ਗਣਤੰਤਰ ਦਿਵਸ ਦੀ ਪਰੇਡ ਜਿਹੜੀ ਆ ਉਹਨੂੰ ਨਹੀਂ ਕੋਈ ਵਾਚ ਕਰਨ ਦਿਆ। ਕਿਸਾਨਾਂ ਦੀ ਪਰੇਡ ਜਿਹੜੀ ਹੈ ਉਹ ਵੇਖਣ ਲਈ ਹਰ ਇੱਕ ਦੁਨੀਆ ਦੇ ਵਰਤ ਸਾਰੇ ਇਹੋ ਹੀ ਇੱਕ ਬੜਾ ਉਹਨਾਂ 'ਚ ਉਤਸ਼ਾਹ ਸੀ। ਪਰ ਹੁਣ ਜਾ ਕੇ ਸਾਨੂੰ ਲੱਗਦਾ ਵੀ ਕਿਤੇ ਜਿਵੇਂ ਹਮੇਸ਼ਾ ਹੁੰਦਾ, ਆਪਾਂ ਖਾੜਕੂਵਾਦ 'ਚ ਵੀ ਵੇਖਿਆ ਵਾ ਤੇ ਬਾਹਰ ਵਾਲੇ ਜਦੋਂ ਆ ਉਹ ਉਹਨਾਂ ਦਾ ਪੂਰਾ ਦਿਲੋਂ ਪਿਆਰ ਕਰਦੇ ਲੋਕਾਂ ਦੇ ਨਾਲ, ਤੇ ਉਹ ਚਾਹੁੰਦੇ ਵੀ ਪੰਜਾਬ ਸਾਡੇ ਇਨਸਾਫ ਮਿਲੇ। ਤੇ ਹੁਣ ਇੱਕ ਨਵੀਂ ਗੱਲ ਸ਼ੁਰੂ ਹੋ ਗਈ, ਜਿਵੇਂ ਮੈਨੂੰ ਕਈ ਜਣਿਆਂ ਦੇ ਫੋਨ ਆਏ ਕੈਨੇਡਾ ਤੋਂ, ਅਮਰੀਕਾ ਤੋਂ, ਯੂਰਪ ਤੋਂ, ਵੀ ਅਸੀਂ ਜਿਹੜਾ ਮਦਦ ਕਰਨੀ ਚਾਹੁੰਦੇ ਹਾਂ ਵੀ ਜਿਹੜੀ ਲੀਗਲ ਇਹ ਜਿਹੜੇ ਪ੍ਰੋਸੀਡਿੰਗ ਚੱਲਣੀਆਂ ਇਹਦੇ ਵਿੱਚ ਅਸੀਂ ਫੀਸਾਂ ਖਰਚਣੀਆਂ ਚਾਹੁੰਦੇ ਹਾਂ, ਤੇ ਜਿਹੜੇ ਵਕੀਲ ਆ ਇਹਨਾਂ ਦਾ ਖਰਚਾ ਅਸੀਂ ਸਾਰਾ ਉਠਾਉਣਾ ਚਾਹੁੰਦੇ ਹਾਂ। ਮੈਨੂੰ ਕਈ ਜਣਿਆਂ ਨੇ ਕਿਹਾ ਵੀ ਦੱਸੋ ਤੁਸੀਂ, ਪਰ ਇੱਕੋ ਹੀ ਮੈਂ ਬੇਨਤੀ ਕਰਦਾ ਵੀ ਇੱਥੇ ਸਾਰੇ ਜਣੇ ਕੋਈ ਦਿੱਲੀ ਕਮੇਟੀ ਦੇ ਵਕੀਲ ਹੈਗੇ ਆ,
ਫੁਲਕਾ ਸਾਹਿਬ ਦੀ ਟੀਮ ਹੈਗੀ, ਅਸੀਂ ਲੱਗੇ ਆ। ਕਿਸੇ ਨੂੰ ਪੈਸਿਆਂ ਦੀ ਲੋੜ ਨਹੀਂ, ਕੋਈ ਫੰਡ ਕ੍ਰੀਏਟ ਨਾ ਕਰੋ, ਕੋਈ ਫੰਡ ਕਿਸੇ ਨੂੰ ਨਾ ਭੇਜੋ। ਜੇ ਤੁਸੀਂ ਸਹੀ ਗੱਲ ਕਰਨੀ ਹੈ, ਤੁਹਾਨੂੰ ਅੱਜ 300 ਵਕੀਲ ਜਿਹੜੇ ਉਹ ਲੱਗਣਗੇ, ਜਿਹੜੇ ਮੀਡੀਆ 'ਚ ਆਉਂਦੇ ਕਰਦੇ। ਅਖੀਰ ਜੇ ਲੜਾਈ ਜਿਹੜੀ ਹੈ 30 ਨੇ ਜਾਂ 10 ਨੇ ਲੜਨੀ ਹੈ, ਇਹ ਲੌਂਗ ਟਰਮ ਜਾ ਕੇ ਤੁਹਾਨੂੰ ਅੱਜ 10-15 ਦਿਨ ਜਿਹੜੇ ਲੋਕ ਇਹ ਸਾਰੇ ਮਿਲਣਗੇ। ਅਖੀਰ ਲੜਾਈ ਆਪਾਂ ਖਾੜਕੂਵਾਦ ਦੇ ਕੇਸਾਂ 'ਚ ਵੇਖਿਆ, ਉਸ ਤੋਂ ਬਾਅਦ 'ਚ ਜਿਹੜਾ ਇੰਟਰਸਟ ਜਿਹੜਾ ਬਿਲਕੁਲ ਤੁਸੀਂ ਜਿਹੜੇ ਪ੍ਰੋਫੈਸ਼ਨਲ ਬੰਦੇ ਆ ਜਿਹੜੇ ਕਰਨਾ ਚਾਹੁੰਦੇ ਉਹ ਹੀ ਕਰਨਗੇ। ਅਸੀਂ ਤੇ ਇਹ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਰੈਜੂਲੇਸ਼ਨ ਪਾਓ ਵੀ ਦਿੱਲੀ ਕਮੇਟੀ ਤੋਂ ਵੀ ਕੋਈ ਫੀਸ ਨਾ ਲਵੇ ਵਕੀਲ। ਤਾਂ ਅੱਜ ਹੀ ਇੱਕ ਗੱਲ ਕਲੀਅਰ ਕਰ ਦਿਓ, ਇਹ ਨਾ ਹੋਵੇ ਵੀ ਉੱਥੇ ਕੱਲ ਨੂੰ 10-10 ਲੱਖ ਰੁਪਏ ਫੀਸਾਂ ਦੇ ਬਿੱਲ ਜਿਹੜੇ ਉਹ ਪੈ ਜਾਣ ਉਹਨਾਂ ਦੇ ਅੰਦਰੋਂ, ਉਹ ਵੀ ਪੈਸਾ ਜਿਹੜਾ ਵਾ ਉਹ ਵੀ ਸਿੱਖ ਸੰਗਤ ਦਾ। ਮੈਂ ਤਾਂ ਸਗੋਂ ਇਹ ਜਿਹੜਾ ਇੱਕ ਐਡਵਾਈਸ ਦਿੱਤੀ ਹੈ ਕਿ ਤੁਸੀਂ ਜੇ ਫੰਡ ਹੀ ਕ੍ਰੀਏਟ ਕਰਨਾ, ਕਿਉਂਕਿ ਇਹ ਜਿਹੜਾ 500-700 ਬੰਦਾ ਜਿਹੜਾ ਫੜਿਆ ਜਾਣਾ, ਇਹਨਾਂ ਬਾਅਦ 'ਚ ਪੰਜਾਬ ਤੋਂ ਤਰੀਕਾਂ ਭੁਗਤਣ ਜਾਣਾ ਦਿੱਲੀ, ਤੇ ਇਹਨਾਂ ਦਾ ਜਿਹੜਾ ਖਰਚਾ ਵਾ, ਜਿਹੜਾ ਇਹਨਾਂ ਨੂੰ ਜਿਹੜਾ ਕਿਰਾਇਆ ਲੱਗਣਾ ਵਾ ਜਾਂ ਉੱਥੇ ਰਹਿਣ ਦਾ ਤੇ ਚਲੋ ਗੁਰਦੁਆਰਾ ਸਾਹਿਬ 'ਚ ਉੱਥੇ ਅਰੇਂਜਮੈਂਟ ਹੋ ਸਕਦਾ, ਜਿਹੜਾ ਇਹਨਾਂ ਦਾ ਕਿਰਾਇਆ, ਕਈ ਗਰੀਬ ਘਰਾਂ ਦੇ ਬੱਚੇ ਆ, ਤੇ ਉਹਨਾਂ ਦਾ ਜਿਹੜਾ ਤੁਸੀਂ ਕੋਈ ਫੰਡ ਕ੍ਰੀਏਟ ਕਰ ਦੋਗੇ ਉਹ ਇਹਨਾਂ ਦੀ ਹੈਲਪ ਲਈ ਰੱਖ ਲਓ। ਤੁਸੀਂ ਆਹ ਜਿਹੜਾ ਲਿਟੀਗੇਸ਼ਨ ਤੇ ਖਰਚਾ ਵਾ ਇਹਦੇ ਬਾਰੇ ਬਿਲਕੁਲ ਨਾ ਹੀ ਇਕੱਠੇ ਕਰਨੇ ਚਾਹੀਦੇ, ਨਾ ਹੀ ਕਿਸੇ ਨੂੰ ਦੇਣੇ ਚਾਹੀਦੇ ਆ। ਅੱਜ ਜਿਹੜੇ ਇੱਕ ਚੰਗੇ ਵਕੀਲ ਹੈਗੇ ਆ ਜਿਹੜੇ ਇੱਥੇ, ਉਹ ਕਰਨ ਲਈ ਤਿਆਰ ਆ, ਫ੍ਰੀ ਕਰਨ ਲਈ ਤਿਆਰ ਆ, ਪਰ ਉਹ ਸਾਨੂੰ ਕਈ ਵਾਰੀ ਇਹੋ ਲੱਗਦਾ ਵਾ ਵੀ ਬਾਹਰ ਜਿਵੇਂ ਪੈਸੇ ਜਿਹੜੇ ਆ ਲੋਕਾਂ ਜਜ਼ਬਾਤੀ ਹੋ ਗਏ ਤੇ ਜਾਂ ਇਸ ਤਰ੍ਹਾਂ ਕਈ ਜਿਹੜੇ ਆ ਫਰਾਡ ਕਰਨ ਦੇ ਹਿਸਾਬ ਨਾਲ ਜਿਹੜਾ ਵਾ ਉਹ ਇਕੱਠਾ ਕਰਕੇ ਤੇ ਬਸ ਮਿਸ ਐਪਰੋਪ੍ਰੀਏਸ਼ਨ ਜਿਹੜੀਆਂ ਹੁੰਦੀਆਂ ਵਾ। ਵੇਰਕਾ ਸਾਹਿਬ, ਸਿੱਖ ਸੰਘਰਸ਼ ਦੇ ਜਿਹੜੇ ਕੇਸ ਸੀ 78 ਤੋਂ 92-94 ਤੱਕ ਤੁਸੀਂ ਲੜ ਰਹੇ ਹੋ, ਉਹਦੇ ਵਿੱਚ ਜਿਹੜੇ ਵਕੀਲਾਂ ਦੇ ਨਾਂ ਸੀ ਸਿੱਖ ਵਕੀਲਾਂ ਦੇ, ਕੀ ਉਹਨਾਂ ਨੇ ਪੈਸੇ ਨਹੀਂ ਲਏ? ਉਹਨਾਂ ਨੇ ਸਾਰਿਆਂ ਨੇ ਫੀਸਾਂ ਲਈਆਂ ਨੇ ਜੀ। ਨਹੀਂ, ਬਿਲਕੁਲ। ਅਸੀਂ ਜਿਹੜੀ ਵੇਖੋ ਜਿਹੜੇ ਝੂਠੇ ਮੁਕਾਬਲਿਆਂ ਦੇ ਕੇਸ ਹੈ, ਮੈਂ ਜ਼ਿਆਦਾਤਰ ਉਹਨਾਂ ਦੇ ਨਾਲ ਜਿਹੜਾ ਕਾਫੀ ਜਿਹੜਾ ਵਾ ਸ਼ੁਰੂ ਤੋਂ ਉਹਨਾਂ ਕੇਸਾਂ ਨਾਲ ਜੁੜੇ ਰਹੇ ਤੇ ਅੱਜ ਤੱਕ। ਤੇ ਮੈਂ ਆਪਣੇ ਬਾਰੇ ਤੇ ਕਹਿ ਸਕਦਾ ਕੋਈ ਵੀ ਬੰਦਾ ਦੁਨੀਆ 'ਚ ਨਹੀਂ ਕਹਿ ਸਕਦਾ ਕਿ ਇੱਕ ਪੈਸਾ ਵੀ ਕਦੀ 1 ਰੁਪਈਆ ਤੁਸੀਂ ਪਰਿਵਾਰਾਂ ਨੂੰ ਪੁੱਛ ਲਓ, ਅਸੀਂ ਆਪਣੀਆਂ ਗੱਡੀਆਂ 'ਚ ਤੇਲ ਵੀ ਆਪਣੇ ਕੋਲ ਪਾ ਕੇ ਛੱਡਦੇ ਹਾਂ। ਪਰ ਇਸ ਤਰ੍ਹਾਂ ਹੀ ਜਿਹੜਾ ਤਾਰੀ ਉਹ ਕੇਸ ਜਿਹੜੇ ਸਿਰੇ ਵੀ ਤਦ ਚੜ੍ਹਦੇ ਆ ਵੀ ਤੁਸੀਂ ਬਿਲਕੁਲ ਆਪਣੀ ਕੇਸ ਸਮਝ ਕੇ ਕਰਦੇ। ਤੁਹਾਨੂੰ ਬਾਬਾ ਚਰਨ ਸਿੰਘ ਦੇ ਕੇਸ ਦਾ ਦੱਸਿਆ ਵੀ ਉਹਨਾਂ ਦਾ ਪਰਿਵਾਰ ਬਹਿ ਗਿਆ, ਉਹਨਾਂ ਦਾ ਪਰਿਵਾਰ ਕਹਿੰਦਾ ਸੀ ਵੀ ਅਸੀਂ ਨਹੀਂ ਕੇਸ ਲੜਨਾ, ਤੁਸੀਂ ਕਿਉਂ ਲੜਦੇ? ਪਰਮਜੀਤ ਸਿੰਘ ਪੰਜਵੜ ਦੀ ਮਾਤਾ ਜਿਹੜੀ ਹੈ ਚੁੱਕ ਕੇ ਮਾਰਤੀ, ਲਾਪਤਾ ਕਰਤੀ। ਤੇ ਮੈਂ ਹੈਰਾਨ ਹੋ ਗਿਆ ਵੀ ਮੈਨੂੰ ਇਹ ਮੈਸੇਜ ਦਿੱਤਾ ਗਿਆ, ਇੱਕ ਜਿਹੜਾ ਇੱਥੇ ਕਾਉਂਸਲਰ ਆ, ਸੀਨੀਅਰ ਲੀਡਰ ਆ ਕਾਂਗਰਸ ਦੇ, ਉਹਨਾਂ ਇਹ ਮੈਸੇਜ ਦਿੱਤਾ ਵੀ ਤੁਹਾਡੀ ਪੰਜਵੜ ਨਾਲ ਗੱਲ ਕਰਾਉਂਦੇ ਆ, ਤੁਸੀਂ ਕੰਪਰੋਮਾਈਜ਼ ਨਹੀਂ ਹੋਣ ਦਿੰਦੇ ਉਹਨਾਂ ਦੇ ਪਰਿਵਾਰ ਦਾ। 20 ਲੱਖ ਦੀ ਉਹਨਾਂ ਦੀ ਗੱਲ ਹੋ ਗਈ ਹੈ। ਮਤਲਬ ਕਿ ਉੱਥੇ ਤੁਸੀਂ ਕੀ ਜਿਹੜੀ ਅਸੀਂ ਤੇ ਤਾਂ ਵੀ ਕਈਆਂ ਕੇਸਾਂ 'ਚ ਤੇ ਇਹ ਆ ਵੀ ਉਹ ਸਾਨੂੰ ਜੱਜ ਹੱਸਦੇ ਆ ਵੀ ਜਿਨ੍ਹਾਂ ਦੇ ਮਰੇ ਉਹ ਤੇ ਖੜੇ ਨਹੀਂ, ਤੁਸੀਂ ਜਿਹੜਾ ਹਾਲੇ ਵੀ ਲੜੀ ਜਾਂਦੇ ਜੇ। ਇਹ ਕਰਕੇ ਪਰ ਉਹ ਇਹ ਚੀਜ਼ਾਂ ਜਿਹੜੀਆਂ ਇਹ ਸੋਚਣੀਆਂ ਨਹੀਂ ਚਾਹੀਦੀਆਂ। ਹੁਣ ਇਹ ਜਿਹੜੀ ਦਿੱਲੀ ਅੰਦੋਲਨ ਦੀ ਗੱਲ ਕਰਦੇ, ਇੱਥੇ ਗੱਲ ਆਪਾਂ ਡਿਫੈਂਸਿਵ ਹੋ ਗਏ। ਜੋ ਸਿੰਘੂ ਬਾਰਡਰ ਆ ਕੇ ਉਹਨਾਂ ਨੇ ਹਮਲਾ ਕੀਤਾ, ਕਿਵੇਂ ਰਣਜੀਤ ਸਿੰਘ ਸਿੱਖ ਨੌਜਵਾਨ ਨੂੰ ਚੁੱਕ ਕੇ ਕਿਵੇਂ ਪੁਲਿਸ ਨੇ ਉੱਥੇ ਉਹਨੂੰ ਲਾਠੀਆਂ ਨਾਲ ਕੁੱਟਿਆ, ਕਿਵੇਂ ਉਹਦੀ ਜਿਹੜੀ ਪੈਰ ਜਿਹੜਾ ਉਹਦੇ ਮੂੰਹ ਤੇ ਰੱਖ ਕੇ ਉਹ ਕੀਤਾ। ਮੈਂ ਉਹ ਚਾਹੁੰਦਾ ਵੀ ਇਹ ਸਾਰੇ ਕੇਸ ਜਿਹੜੇ ਆਪਾਂ ਨੂੰ ਓਫੈਂਸਿਵ ਹੋਣਾ ਚਾਹੀਦਾ, ਇਹਨਾਂ ਤੇ FIR ਦਰਜ ਕਰਾਉਣੀ ਚਾਹੀਦੀ ਹੈ। ਦੂਸਰੇ ਜਿਹੜੇ ਜਿੰਨੇ ਇਹਨਾਂ ਪੁਲਿਸ ਦੇ ਮੈਨੀਪੂਲੇਸ਼ਨ ਕੀਤੀਆਂ, ਜਿਹੜੇ ਇਲੀਗਲ ਡਿਟੈਂਸ਼ਨ 'ਚ ਰੱਖੇ ਆ, ਉਹਦੇ 'ਚ ਕੰਟੈਂਪਟ ਬਣਦੀ ਹੈ ਸੁਪਰੀਮ ਕੋਰਟ ਦੇ ਆਰਡਰਾਂ ਦੀ। ਆਪਾਂ ਨੂੰ ਉਸ ਬੰਦੇ ਨੂੰ ਚੱਲਣਾ ਚਾਹੀਦਾ, ਅਫੈਂਸਿਵ ਹੋਣਾ ਚਾਹੀਦਾ, ਬਜਾਏ ਕਿ ਅਸੀਂ ਡਿਫੈਂਸਿਵ ਹੋ ਗਏ। ਜਿਹੜਾ ਅੰਦੋਲਨ ਹੈ ਇਹਨੂੰ ਅਸੀਂ ਬੈਕਫੁੱਟ ਤੇ ਜਾਈਏ ਤੇ ਸਰਕਾਰ ਨਾਲ ਕੋਈ ਕੰਪਰੋਮਾਈਜ਼ ਜਿਹੜਾ ਇਹਨਾਂ ਸਾਡੇ ਲੀਡਰਾਂ ਨੂੰ ਜਿਹੜਾ ਕੰਪਰੋਮਾਈਜ਼ ਕੋਈ ਕਰਨਾ ਪਵੇ, ਉਸ ਤੋਂ ਪਿੱਛੇ ਹਟ ਕੇ ਤੇ ਅਸੀਂ ਆਪਣੇ ਬੱਚੇ ਬਚਾ ਲਈਏ ਜਾਂ ਨੌਜਵਾਨ ਬਚਾ ਲਈਏ। ਇੰਨਾ ਪ੍ਰੈਸ਼ਰ ਚਾਹੀਦਾ ਨਹੀਂ ਗਾ। ਇਹ ਸਾਰੇ ਕੇਸਾਂ 'ਚ ਚਾਹੀਦਾ ਅਫੈਂਸਿਵ ਹੋ ਕੇ ਜਿੰਨਾ ਗਲਤ ਕੀਤਾ ਅਦਾਲਤ ਦੇ ਥਰੂ ਜਾਂ ਥਰੂ ਗਵਰਨਮੈਂਟ ਦੇ ਥਰੂ ਇਹ FIR ਦਰਜ ਕਰਾਉਣੀਆਂ ਚਾਹੀਦੀਆਂ। ਤੇ ਜਿਹੜਾ ਇਹ ਪ੍ਰੋਸੀਡਿੰਗ ਹੈ ਬਾਕੀ ਜਿਹੜੀਆਂ ਇਹ ਸਾਨੂੰ ਜਿਹੜਾ ਸਾਇੰਟੀਫਿਕ ਐਵੀਡੈਂਸ ਆ ਉਹਨੂੰ ਇਕੱਠਾ ਕਰਨਾ ਚਾਹੀਦਾ। ਜਿਹੜਾ ਬਾਅਦ 'ਚ ਜਿਹੜਾ ਆਟੋਮੈਟਿਕਲੀ ਇਹ ਬਰੀਏ ਹੋਣਗੇ ਤੇ ਫਿਰ ਆਪਾਂ ਨੂੰ 10-10, 20-20 ਲੱਖ ਦੇ ਕੰਪਨਸੇਸ਼ਨ ਦੇ ਕੇਸ ਇਹਨਾਂ ਪੁਲਿਸ ਅਫਸਰਾਂ ਦੇ, ਇਹਨਾਂ ਲੀਡਰਾਂ ਦੇ। ਤੁਸੀਂ ਉਹ ਵੀਡੀਓ ਦੇਖੀ ਹੋਊਗੀ ਜਿਹੜੀ ਰਣਜੀਤ ਸਿੰਘ ਵਾਲੀ, ਉਹਦੇ ਵਿੱਚ 3 ਬੰਦੇ ਆਈਡੈਂਟੀਫਾਈ ਕੀਤੇ ਆ, ਤਿੰਨੇ ਜਿਹੜੇ RSS ਤੇ BJP ਨਾਲ ਅਫੀਲੀਏਟਡ ਆ। ਉਹਨਾਂ ਤਿੰਨਾਂ ਦੀ ਸਾਰਾ ਪ੍ਰੋਫਾਈਲ ਜਿਹੜਾ ਵਾ ਉਹ ਜਿਹੜਾ ਕਾਰਵਾ ਮੈਗਜ਼ੀਨ ਦਾ ਰਿਪੋਰਟਰ ਜਿਹੜਾ ਉਹਨੇ ਸਾਰਾ ਕੱਢਤਾ ਵਾ। ਤੇ ਉਹਦੇ ਲਈ ਆਪਾਂ ਨੂੰ ਚਾਹੀਦਾ ਵੀ ਕੋਰਟ 'ਚ ਐਪਲੀਕੇਸ਼ਨ ਦੇਈਏ, ਉਹਨਾਂ ਨੂੰ ਦੋਸ਼ੀ ਬਣਾਈਏ, ਇਹਨਾਂ ਤੇ FIR ਕਰੇ। ਕੱਲ ਨੂੰ ਕੋਈ ਵੀ ਹਿੰਮਤ ਨਾ ਕਰੇ ਵੀ ਜਿਹੜੇ ਪੀਸਫੁਲ ਬੈਠੇ ਆ। ਤੁਸੀਂ ਵੇਖੋ ਇੱਕ ਚੀਜ਼ ਦੀ ਸੁਪਰੀਮ ਕੋਰਟ 'ਚ ਸਰਕਾਰ ਕਹਿੰਦੀ ਵੀ ਇਹਨਾਂ ਨੂੰ ਉਠਾਓ, ਸੁਪਰੀਮ ਕੋਰਟ ਕਹਿੰਦੀ ਵੀ ਨਹੀਂ ਅਸੀਂ ਨਹੀਂ ਉਠਾ ਸਕਦੇ, ਪੀਸਫੁਲ ਪ੍ਰੋਟੈਸਟ ਕਰਨ ਦੇ ਆ, ਅਸੀਂ ਨਹੀਂ ਉਠਾ ਸਕਦੇ, ਤੇ ਉਹਨਾਂ ਨਾ ਕਰਤੀ। ਇੱਕ BJP ਦੇ 10-20-50 ਗੁੰਡੇ ਆ ਕੇ ਤੇ ਉੱਥੇ ਪੱਥਰਬਾਜ਼ੀ ਕਰਨ ਦੇ ਵੀ ਤੁਸੀਂ ਇੱਥੋਂ ਉੱਠੋ। ਇਹਦਾ ਮਤਲਬ ਸੁਪਰੀਮ ਕੋਰਟ ਤੋਂ ਜੇ ਸਰਕਾਰ ਦੀ ਗੱਲ BJP ਦੀ ਨਹੀਂ ਮੰਨੀ ਤੇ ਉਹ 4-10-50 ਗੁੰਡੇ ਲਿਆ ਕੇ ਤੇ ਉੱਥੇ ਇਹ ਗੱਲ ਕਰਦੇ ਆ। ਇਹ ਤਾਂ ਸੁਪਰੀਮ ਕੋਰਟ ਦੇ ਆਰਡਰਾਂ ਦੀ ਵੀ ਪਰਵਾਹ ਨਹੀਂ ਕਰਦੇ। ਅੱਛਾ ਵੇਰਕਾ ਸਾਹਿਬ, ਅਖੀਰ ਦੇ ਵਿੱਚ ਜਾਂ ਜ਼ੁਲਮ ਦੀ ਇੰਤਹਾ ਹੁੰਦੀ ਹੈ, ਬੰਦੇ ਵੱਡੇ ਭੱਜ ਜਾਂਦੇ ਨੇ। ਸਰਦਾਰ ਖਾਲੜਾ ਦਾ ਕੇਸ ਹੈ, ਪਰ ਕਈ ਯੋਧੇ ਨੇ ਜਿਹੜੇ ਨਿੱਤਰੇ ਰਹਿੰਦੇ ਨੇ,
ਹੁਣ ਇੰਨੇ ਭੈ ਦੇ ਵਿੱਚ ਆ, ਇੱਥੇ ਬੈਠੇ ਬਾਹਰ ਬੈਠੇ ਲੋਕ ਜਿਨ੍ਹਾਂ ਨੂੰ ਕੋਈ ਉੱਥੇ ਫਿਜ਼ੀਕਲ ਹੈ ਨਹੀਂ, ਇੱਥੇ ਡਰ ਰਹੇ ਨੇ ਲੋਕ, ਇੱਥੇ ਵੀ ਜਾਂ ਤੁਸੀਂ ਪੰਜਾਬ ਜਾਓਗੇ, ਦਿੱਲੀ ਜਾਓਗੇ, ਤੁਹਾਨੂੰ ਫੜ ਲੈਣਗੇ, ਤੁਹਾਨੂੰ ਕਰ ਲੈਣਗੇ, ਬਹੁਤ ਕੁਝ ਚੱਲ ਰਿਹਾ। ਇੱਥੇ ਬੈਠੇ ਬੰਦੇ ਜਿਹੜੇ ਇਨਸਾਫ ਨੂੰ ਪਿਆਰ ਕਰਨ ਵਾਲੇ ਨੇ, ਮੈਂ ਇਕੱਲੇ ਸਿੱਖ ਨਾ ਕਹਾਂ, ਸਾਰੇ ਹੀ ਜਿਸ ਇਸ ਮੁਹਿੰਮ ਦੇ ਵਿੱਚ ਨੇ, ਉਹ ਦੁਖੀ ਇਸ ਗੱਲ ਤੋਂ ਡਰਦੇ, ਉਹ ਕਹਿੰਦੇ ਯਾਰ ਪੰਜਾਬ ਜਾਣਾ ਕਿਸੇ ਦਿਨ, ਗੱਲ ਕੀ ਕਰੀਏ। ਅੱਛਾ ਮੈਨੂੰ ਐਂ ਦੱਸਿਓ, ਹੁਣ ਵਕੀਲ ਤੋਂ ਪਰਾਂ ਹੋਟ ਕੇ ਸਰਬਜੀਤ ਸਿੰਘ ਵੇਰਕਾ ਇੱਕ ਮਾਝੇ ਦੇ, ਮੈਂ ਆਪਣੇ ਭਾਈ ਨੂੰ ਪੁੱਛਦਾ, ਜਿਹੜਾ ਕੁਛ ਉੱਥੇ ਹੋਇਆ, ਜਿਹੜਾ ਕੁਛ ਹੁਣ ਜਿਹੜਾ ਅਸੀਂ ਗੁਲਾਮੀ 'ਚ ਆ ਕੇ ਰੌਲਾ ਹੀ ਇਸ ਗੱਲ ਤੇ ਪੈ ਗਿਆ ਕਿ ਝੰਡਾ ਕਿਉਂ ਚਲਾਤਾ, ਤੇ ਝੰਡਾ ਦੀਪ ਸਿੱਧੂ ਨੇ ਚਲਾਤਾ, ਉਹ ਗਦਾਰ ਹੋ ਗਿਆ ਜੀ। ਉਹ ਕਹਿ ਰਿਹਾ 5 ਲੱਖ ਬੰਦਾ ਉੱਥੇ ਖੜਾ ਸੀ, ਮੈਂ ਉਹਨਾਂ 'ਚੋਂ ਇੱਕ ਸੀ, ਮੈਂ ਕਿਸੇ ਨੂੰ ਨਹੀਂ ਲੈ ਗਿਆ। ਮੂਹਰਿਓਂ ਜਿਹੜਾ ਭੰਦੇਰ ਹੋਣੀ ਤੇ ਪੰਨੂ ਹੋਣੀ ਜਿਹੜੇ ਅੱਗੇ ਸੀ ਉਹ ਤੁਰੇ ਨੇ। ਇੱਕ ਹਫ਼ਤਾ ਪਹਿਲਾਂ ਉਸੇ ਜਿਹੜੀ ਸਟੇਜ ਤੋਂ ਲੀਡਰ ਕਹਿ ਰਹੇ ਨੇ ਵੀ ਦਿੱਲੀ ਦੀ ਹਿੱਕ ਤੇ ਟਰੈਕਟਰ ਲੈ ਕੇ ਜਾਣੇ ਨੇ, ਉਹੀ ਕਾਮਰੇਡ ਰਜਿੰਦਰ ਜਿਹੜਾ ਗਦਾਰ ਕਹਿ ਰਿਹਾ ਲੋਕਾਂ ਨੂੰ, ਉਹਦੀ ਵੀਡੀਓ ਆ ਮੇਰੇ ਕੋਲ, ਜਿਹੜਾ ਕਹਿੰਦਾ ਆ ਜਾਓ ਸਾਰੇ 24 ਨੂੰ, ਆ ਜਾਓ ਸਾਰੇ 25 ਨੂੰ। ਹੁਣ ਜਦ ਇਹ ਚੀਜ਼ਾਂ ਹੁੰਦੀਆਂ ਜਿਹਦੇ ਵਿੱਚ ਤੁਸੀਂ ਜਿਹੜੇ ਨੇ ਉਹ ਰੁਲ ਜਾਂਦੇ ਹੋ, ਗੱਲਾਂ ਸਿਰੇ ਲੱਗੀਆਂ, ਟਕੈਤ ਹੋਣੀ ਦੁਬਾਰਾ ਸਾਂਭ ਲੈਂਦੇ ਨੇ, ਉਹ ਭਾਵਕ ਹੋ ਜਾਂਦੇ ਨੇ, ਹੰਝੂ ਦੇ ਤੋਂ ਬਾਅਦ ਖਾਪ ਪੰਚਾਇਤ ਕਹਿ ਦਿੰਦੀ ਆ, ਸਾਰੇ ਜਾਟ ਜਿਹੜੇ ਨੇ ਉਹ ਕੈੜੇ ਹੋ ਗਏ, ਦੁਬਾਰਾ ਫਿਰ ਮੋਰਚਾ ਪੈਰਾਂ 'ਤੇ ਆ ਰਿਹਾ। ਪਰ ਉਹ ਆਪਾ ਵਰਗੀਆਂ ਜਿਹੜੀਆਂ ਧਾਰਾਵਾਂ ਨੇ ਲੱਖੇ ਸਿਧਾੜੇ ਤੇ ਜਾਂ ਦੀਪ ਸਿੱਧੂ ਤੇ, ਪਤਾ ਨਹੀਂ ਉਹਨਾਂ ਨੂੰ ਜੇ ਫੜ ਕੇ ਉਹ ਕਿੰਨਾ ਸਮਾਂ ਅੰਦਰ ਤੁੰਨ ਸਕਦੇ ਆ। ਇਹਨੂੰ ਸਾਰੇ ਦਾ ਜੇ ਅਖੀਰ 'ਚ ਮੁਲਾਂਕਣ ਕਰਨਾ ਹੋਵੇ, ਬਾਹਰ ਬੈਠਿਆਂ ਨੂੰ ਸਮਝਾਉਣਾ ਹੋਵੇ ਵੀ ਐਗਜ਼ੈਕਟਲੀ ਹੋਇਆ ਕੀ ਹੈ, ਹੋਵੇਗਾ ਕੀ, ਤੇ ਕਿਵੇਂ, ਕਿਹੜੀ ਚੀਜ਼ ਦਾ ਪੈਂਤੜਾ ਲੈਣਾ ਚਾਹੀਦਾ। ਅਖੀਰਲੇ 2 ਮਿੰਟ ਪਲੀਜ਼। ਖਿਆਲ ਲਾਈਨ ਕੱਟੀ ਗਈ, ਆਪਣੇ ਵਾਪਸ ਕਰਦਾ ਜੀ ਮੈਂ ਟਰਾਈ ਹੁਣੇ, ਮਾਫੀ ਚਾਹੁੰਦਾ ਜੀ, ਲਾਈਨ ਸਰਬਜੀਤ ਸਿੰਘ ਵੇਰਕਾ ਦੀ ਕੱਟੀ ਗਈ ਸੀ। ਵੇਰਕਾ ਸਾਹਿਬ, ਮੈਂ ਇਹ ਕਹਿ ਰਿਹਾ ਸੀ, ਲਾਈਨ ਕੱਟੀ ਗਈ ਕਿ ਜਿਹੜਾ ਹੁਣ ਤੱਕ ਦਾ ਮੁਲਾਂਕਣ ਇਸ ਮੋਰਚੇ ਦਾ ਕਰਨਾ ਹੋਵੇ, ਦੀਪ ਸਿੱਧੂ ਤੇ ਲੱਖੇ ਤੇ ਉਹ ਆਪਾ ਵਰਗੀਆਂ ਧਾਰਾਂ ਲੱਗ ਗਈਆਂ, ਸਟੇਜ ਤੋਂ ਉਹਨਾਂ ਨੂੰ ਗਦਾਰ ਤੱਕ ਕਹਿ ਦਿੱਤਾ ਕਾਮਰੇਡ ਰਜਿੰਦਰ ਨੇ। ਇਹੀ ਕਾਮਰੇਡ ਉਹਨੇ 4 ਦਿਨ ਪਹਿਲਾਂ 25 ਨੂੰ ਟਰੈਕਟਰ ਲੈ ਕੇ ਆਉਣ ਲਈ ਕਹਿ ਰਹੇ ਸੀ, ਉੱਥੋਂ ਸਾਰੀ ਗੱਲ ਹਿੱਲ ਗਈ। ਖਾਪ ਪੰਚਾਇਤਾਂ ਨੇ ਆਪਣੇ ਜਿਹੜੇ ਨੇ ਜਾਟ ਭੇਜ ਦਿੱਤੇ, ਟਕੈਤ ਦੀ ਸਟੇਜ ਤੇ ਰਾਜਸੀ ਬੰਦੇ ਵੀ ਆਉਣ ਲੱਗ ਗਏ। ਇਹਦਾ ਮੁਲਾਂਕਣ ਜੇ ਸਰਬਜੀਤ ਸਿੰਘ ਵੇਰਕਾ ਨੇ ਕਰਨਾ ਹੋਵੇ ਬਾਹਰ, ਕਿਉਂਕਿ ਅਸੀਂ ਦੂਰ ਬੈਠੇ, ਸਾਡੇ ਮਨ 'ਚ ਬਹੁਤ ਕੁਛ ਉਮੜਦਾ, ਕੀ ਹੋ ਗਿਆ, ਕਿਵੇਂ ਕਰਾਂਗੇ, ਆਹ ਹੋ ਗਿਆ। ਇਹਦਾ ਜੇ ਮੁਲਾਂਕਣ 2 ਮਿੰਟ 'ਚ ਕਰਨਾ ਹੋਵੇ, ਕੀ ਕਹੋਗੇ ਬਈ ਮੋਰਚੇ ਤੇ ਕੀ ਹੋ ਰਿਹਾ, ਕੀ ਹੋ ਸਕਦਾ ਹੈ, ਤੁਸੀਂ ਇਸ ਤੇ ਜੇ ਗੈਸ ਕਰ ਸਕੋ। ਦੇਖੋ, ਸਾਨੂੰ ਲੱਗਦਾ ਵਾ ਵੀ ਜਦੋਂ ਇਹਨਾਂ ਨੇ ਸਟਾਰਟ ਕੀਤਾ, ਇਹ ਪੰਜਾਬ 'ਚ ਬੈਠੇ ਸੀ, ਉਦੋਂ ਕਾਨੂੰਨ 'ਚ ਆਪਾਂ ਅਮੈਂਡਮੈਂਟ ਦੀ ਗੱਲ ਜਿਹੜੀ ਹੈ ਕਿਸਾਨ ਆਗੂਆਂ ਨੇ ਕੀਤੀ ਸੀ। ਉਸ ਤੋਂ ਬਾਅਦ 'ਚ ਜਦੋਂ ਗੌਰਮੈਂਟ ਨਹੀਂ ਮੰਨੀ ਤੇ ਦਿੱਲੀ ਵੱਲ ਨੂੰ ਇਹਨਾਂ ਨੇ ਗਏ, ਜਾ ਕੇ ਉੱਥੇ ਸਿੰਘੂ ਬਾਰਡਰ, ਟਿਕਰੀ ਬਾਰਡਰ ਜਾਂ ਗਾਜ਼ੀਆਬਾਦ ਦੂਸਰੇ ਬਾਰਡਰ ਤੇ ਜਿਹੜਾ ਸੀ ਉੱਥੇ ਇਹਨਾਂ ਕੀਤਾ। ਇਹਨਾਂ ਨੂੰ ਇੰਨੀ ਆਸ ਨਹੀਂ ਹੈਗੀ ਜਿੰਨਾ ਲੋਕਾਂ ਨੇ ਇਹਨਾਂ ਨੂੰ ਪਿਆਰ ਦਿੱਤਾ ਤੇ ਜਿਸ ਤਰ੍ਹਾਂ ਦੁਨੀਆ ਉੱਥੇ ਪਹੁੰਚੀ ਹੈ। ਉਹ ਜਦੋਂ ਉੱਥੇ ਦੁਨੀਆ ਪਹੁੰਚ ਗਈ, ਉਸ ਤੋਂ ਬਾਅਦ 'ਚ ਇਹਨਾਂ ਨੂੰ ਲੱਗਾ ਵੀ ਸਾਡਾ ਅੰਦੋਲਨ ਕਾਮਯਾਬ ਆ। ਸਰਕਾਰ ਬਹੁਤ ਜ਼ਿਆਦਾ ਪ੍ਰੈਸ਼ਰ 'ਚ ਸੀ, ਈਵਨ ਕਿ ਇਹ ਇਹਨਾਂ ਨੂੰ ਇੱਕ ਆਫਰ ਦਿੱਤੀ ਗਈ ਵੀ ਸਿਰਫ ਕਾਨੂੰਨਾਂ ਦਾ ਨਾਂ ਰਹਿਣ ਦਿਓ, ਵਿੱਚ ਜੋ ਮਰਜ਼ੀ ਲਿਖ ਲਓ, ਤੁਸੀਂ ਜੋ ਤੁਹਾਨੂੰ ਚੰਗਾ ਲੱਗਦਾ ਉਹ ਲਿਖ ਲਿਓ। ਇਹਨਾਂ ਨੇ ਇਸ ਗੱਲ ਦਾ ਉਸ ਟਾਈਮ ਤੇ ਇਹਨਾਂ ਨੂੰ ਆਪਣੀਆਂ ਸਿਰਫ ਜਿਹੜੇ ਲੀਡਰ ਅੱਗੇ ਲੱਗੇ ਸੀ, ਸਾਨੂੰ ਜੋ ਮਹਿਸੂਸ ਹੁੰਦਾ ਆਪਣੇ ਤੌਰ ਤੇ ਵੀ ਇਹਨਾਂ ਨੇ ਉਹ ਸਟੇਜਾਂ ਦੇ ਲਾਗੇ, ਆਪਣੀਆਂ ਦੇ ਲਾਗੇ ਕਿਸੇ ਨੂੰ ਵੀ ਅੱਗੇ ਨਹੀਂ ਆਉਣ ਦਿੱਤਾ। ਸ਼ੁਰੂ 'ਚ ਇਹਨਾਂ ਨੇ ਸਾਰਿਆਂ ਨੂੰ ਸਾਈਡ ਤੇ ਕਰਨਾ ਸ਼ੁਰੂ ਕਰਤਾ ਵੀ ਇਹ ਅੰਦੋਲਨ ਦਾ ਕ੍ਰੈਡਿਟ ਜਿਹੜਾ ਸਾਰਾ ਸਾਡੇ ਕੋਲ ਆ ਜੇ। ਤੇ ਇਹਨਾਂ ਨੇ ਅਗਲੇ ਬੰਨੇ ਸਾਨੂੰ ਲੱਗਾ ਵੀ ਇਹ ਆਪਣਾ ਪੋਲੀਟੀਕਲ ਮਫਾਦ ਜਿਹੜੇ ਆ ਉਹਨੂੰ ਪੂਰਾ ਕਰਨ ਲਈ ਇਹਨਾਂ ਨੇ ਇੱਕ ਪੂਰਾ ਕਰ ਲਿਆ। ਉੱਧਰੋਂ ਗੌਰਮੈਂਟ ਜਿਹੜੀ ਸੀ ਉਹਨੇ ਆਪਣੇ ਜਿਹੜੇ ਉਹਨਾਂ ਦੇ ਬੰਦੇ ਸੀ ਸ਼ੁਰੂ ਤੋਂ, ਜਿਸ ਤਰ੍ਹਾਂ ਆਪਾਂ ਖਾੜਕੂਵਾਦ 'ਚ ਵੀ ਦੇਖਿਆ ਹੋਊਗਾ ਵੀ ਵਿੱਚ ਬੰਦੇ ਵਾਰ ਕੇ ਕਿਸ ਤਰ੍ਹਾਂ ਦੇ ਉਹ ਕੰਮ ਕਰਾਉਂਦੇ ਆ, ਫਿਰ ਕਿਵੇਂ ਬਦਨਾਮ ਕਰਦੇ ਲਹਿਰ ਨੂੰ, ਉਸੇ ਤਰ੍ਹਾਂ ਗੌਰਮੈਂਟ ਆਪਣੇ ਲੈਵਲ ਤੇ ਲੱਗੀ ਸੀ। ਇਸ ਤਰ੍ਹਾਂ ਆਪਾਂ ਜਿਵੇਂ ਦੀਪ ਸਿੱਧੂ ਵਾਲਾ ਜਾਂ ਲੱਖੇ ਸਿਧਾਣੇ ਦੀ ਗੱਲ ਕਰਦੇ ਹਾਂ, ਤੇ ਉਹ ਵੈਸੇ ਇੱਕ ਚੀਜ਼ ਜ਼ਰੂਰ ਚਾਹੀਦੀ ਹੈ ਵੀ ਜਿਹੜੀ ਅਗਵਾਈ ਦੇ ਰਹੇ ਕਿਸਾਨ, ਉਹਨਾਂ ਦੇ ਥੱਲੇ ਲੱਗ ਕੇ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ। ਗੌਰਮੈਂਟ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੀਦਾ। ਉਹ ਜਿਹੜੀਆਂ ਇਮੈਚਿਓਰਟੀ ਵਾਲੀਆਂ ਗੱਲਾਂ ਸੀ ਜਿਹੜੀਆਂ, ਉਹਨੇ ਜਿਹੜਾ ਇਹ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ। ਔਰ ਦੂਜਾ ਜਿਹੜੇ ਕਿਸਾਨ ਲੀਡਰ ਸੀ, ਇਹਨਾਂ ਨੇ ਆਪਣੇ ਤੌਰ ਤੇ ਵੀ ਇੱਕ ਦੂਜੇ ਨੂੰ, ਜਿਹੜੇ ਦੂਸਰੇ ਜਿਵੇਂ ਹੁਣ ਮਾਝੇ ਵਾਲੇ ਸੀ ਸਰਵਣ ਪੰਧੇਰ ਜਾਂ ਪੰਨੂ ਆ, ਅਸੀਂ ਜਿੰਨਾ ਕਿ ਇਹਨਾਂ ਨੂੰ ਇਸ ਇਲਾਕੇ 'ਚ ਜਾਣਦੇ, ਜਿੰਨੇ ਰੇਲ ਰੋਕੋ ਦੇ ਜਾਂ ਦੂਜੇ ਜਿੰਨੇ ਵੀ ਘਰਾਓ ਕਰਦੇ, ਪੂਰੇ ਚੰਗੇ ਇਹਨਾਂ ਕੰਮ ਕੀਤੇ ਆ ਏਰੀਏ 'ਚ। ਜਿਵੇਂ ਹਾਈ ਕੋਰਟ 'ਚ ਵੀ ਇਹਨਾਂ ਦੇ ਕੇਸ ਚੱਲਦੇ ਰਹੇ, ਅਸੀਂ ਜਾਣਦੇ। ਇੱਥੇ ਲੋਕਲ ਕੋਰਟਾਂ 'ਚ ਕਿੰਨੇ ਕੇਸ ਇਹਨਾਂ ਦੇ ਚੱਲਦੇ ਆ, ਉਹ ਕਰਕੇ ਅਸੀਂ ਜਾਣਦੇ ਹਾਂ ਸਾਰਾ। ਇਹਨਾਂ ਨੂੰ ਇਹ
ਬਜਾਏ ਇਹਨਾਂ ਨੂੰ ਇਹ ਹੋ ਗਿਆ ਵੀ ਸਾਨੂੰ ਪ੍ਰਾਪਤੀ ਜਿਹੜੀ ਹੋ ਗਈ ਆ, ਅਸੀਂ ਬਹੁਤ ਵੱਡਾ ਗਵਰਨਮੈਂਟ ਨੂੰ ਬੈਕਫੁੱਟ ਤੇ ਲੈ ਗਏ ਆ, ਸਾਨੂੰ ਇਹਦੇ 'ਚ ਕਾਮਯਾਬੀ ਹੈ ਤੇ ਉਹ ਕਾਮਯਾਬੀ ਦਾ ਸਾਨੂੰ ਫਾਇਦਾ ਸਿਰਫ ਸਾਨੂੰ ਮਿਲਣਾ ਚਾਹੀਦਾ, ਉਹ ਹੋਰ ਕੋਈ ਨਾ ਲੈ ਜੇ। ਇਸ ਕਰਕੇ ਜਿਹੜਾ ਲੱਖਾ ਸਿਧਾਨਾ ਜਾਂ ਦੀਪ ਸਿੱਧੂ ਜਾਂ ਸਾਰੇ ਇਸ਼ੂ ਇਸ ਕਰਕੇ ਜਿਹੜੇ ਉੱਠੇ ਆ ਵੀ ਉਹਨਾਂ ਨੂੰ ਇਹ ਬੋਲਣ ਦਾ ਮੌਕਾ ਵੀ ਨਹੀਂ ਦਿੰਦੇ ਰਹੇ ਸਟੇਜ ਤੇ। ਜੇ ਉਹ ਦਿੰਦੇ ਹੀ ਬੋਲਣ ਦਾ ਮੌਕਾ ਤੇ ਉਹ ਆਪਣਾ ਜਿਹੜਾ ਗੁੱਸਾ ਸੀ ਉਹਨੂੰ ਜ਼ਾਹਰ ਕਰਦੇ ਸੀ ਤੇ ਲੋਕੀ ਉਹਨਾਂ ਯੰਗ ਜਨਰੇਸ਼ਨ ਜਿਹੜੀ ਆ ਉਹਨਾਂ ਨੂੰ ਸੁਣਦੀ ਸੀ। ਇਹਨਾਂ ਸਾਰੀਆਂ ਚੀਜ਼ਾਂ ਦਾ ਕਰਕੇ ਇਹਨਾਂ ਨੇ ਅਖੀਰ 'ਚ ਜਿਹੜਾ 26 ਜਨਵਰੀ ਦਾ ਪ੍ਰੋਗਰਾਮ ਸੀ, ਜੋ ਸਾਡੇ ਕੋਲ ਇਨਫੋਰਮੇਸ਼ਨ ਮੈਂ ਹਾਲੇ ਉਹ ਨਾਂ ਨਹੀਂ ਡਿਕਲੇਅਰ ਕਰੂੰਗਾ ਵੀ ਕਿਸ ਤਰ੍ਹਾਂ ਇੱਕ ਬੰਦੇ ਨੂੰ ਪਲਾਂਟ ਕੀਤਾ ਗਿਆ, ਉਹਨੂੰ ਗਾਜ਼ੀਆਬਾਦ ਬਾਰਡਰ ਤੋਂ ਲਿਆ ਕੇ, ਪੁਰਾਣੀ ਮੂਵਮੈਂਟ ਦਾ ਬੰਦਾ ਕੋਈ, ਉਹਨੂੰ ਲਿਆ ਕੇ ਤੇ ਸਿੱਧਾ ਇੱਥੇ ਸਿੰਘੂ ਬਾਰਡਰ ਤੇ ਲਿਆਂਦਾ ਗਿਆ। ਫਿਰ ਉਹਨੇ ਪ੍ਰੋਗਰਾਮ ਦਿੱਤਾ ਵੀ ਤੁਸੀਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਵਾ ਇਹਨਾਂ ਤੋਂ ਪਹਿਲਾਂ ਜਿਹੜਾ ਵਾ ਤੁਸੀਂ ਆਪਣਾ ਜਿਹੜਾ ਵਾ ਕਾਨਵਾਈ ਜਿਹੜੀ ਉਹ ਤੋੜ ਲਓ, ਤੁਸੀਂ ਟਰੈਕਟਰ ਮਾਰਚ ਸ਼ੁਰੂ ਕਰ ਲਓ, ਫਿਰ ਵੀ ਤੁਸੀਂ ਦਿੱਲੀ ਐਂਟਰ ਕਰਨਾ। ਇਹ ਸਾਰੀ ਚੀਜ਼ ਇੱਕ ਜਿਹੜਾ ਪਿੱਛੇ ਦਿਮਾਗ ਪਿੱਛੇ ਹੀ ਉਹਨਾਂ ਨੇ ਉਹ ਸਾਰੀ ਚਲਾਈ ਤੇ ਉਸੇ ਤਰ੍ਹਾਂ ਹੀ ਇਹ ਗੱਲ ਚੱਲੀ। ਜਾ ਕੇ ਗੌਰਮੈਂਟ ਅੱਗੇ ਇਸੇ ਕੰਮ ਨੂੰ ਬੈਠੀ। ਤੁਸੀਂ ਵੇਖਿਆ ਹੋਊਗਾ ਵੀ 26 ਜਨਵਰੀ ਨੂੰ ਅਸੀਂ ਜਾਣਦੇ ਹਮੇਸ਼ਾ ਵੀ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਕਿੰਨੀ ਸਿਕਿਉਰਿਟੀ ਹੁੰਦੀ ਹੈ, ਤੇ ਇਸ ਵਾਰ ਜਿਹੜੀ ਹੈ ਕੋਈ ਸਿਕਿਉਰਿਟੀ ਵਾਲੀ ਗੱਲ ਉੱਥੇ ਨਹੀਂ ਹੈਗੀ। ਕਿਸ ਤਰ੍ਹਾਂ ਉਹਨੂੰ ਖੁੱਲ੍ਹਾ ਹੀ ਛੱਡਤਾ ਗਿਆ, ਇਹਨੂੰ ਵਾਪਰਨ ਦਿੱਤਾ ਗਿਆ। ਅਸਲ ਜੋ ਚਾਹੁੰਦੇ ਸੀ ਵੀ ਜਿਹੜਾ ਤਿਰੰਗਾ ਵਾ ਉਹਦਾ ਅਪਮਾਨ ਹੋਵੇ, ਉਹਨੂੰ ਲਾ ਕੇ ਸੁੱਟਣ ਤੇ ਉੱਥੇ ਕੋਈ ਝੰਡਾ ਚੜਾਉਣ, ਖਾਲਿਸਤਾਨ ਦਾ ਝੰਡਾ ਜਿਹੜਾ ਜਿਵੇਂ ਇੱਕ ਹਫ਼ਤਾ ਪਹਿਲਾਂ ਗੁਰਪ੍ਰਵੰਤ ਪੰਨੂ ਉਹਨਾਂ ਨੇ ਕਿਹਾ ਸੀ, ਸਰਕਾਰ ਉਹ ਐਕਸਪੈਕਟ ਕਰਦੀ ਸੀ ਵੀ ਉਹ ਝੰਡਾ ਚੜ੍ਹਨਾ ਚਾਹੀਦਾ ਵਾ ਜਿਹਦਾ ਕੱਲ ਨੂੰ ਇਹ ਖਾਲਿਸਤਾਨ ਦਾ ਰੌਲਾ ਪਾ ਕੇ ਤੇ ਇਹਨੂੰ ਪੂਰੀ ਮੂਵਮੈਂਟ ਨੂੰ ਜਿਹੜਾ ਵਾ ਖਤਮ ਕਰਨ ਤੇ ਜਾਂ ਇਹਦੇ ਤੇ ਮਿਲਟਰੀ ਐਕਸ਼ਨ, ਪਰ ਉਹ ਕਾਮਯਾਬੀ ਇਹਨਾਂ ਦੀ ਹੋ ਨਹੀਂ ਸਕੀ। ਜਿਹੜਾ ਬੰਦਾ ਗਾਜ਼ੀਆਬਾਦ ਬਾਰਡਰ ਤੋਂ ਆ ਕੇ ਜਿਹਨੇ ਇੱਥੇ ਸਾਰਾ ਕੀਤਾ ਸੀ, ਉਹ ਪਲੈਨਿੰਗ ਇਹਨਾਂ ਦੀ ਦੂਜੀ ਸੀ, ਪਰ ਉਹ ਪਲੈਨਿੰਗ ਉਹ ਝੰਡੇ ਵਾਲੀ ਗੱਲ ਜਿਹੜੀ ਇਹ ਸਾਬਤ ਕਰਨਾ ਚਾਹੁੰਦੇ ਸੀ ਵੀ 6 ਫॉर ਜਸਟਿਸ ਦੇ ਨਾਲ ਰਿਲੇਟਡ ਕਰਕੇ ਸਾਰੇ ਨੂੰ ਕੱਲ ਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਇਹਨੂੰ ਪੂਰਾ ਜਿਹੜਾ ਵਾ ਇੱਕ ਹੋਰ ਰੰਗਤ ਦੇ ਕੇ ਤੇ ਇਹਨੂੰ ਖਤਮ ਕਰਾਇਆ ਜਾ ਸਕੇ। ਮਿਲਟਰੀ ਐਕਸ਼ਨ ਜਾਂ ਜੋ ਵੀ ਇਹ ਕਰਨਾ ਚਾਹੁੰਦੇ ਕਿਸਾਨਾਂ ਦੇ ਉਲਟ ਉਹਦਾ ਇੱਕ ਬਹਾਨਾ ਲੱਭਿਆ ਜਾਵੇ, ਉਹ ਸਾਰਾ ਕੁਝ ਇਹਨਾਂ ਦਾ ਫੇਲ ਹੋ ਗਿਆ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਨਾ ਪਿੱਛੇ ਕਿਤੇ ਜਿਹੜੀ ਇਹ ਕਿਸਾਨ ਯੂਨੀਅਨ ਦੇ ਲੀਡਰ ਜਿਹੜੇ ਉਹ ਵੀ ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਜਿਹੜਾ ਅਸੀਂ ਹੁਣ ਵੇਖਿਆ ਵੀ ਜਦੋਂ ਇਹ 26 ਜਨਵਰੀ ਦਾ ਵਾਕਿਆ ਹੋ ਗਿਆ ਉਹਦੇ ਤੋਂ ਬਾਅਦ ਜਿੰਨੇ ਅਸੀਂ ਬੰਦੇ ਜਿੰਨੇ ਵੀ ਪਰਿਵਾਰਾਂ ਦੇ ਫੋਨ ਆਉਂਦੇ ਇਹ ਵਿਚਾਰੇ ਦੇ ਪਿੱਛੇ ਟਰੈਕਟਰ ਲੈ ਕੇ ਚੱਲੇ ਤੇ ਅੱਗੇ ਚੱਲ ਪਏ। ਇਹਨਾਂ ਨੂੰ ਕਿਸੇ ਨੇ ਬਾਂਹ ਨਹੀਂ ਫੜੀ, ਹਰ ਇੱਕ ਬੰਦਾ ਆਪਣੇ ਆਪ ਨੂੰ ਬੈਕਫੁੱਟ ਤੇ ਚੱਲ ਗਏ ਵੀ ਸਾਡਾ ਨਹੀਂ, ਅਸੀਂ ਆਪਣੇ ਆਪ ਸਾਡੀ ਜਥੇਬੰਦੀ ਦਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਗਾ, ਅਸੀਂ ਇਹਨਾਂ ਨੂੰ ਸਪੋਰਟ ਨਹੀਂ ਕਰਦੇ। ਅਸੀਂ ਬੜੇ ਮੈਸੇਜ ਭੇਜੇ ਵੀ ਤੁਹਾਨੂੰ ਇਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ, ਜਿਹੜੇ ਤੁਹਾਡੇ ਆਵਾਜ਼ ਤੇ ਆਏ ਆ। ਤੁਸੀਂ ਕਹਿੰਦੇ ਜੀ ਵੀ ਦਿੱਲੀ ਦੀ ਹਿੱਕ ਤੇ ਅਸੀਂ ਕਰਨਾ ਵਾ, ਮੋਦੀ ਦੀ ਹਿੱਕ ਤੇ ਅਸੀਂ ਇਸ ਤਰ੍ਹਾਂ ਕਰਨਾ, ਉੱਥੇ ਟਰੈਕਟਰ ਚਲਾਉਣੇ, ਅਸੀਂ ਲਾਲ ਕਿਲ੍ਹੇ ਤੇ ਝੰਡੇ ਚੜਾਵਾਂਗੇ। ਸਭ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੇ ਸਪੀਚਾਂ ਦਿੱਤੀਆਂ, ਲੋਕੀ ਉਸੇ ਗੱਲ ਨੂੰ ਆ ਗਏ। ਇਹਨਾਂ ਕੋਲ ਉਸ ਗੱਲ ਨੂੰ ਬਾਅਦ ਚ ਜਦੋਂ ਇਹ ਸਾਰਾ ਕੁਝ ਵਾਪਰ ਪਿਆ ਤੇ ਫਿਰ ਇਹਨਾਂ ਨੇ ਉਸ ਗੱਲ ਲਈ ਪੈਰ ਨਹੀਂ ਲਾਏ ਤੇ ਪਿੱਛੇ ਨੂੰ ਹਟ ਗਏ। ਇਸ ਕਰਕੇ ਇਹਨਾਂ ਨੇ ਕਿਤੇ ਨਾ ਕਿਤੇ ਸਾਰਿਆਂ ਦੀ, ਇਹ ਸਿਰਫ ਕਿਸਾਨਾਂ ਦਾ ਅੰਦੋਲਨ ਨਹੀਂ, ਉੱਥੇ ਤੁਸੀਂ ਜਾ ਕੇ ਵੇਖੋ ਹਰ ਇੱਕ ਜਿਹੜਾ ਬੰਦਾ ਹਿੰਦੂ, ਸਿੱਖ, ਮੁਸਲਮਾਨ, ਹਰ ਇੱਕ ਬੰਦਾ ਜਿਹੜਾ ਉੱਥੇ ਪਾਰਟੀਸਪੇਟ ਕਰਨ ਦਿਆ। ਤੇ ਕਿਸਾਨ ਹੀ ਨਹੀਂ, ਹਰ ਇੱਕ ਬੰਦਾ ਡਾਕਟਰ, ਇੰਜੀਨੀਅਰ, ਈਵਨ ਕਿ ਮੇਰੇ ਦੋਸਤ ਆ ਕਈ ਜਿਹੜੇ ਕਿ ਗੌਰਮੈਂਟ ਡਿਪਾਰਟਮੈਂਟ 'ਚ ਚੰਗੇ ਆਫਿਸਰ ਰੈਂਕ ਤੇ ਹੈਗੇ ਆ, ਉਹ ਗਏ ਸਾਰੇ ਜਾਣੇ ਉੱਥੇ ਜਾ ਕੇ ਉੱਥੇ ਪਾਰਟੀਸਪੇਟ ਕਰਕੇ ਆਏ ਆ। ਵਕੀਲ ਤੁਸੀਂ ਵੇਖੋ ਵੀ ਡੇਲੀ ਘੱਟੋ ਘੱਟ 100-200 ਵਕੀਲ ਉੱਥੇ ਜਾਂਦੇ ਆ ਵਾ। ਹਰ ਇੱਕ ਬੰਦੇ ਦਾ ਉੱਥੇ ਹੈਗਾ ਹੈ ਵੀ ਇਹਨਾਂ ਦੀ ਜਿਹੜੀ ਇਹ ਜੋ ਵੀ ਮਿਸ਼ਨ ਆ ਉਹ ਇਹਨਾਂ ਨੂੰ ਕਾਮਯਾਬੀ ਮਿਲਣੀ ਚਾਹੀਦੀ ਹੈ। ਪਰ ਇਹਨਾਂ ਨੇ ਉਸ ਚੀਜ਼ ਸਾਰੀ ਨੂੰ ਜਿਹੜਾ ਇੱਕ ਵੱਡਾ ਅੰਦੋਲਨ ਬਣਨ ਕਰਕੇ ਇਹਨਾਂ ਨੂੰ ਇਹੋ ਲੱਗਾ ਵੀ ਅਸੀਂ ਇਹਦੇ ਵਿੱਚ ਹੁਣ ਪ੍ਰਾਪਤੀ ਕੀ ਕਰਨੀ ਹੈ। ਉਹ ਪ੍ਰਾਪਤੀ ਦੀ ਜਿਹੜੀ ਲਾਲਸਾ ਸੀ ਉਹਨੇ ਇਹ ਸਾਰਾ ਜਿਹੜਾ ਅੰਦੋਲਨ ਹੈ ਇੱਕ ਵਾਰੀ ਬੈਕਫੁੱਟ ਤੇ ਲਿਆਂਦਾ। ਪਰ ਪਰਮਾਤਮਾ ਦੀ ਕਿਰਪਾ ਵਾ ਵੀ ਇਹ ਦੁਬਾਰਾ ਜਿਹੜਾ ਵਾ 4-5 ਦਿਨਾਂ 'ਚ ਸਾਰਾ ਕੁਝ ਕਵਰ ਹੋ ਕੇ ਫਿਰ ਉੱਥੇ ਆ ਗਿਆ। ਤੇ ਹੁਣ ਜਿਹੜੀ ਮੌਜੂਦਾ ਸਥਿਤੀ ਇਹ ਲੱਗਣ ਦੀ ਵੀ ਸ਼ਾਇਦ ਪੋਲੀਟੀਕਲ ਲੀਡਰ ਜਿਹਨਾਂ ਨੂੰ ਇਹਨਾਂ ਨੇ ਵੜਨ ਨਹੀਂ ਦਿੱਤਾ 2 ਮਹੀਨੇ ਉੱਥੇ, ਉਹ ਵੀ ਵੇਖਣ ਦੇ ਵੀ ਉਹਨਾਂ ਦਾ ਨੁਕਸਾਨ ਹੋ ਜੂ। ਪੰਜਾਬ 'ਚ ਜਿਹੜੀ ਕਿਸਾਨਾਂ ਦੀ ਵੋਟ ਜਿਹੜੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਅਕਾਲੀਆਂ ਨਾਲ ਸੰਬੰਧ ਵੀ ਹਰ ਇੱਕ ਬੰਦਾ ਇਹ ਸੋਚਦਾ ਵੀ ਮੇਰੀ ਇਹ ਵੋਟ ਨਿਕਲ ਗਈ। ਹੁਣ ਜਿਹੜੀ ਇਹ ਟਕੈਤ ਨੂੰ ਵੀ ਜਿਹੜਾ ਜ਼ਿਆਦਾ ਉਹਨੂੰ ਹਾਈਲਾਈਟ ਕਰਨਾ ਮੀਡੀਆ 'ਚ, ਤੁਸੀਂ ਦੇਖੋ ਵੀ ਜਿਹੜਾ ਨੈਸ਼ਨਲ ਮੀਡੀਆ ਜਿਹੜਾ ਕਿਸੇ ਕਿਸਾਨ ਆਗੂ ਦੀ ਸਪੀਚ 1 ਮਿੰਟ ਵੀ ਨਹੀਂ ਚਲਾਉਣਾ ਚਾਹੁੰਦਾ, ਉਹ ਜਿਹੜਾ ਉਹਦੇ ਆਲੇ ਦੁਆਲੇ ਆ ਉਹਦੀ ਸਾਰੀ ਚੱਲਣ ਦੀ ਹੈ। ਫਿਰ ਸੁਖਬੀਰ ਬਾਦਲ ਤੱਕ ਜਿਹੜੇ ਡਰਦੇ ਸੀ ਉਸ ਅੰਦੋਲਨ 'ਚ ਵੜਨ ਤੋਂ, ਉਹ ਅੰਦੋਲਨ ਦੇ ਲਾਗੋਂ ਤੋਂ ਲੰਘਣ ਤੋਂ ਡਰਦੇ ਸੀ ਕਿਤੇ ਕੋਈ ਸਾਨੂੰ ਵੇਖ ਨਾ ਲਵੇ, ਉਹ ਹੁਣ ਉੱਥੇ ਜਾ ਕੇ ਜਿਹੜਾ ਉਹ ਪਾਰਟੀਸਪੇਟ ਕਰਨ ਦੇ ਆ। ਹਰ ਇੱਕ ਬੰਦਾ ਕਾਂਗਰਸ ਤੇ, ਅੱਜ ਕਾਂਗਰਸ ਦੇ ਲੀਡਰ ਦਿੱਲੀ ਪਹੁੰਚੇ ਟਕੈਤ ਕੋਲ, ਕੱਲ ਆਮ ਆਦਮੀ ਪਾਰਟੀ ਦੇ ਪਰਸੋਂ ਗਏ ਸੀ, ਕੱਲ ਸੁਖਬੀਰ ਬਾਦਲ ਗਿਆ ਸੀ। ਇਸ ਕਰਕੇ ਇਹ ਜਿਹੜੀ ਪੋਜੀਸ਼ਨ ਹੋਣਾ ਹੈਗਾ ਵੀ ਬਾਕੀ ਜਿਹੜੇ ਆਗੂ ਆ ਕਿਸਾਨ ਆਗੂ ਉਹਨਾਂ ਨੂੰ ਉਹਨਾਂ ਦੀ ਆਇਡੈਂਟਿਟੀ ਜਾਂ ਉਹਨਾਂ ਦਾ ਜਿਹੜਾ ਕੱਦ ਉਹਨੂੰ ਨੀਵਾਂ ਕਰਨ ਲਈ ਟਕੈਤ ਦੇ ਕੱਦ ਨੂੰ ਜਿਹੜਾ ਉਹ ਉੱਚਾ ਕਰ ਦਿਓ।
ਇਸ ਕਰਕੇ ਆਪਸ 'ਚ ਜਿਹੜੀ ਗੌਰਮੈਂਟ ਜਿਹੜੀ ਇਹ ਸਾਰੀਆਂ ਪਲੈਨਿੰਗਾਂ ਜਿਹੜੀਆਂ ਇਹ ਗੌਰਮੈਂਟ ਲੈਵਲ ਤੇ ਜਿਹੜੀਆਂ ਚੱਲਣ ਦੀਆਂ ਤੇ ਕਿਸ ਤਰ੍ਹਾਂ ਇਹਨਾਂ ਨੇ ਕਰਨਾ ਵਾ, ਇਹ ਸਾਰਾ ਕੁਝ ਉਹ ਹਿਸਾਬ ਨਾਲ ਚੱਲਣ ਦੇ। ਵਿਰਕਾ ਸਾਹਿਬ ਤੁਹਾਡੇ ਸਮੇਂ ਲਈ ਧੰਨਵਾਦ। ਤੁਹਾਡਾ ਨੰਬਰ ਮੈਂ ਅੱਗੇ ਵੀ ਬੋਲਦਾ ਹਾਂ, ਅੱਜ ਵੀ ਬੋਲਦਾ ਹਾਂ, ਅਤੇ ਕਿਸੇ ਨੂੰ ਵੀ ਇੱਥੇ ਲੋੜ ਹੋਵੇ ਬਾਹਰ, ਕਦੇ ਕੋਈ ਤੁਹਾਡੇ ਮਨ ਦੇ ਵਿੱਚ ਹੋਵੇ, ਸਰਦਾਰ ਸਰਬਜੀਤ ਸਿੰਘ ਵੇਰਕਾ ਜਿਹੜੇ ਜਸਟਿਸ ਬੈਂਸ ਦੀ ਟੀਮ ਦੇ ਇੱਕ ਉੱਘੇ ਸਾਡੇ ਵਕੀਲ ਨੇ, 98 159 63 ਕੋਈ ਵੀ ਉੱਥੇ ਤੁਹਾਨੂੰ ਕਿਸੇ ਚੀਜ਼ ਦੀ ਮੁਸ਼ਕਿਲ ਆਉਂਦੀ ਹੈ ਤਾਂ ਇਹਨਾਂ ਤੋਂ ਪਤਾ ਕਰ ਸਕਦੇ ਹੋ। 98 159 63 ਵਿਰਕਾ ਸਾਹਿਬ ਧੰਨਵਾਦ ਬਹੁਤ ਬਹੁਤ ਤੁਹਾਡਾ। ਥੈਂਕ ਯੂ ਜੀ, ਵੈਲਕਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਣ ਮਿਲਦਾ ਇਹਨਾਂ ਯੋਧਿਆਂ ਨੂੰ, ਸਰਦਾਰ ਵੇਰਕਾ ਨੂੰ, ਕਿ ਪਰਿਵਾਰ ਜਿਹੜੇ ਉਸ ਸਮੇਂ ਦੇ ਵਿੱਚ ਚੁੱਕ ਕੇ ਖਪਾ ਦਿੱਤੇ ਗਏ, ਉਹਨਾਂ ਦੇ ਪਰਿਵਾਰ ਕਹਿੰਦੇ ਕੇਸ ਨਹੀਂ ਲੜਨਾ। ਸਰਦਾਰ ਵੇਰਕਾ ਨੇ ਉਹ ਕੇਸ ਲੜੇ, ਦੱਸ ਕੇ ਹਟੇ ਨੇ ਉਹ ਕਿਹੜੇ ਕੇਸ ਕਿਵੇਂ ਲੜੇ ਨੇ। ਪਰ ਆਰਗੇਨਾਈਜੇਸ਼ਨ ਹੈ ਜਸਟਿਸ ਬੈਂਸ ਦੀ ਜਿਹੜੇ ਨਾਲ ਇਹਨਾਂ ਦੇ ਖੜਦੇ ਨੇ। ਵਪਾਰਕ ਸੰਦੇਸ਼ਾਂ ਤੋਂ ਬਾਅਦ ਤੁਹਾਡੀਆਂ ਕਾਲਸ ਤੇ ਮੁੜ ਕੇ ਆਉਣਾ ਜੀ। ਤਬਦੀਲੀਆਂ ਜੀ ਜਿਹੜੀਆਂ ਨੇ ਇਹ ਅਸੀਂ ਮਰਜ਼ੀ ਨਾਲ ਨਹੀਂ, ਜਿਹੜਾ ਇਹ ਲਾਇਸੈਂਸ ਹੈ ਰੇਡੀਓ ਦਾ, ਇਹਦੇ ਵਿੱਚ ਹਰ ਅੱਧੇ ਘੰਟੇ ਬਾਅਦ ਖਬਰਾਂ ਸਾਨੂੰ ਚਲਾਉਣੀਆਂ ਪੈਣਗੀਆਂ। ਪਲੀਜ਼ ਤੁਹਾਡਾ ਸਾਥ ਸਾਨੂੰ ਚਾਹੀਦਾ ਹੈ। ਸਾਡੀ ਨਵੀਂ ਇਸ ਨਿਊਜ਼ ਟੀਮ ਦੇ ਵਿੱਚ ਮਨਦੀਪ ਕੌਰ ਬੈਨੀਪਾਲ ਉਹਨਾਂ ਦੀ ਤੋਂ ਤੁਸੀਂ ਹੁਣੇ ਸੁਣ ਕੇ ਹੋਏ ਖਬਰਾਂ ਸੁਣ ਕੇ ਹਟੇ ਹੋ। ਨਵੀਂ ਸਾਡੀ ਟੀਮ ਜਿਹੜੀ ਹੈ ਨਿਊਜ਼ ਦੀ, ਉਹਦੇ ਵਿੱਚ ਘੱਟੋ ਘੱਟ 10 ਜਣੇ ਹੁਣ ਕੰਮ ਕਰ ਰਹੇ ਨੇ। ਨਿਊਜ਼ ਡਾਇਰੈਕਟਰ ਅਤੇ ਇੰਚਾਰਜ ਉਸ ਦੇ ਮੇਨ ਸਮੀਰ ਕੌਸ਼ਲ ਜੀ ਰਹਿਣਗੇ, ਅਤੇ ਸ਼ੇਰੇ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਹੈ। ਹੁਣ ਸਾਰਿਆਂ ਦੇ ਬਾਰੋ ਬਾਰੀ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ। ਮੈਂ ਅਗਲਾ ਵਿਸ਼ਾ ਅੱਜ ਸ਼ੁਰੂ ਕਰਨਾ ਸੀ, ਕੰਮ ਅਤੇ ਸ਼ੌਕ ਤੁਹਾਡਾ ਇਕੱਠਾ ਜੇ ਹੋਵੇ ਤਾਂ, ਪਰ ਮੈਨੂੰ ਲੱਗਦਾ ਕਾਲਰਸ ਕੋਈ ਗੱਲਬਾਤ ਕਰਨੀ ਚਾਹੁੰਦੇ। ਸਾਰਿਆਂ ਨੂੰ ਮੈਂ ਬੇਨਤੀ ਹੱਥ ਜੋੜ ਕੇ ਕਰੂੰਗਾ ਕਿ ਜਿੰਨਾ ਤੁਸੀਂ ਸਮਾਂ ਘੱਟ ਲਓਗੇ ਹੋਰ ਜ਼ਿਆਦਾ ਕਾਲਰ ਗੱਲਬਾਤ ਕਰ ਸਕਦੇ ਨੇ। ਰਾਜਸਥਾਨੀ ਸਾਹਿਬ ਲਾਈਨ ਨੰਬਰ 1। ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਹਾਡਾ ਧੰਨਵਾਦ। ਮੇਰਾ ਤਾਂ ਟੌਪਿਕ ਇਹ ਹੁੰਦਾ ਵੀ ਘਰ ਕਾ ਭੇਤੀ ਲੰਕਾ ਢਾਵੇ, ਇਹ ਤੇ ਮੈਂ ਕਰਦਾ ਹਾਂ ਹਮੇਸ਼ਾ ਹੀ ਜੀ ਵੀ 27 28 ਸੂਬੇ ਹੈਗੇ ਆ ਭਾਰਤ ਦੇ ਵਿੱਚ, ਤੇ ਉਹਨਾਂ 'ਚ ਪੰਜਾਬ ਹੈਗਾ, ਤੇ ਪੰਜਾਬ ਨੂੰ ਪੰਜਾਬ ਦੇ ਲੀਡਰਾਂ ਨੇ ਹੀ ਪਿੱਛੇ ਕਰ ਦਿੱਤਾ ਹੈਗਾ ਭਾਰਤ ਦੇ ਵਿੱਚ। ਇਹ ਤਾਂ ਲੰਮੀ ਕਹਾਣੀ ਹੈ, ਤੁਹਾਨੂੰ ਪਤਾ ਹੀ ਆ। ਤੇ ਹੁਣ ਜਿਹੜਾ ਸੀਗਾ ਵੀ ਇਹ ਜਿਹੜੀ ਸੀਗੀ 26 ਜਨਵਰੀ ਦੀ, ਦੇਖੋ ਮੈਂ ਪਹਿਲਾਂ ਹੀ ਦੱਸਤਾ ਸੀਗਾ ਸਾਰੀ ਗੱਲਬਾਤ। ਬਿਲਕੁਲ ਦੇਖੋ ਜਿਹੜੀ ਸਰਕਾਰ ਹੈ ਬੀਜੇਪੀ ਦੀ, ਉਹ ਤਾਂ ਇੰਦਰਾ ਗਾਂਧੀ ਦੇ ਅਨੁਸਾਰ ਚੱਲ ਪਈ ਹੈਗੀ ਵੀ 19-21 ਹੈਗੀ ਬੀਜੇਪੀ, ਤੇ ਜਿਹੜੀ ਕਾਂਗਰਸ ਜੋ ਇੰਦਰਾ ਨੇ ਕੀਤਾ ਉਹ ਹੁਣ ਇਹ ਕਰਨ ਲੱਗ ਪਏ ਹੈਗੇ, ਇਹਦੇ 'ਚ ਕੋਈ ਦੋ ਸ਼ੱਕ ਨਹੀਂ ਗਾ। ਤੇ ਬਾਕੀ ਸੀਗਾ ਵੀ ਜਿਹੜੀ ਉਹਨਾਂ ਦਾ ਨਿਸ਼ਾਨਾ ਸੀਗਾ, ਇਹ ਮੈਂ ਪਹਿਲਾਂ ਹੀ ਰੌਲਾ ਪਾਉਂਦਾ ਸੀ 1 ਮਹੀਨਾ ਪਹਿਲਾਂ, ਜਦੋਂ ਸਿੱਖ ਫਾਰ ਜਸਟਿਸ ਦਾ ਇੱਥੇ ਚੱਲਿਆ ਕੰਮ, ਇੱਥੇ ਵੀ ਖਰੀਦੋ ਫਰੋਖਤ ਸ਼ੁਰੂ ਸੀਗੀ। ਤੁਸੀਂ ਹੁਣ ਮੈਂ ਕਹਿ ਨਹੀਂ ਸਕਦਾ, ਉਹ ਜਿਵੇਂ ਉਹ ਕਹਿ ਗਏ ਨਾ ਸਰਬਜੀਤ ਵੀ ਮੈਂ ਨਾਂ ਨਹੀਂ ਲੈ ਸਕਦਾ ਬੰਦਿਆਂ ਦਾ, ਤੇ ਇੱਥੇ ਵੀ ਸਭ ਕੁਛ ਹੈਗਾ, ਐਸੀ ਗੱਲ ਨਹੀਂ ਤੁਸੀਂ ਕਹੋ। ਅੱਛਾ, ਉਹ ਹੁਣ ਖਰੀਦੋ ਫਰੋਖਤ 26 ਜਨਵਰੀ ਦੇ ਉੱਤੇ ਦੁੱਧ ਤੋਂ ਪਾਣੀ ਛਾਣਿਆ ਗਿਆ ਵੀ ਘਰ ਦਾ ਜਿਹੜੇ ਆਪ ਦੇ, ਦੇਖੋ ਹੋਰ ਵੀ ਤਾਂ ਸਟੇਟਾਂ ਸੀਗੀਆਂ ਹੀ, ਹੋਰ ਵੀ ਤਾਂ ਹੁਣ ਜਿਹੜੇ ਬੰਦੇ ਫੜੇ ਆ ਸਾਰੇ ਪੰਜਾਬ ਦੇ, ਹੋਰ ਵੀ ਤਾਂ ਰਾਜਸਥਾਨ ਤੋਂ ਆਏ ਹੋਏ ਸੀਗੇ, ਸਾਰੀਆਂ ਸੂਬਿਆਂ ਤੋਂ ਬੰਦੇ ਆਏ ਹੋਏ ਸੀ ਉੱਥੇ, ਉਹ ਨਹੀਂ ਫੜ ਲਏ ਸਰਕਾਰ ਨੇ। ਤੁਹਾਡੇ ਪੰਜਾਬ ਦੇ ਕਿਉਂ ਬੰਦੇ ਫੜ ਲਏ? ਕਿਉਂਕਿ ਤੁਸੀਂ ਅੰਦਰੋਂ ਮਾੜੇ ਆ, ਅੰਦਰੋਂ ਗਦਾਰੀ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਜਾਂਦੀ ਹੈਗੀ ਸਾਡੇ ਘਰ ਤੋਂ ਹੀ। ਜੇ ਘਰ ਸਾਡਾ ਇਕੱਠਾ ਹੋਵੇ, ਜੇ ਇਹ ਯੂਨਾਈਟਿਡ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਸਾਰੀਆਂ, ਤਾਂ ਸਰਕਾਰ ਨੂੰ ਮੌਕਾ ਨਾ ਮਿਲਦਾ। ਜਦੋਂ ਤੁਸੀਂ ਆਪ ਹੀ ਮੌਕਾ ਦਿੱਤਾ, ਉਹਨਾਂ ਦੇ ਨਾਲ ਗੱਠਜੋੜ ਕੀਤਾ ਵੀ ਤੂੰ ਮੈਂ ਲੱਖਾ ਸਿਧਾਣਾ ਨੂੰ ਪਿੱਛੇ ਕਰੋ, ਇਹਨੂੰ ਐ ਕਰੋ, ਜੈਲਸੀ ਕਰਦੇ, ਪਰ ਤੁਸੀਂ ਬਾਜੀ ਤਾਂ ਜਿੱਤ ਲਓ ਆਪਦੀ। ਤੁਸੀਂ ਐਡਾ ਵੱਡਾ ਅੰਦੋਲਨ ਸ਼ੁਰੂ ਕੀਤਾ ਪੰਜਾਬ ਤੋਂ ਭਾਰਤ ਵਾਸਤੇ, ਕਿਸਾਨਾਂ ਵਾਸਤੇ, ਰੋਟੀ ਰੋਜੀ ਵਾਸਤੇ, ਥੋੜੀ ਸੋਭਾ ਕਿੰਨੀ ਵਧੀ ਵਿਸ਼ਵ ਦੇ ਵਿੱਚ, ਇਹਨੂੰ ਤੁਸੀਂ ਕਾਇਮ ਰੱਖਣਾ ਹੈਗਾ। ਪਰ ਜਿਹੜੇ ਖਰੀਦੇ ਗਏ, ਪਿੱਛੇ ਵੀ ਖਰੀਦੇ ਗਏ, ਹੁਣ ਵੀ ਖਰੀਦੇ ਗਏ, ਤਾਂ ਦੂਜੇ ਨੰਬਰ ਤੇ ਇਹ ਦੋਸ਼ ਹੋ ਗਿਆ, ਪਹਿਲੇ ਨੰਬਰ ਤੇ ਸਰਕਾਰ ਦਾ। ਤੀਜੀ ਜਿਹੜੀ ਹੁਣ ਗੱਲ ਹੈਗੀ ਆ ਟਕੈਤ ਦੀ, ਦੇਖੋ ਹੁਣ ਜਿਹੜਾ ਇਹ ਮੂਵਮੈਂਟ ਹੈਗਾ, ਮੈਂ ਅੱਗੇ ਰਿਹਾ ਜਾਟਾਂ ਦੇ ਨਾਲ, ਜਾਟਾਂ ਦੇ ਵਿੱਚ ਇਹ ਉਹਨਾਂ ਦੇ ਹੱਥ ਚਲੇ ਗਿਆ ਹੁਣ। ਬਿਲਕੁਲ ਜੀ, ਤੁਸੀਂ ਅੱਗੇ ਦੱਸਿਆ ਹੋਇਆ। ਰਾਜਸਥਾਨੀ ਸਾਹਿਬ ਮਾਫੀ ਚਾਹੁੰਦਾ। ਆਰਗੈਨਿਕ ਵੇਅਰ ਹਾਊਸ ਪ੍ਰੋਗਰਾਮ ਦੇ ਸਪਾਂਸਰ ਨੇ, ਨਵੇਂ ਸਪਾਂਸਰ ਨੇ ਸਾਡੇ। ਅੱਜ ਕੱਲ੍ਹ ਦੇ ਮਾਹੌਲ 'ਚ ਬਿਮਾਰੀਆਂ ਤੋਂ ਬਚਣ ਲਈ ਥੋੜ੍ਹੀ ਖਾਦ ਖੁਰਾਕ ਵਧੀਆ ਚਾਹੀਦੀ ਹੈ। ਜੇ ਜੈਵਿਕ ਹੋ ਜਾਵੇ, ਆਰਗੈਨਿਕ ਹੋ ਜਾਵੇ, ਸਿਰੇ ਕਹਾਣੀ ਹੈ। ਫਰੈਸ਼ ਸਬਜ਼ੀਆਂ ਤਾਜ਼ੀਆਂ, ਅਤੇ ਉਸ ਤੋਂ ਬਾਅਦ ਤਾਜ਼ੇ ਫਲ ਜਿਹੜੇ ਸਾਰੇ ਆਰਗੈਨਿਕ, ਅਤੇ ਮੀਟ ਅਤੇ ਹੋਰ ਜਿਹੜਾ ਗਰੋਸਰੀ ਆਰਗੈਨਿਕ ਤੁਸੀਂ ਲੈ ਸਕਦੇ ਹੋ। ਆਰਗੈਨਿਕ ਵੇਅਰ ਹਾਊਸ, ਯੂਨਿਟ 210 7093 ਕਿੰਗ ਜਾਰਜ ਬੁਲੇਵਾਰਡ ਸਟੋਰ 'ਚ ਪਹੁੰਚ ਕੇ ਤੁਸੀਂ ਆਰਗੈਨਿਕ ਮੀਟ, ਸਰਟੀਫਾਈਡ ਆਰਗੈਨਿਕ ਜਿਹੜੇ ਗ੍ਰੇਨਸ ਨੇ, ਜਿਹੜੇ ਅਨਾਜ ਨੇ, ਉਹ ਵੀ ਲੈ ਸਕਦੇ ਹੋ। ਆਟਾ ਜਿਹੜਾ ਉਸ ਨੂੰ ਜਿਹੜਾ ਉੱਥੋਂ
ਖਾਸ ਜਿਹੜਾ ਆਰਗੈਨਿਕ ਆਟਾ ਲੈ ਸਕਦੇ ਹੋ। ਈਟ ਆਰਗੈਨਿਕ, ਈਟ ਫਰੈਸ਼, ਸਟੇ ਹੈਲਦੀ। 604 674 2642 ਆਰਗੈਨਿਕ ਵੇਅਰ ਹਾਊਸ 7093 ਕਿੰਗ ਜਾਰਜ ਬੁਲੇਵਰਡ ਤੇ। ਆਰਗੈਨਿਕ ਖਾਓ ਤੇ ਸਿਹਤ ਆਪਣੀ ਵਧੀਆ ਰੱਖੋ, ਸਿਹਤ ਤੋਂ ਉੱਪਰ ਕੁਛ ਨਹੀਂ। ਗੁਰਮੁਖ ਸਿੰਘ ਦਿਓਲ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਦੇਖੋ, ਕਿਸਾਨੀ ਮਸਲਾ ਚੱਲਦਾ ਸੀਗਾ ਤੇ ਸਾਰੇ ਹੁਣ ਤੱਕ ਵੀ ਇਹ ਗੱਲ ਕਰਦੇ ਸੀਗੇ ਵੀ ਹਾਲੇ ਤੱਕ ਵੀ ਸਾਨੂੰ ਇੱਕ ਰਿਕਵੈਸਟ ਕਰੀ ਜਾਂਦੇ ਏਕਤਾ ਦੇ ਲਈ, ਨਾਲੇ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਖੁਦ ਫਸਾਇਆ ਗਿਆ ਆਗੂਆਂ ਵੱਲੋਂ, ਉਹਨਾਂ ਨੂੰ ਭੰਡ ਵੀ ਰਹੇ ਆ, ਨਾਲੇ ਕਿ ਜਾਂਦੇ ਏਕਤਾ ਕਰੋ। ਤੇ ਮੈਨੂੰ ਬੜਾ ਹੈਰਾਨੀ ਹੈ ਵੀ ਜੇ ਤੁਸੀਂ ਉਹਨਾਂ ਦੇ ਬਾਰੇ ਆਪਣਾ ਜਿਹੜਾ ਪ੍ਰੋਪੋਗੰਡਾ ਝੂਠ ਦਾ ਜੇ ਤੁਸੀਂ ਹੀ ਬੰਦ ਕਰ ਦਿਓ ਤਾਂ ਐਡੀ ਸਮੱਸਿਆ ਨਹੀਂ ਹੈਗੀ, ਕਿਉਂਕਿ ਨੈਰੇਟਿਵ ਤੋੜਨ ਲਈ ਨਾਲੋਂ ਨਾਲ ਕਿਸਾਨੀ ਮਸਲੇ ਦੇ ਨਾਲੋਂ ਨਾਲ ਦੇ ਇੱਕ ਨਵੀਂ ਦੇਖੋ ਮੁੱਦਾ ਸ਼ੁਰੂ ਹੋ ਗਿਆ ਵੀ ਮੇਰੇ ਖਿਆਲ ਨਾਲ ਇਹ ਨੌਜਵਾਨਾਂ ਦੇ ਨਾਲ ਭਾਵੇਂ ਦੀਪ ਸਿੱਧੂ, ਲੱਖਾ ਨਹੀਂ ਜਾਣੀ ਜਿਹੜੇ ਜਿਨ੍ਹਾਂ ਦੇ ਅਸੀਂ ਨਾਮ ਨਹੀਂ ਜਾਣਦੇ, ਉਹਨਾਂ ਦੇ ਨਾਲ ਹੁਣ ਖੜਨਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਸਾਨੀ ਮਸਲੇ ਤੋਂ ਵੀ ਵੱਡਾ। ਕਿਉਂਕਿ ਅਦਰਵਾਈਜ਼ ਜੇ ਅਸੀਂ ਇਹ ਕਰ ਲਏ ਨਿਰਾਸ਼ ਤੋਂ ਨੌਜਵਾਨ ਹੋਗਾ ਫਿਰ ਬਹੁਤ ਵੱਡੀ ਸਮੱਸਿਆ ਬਣੀ। ਤੇ ਤੁਹਾਡਾ ਇਸ ਗੱਲੋਂ ਮੈਂ ਧੰਨਵਾਦ ਕਰਦਾ ਵੀ ਕਈ ਵਾਰੀ ਤੁਸੀਂ ਇਹ ਸਰਜੀਤ ਸਿੰਘ ਵੇਰਕਾ ਜਾਂ ਜਸਟਿਸ ਬੈਂਸ ਹੋਣੀ ਆ, ਰਾਜਵਿੰਦਰ ਸਿੰਘ ਹੋਣੀ, ਇਹ ਸਾਰੇ ਇੱਦਾਂ ਦੇ ਇਮਾਨਦਾਰ ਲੋਕ ਆ, ਇਹਨਾਂ ਦਾ ਇਤਿਹਾਸ ਆ, ਮੰਨ ਲਓ ਇਹਨਾਂ ਦੀ ਕ੍ਰੈਡੀਬਿਲਿਟੀ ਲੋਕਾਂ ਨੂੰ ਪਤਾ ਆ। ਪਰ ਇਸ ਮੌਕੇ ਤੇ ਬਹੁਤ ਸਾਰੇ ਉਹਨਾਂ ਪੱਤਰਕਾਰਾਂ ਦੇ ਆਪਣੇ ਜਾਂ ਚੁਣੇ ਹੋਏ ਨੁਮਾਇੰਦੇ ਪੇਸ਼ ਕਰ ਦਿੱਤੇ ਜਾਂਦੇ ਆ ਵੀ ਜਿਹੜੇ ਉਹ ਲੋਕਾਂ ਇਹਨਾਂ ਨੂੰ ਫਸਾਉਂਦੇ ਵੀ ਆ ਤੇ ਇਹਨਾਂ ਦੇ ਪਰਿਵਾਰਾਂ ਤੋਂ ਬਾਅਦ ਉਹ ਪੈਸੇ ਵੀ ਲੈਂਦੇ ਆ, ਪੰਥਕ ਮੰਨ ਲਓ ਪੈਸਾ ਵੀ, ਉਹਨਾਂ ਲੋਕਾਂ ਤੋਂ ਬਚਣ ਦੀ ਅਪੀਲ ਆ ਮੈਂ ਘੱਟੋ ਘੱਟ ਕਹਿੰਦਾ ਨਿੱਜੀ ਤੌਰ ਤੇ। ਹੁਣ ਇਹਨਾਂ ਮੁੰਡਿਆਂ ਦੇ ਪਰਿਵਾਰਾਂ ਦੇ ਬਿਆਨ ਆਏ ਆ, ਸਪੈਸ਼ਲੀ ਲੱਖੇ ਸਿਧਾਣੇ ਦਾ ਤਾਂ ਦੀਪ ਸਿੱਧੂ ਦਾ, ਉਹਨਾਂ ਨੇ ਖੜ ਕੇ ਐਨ ਪੂਰਾ ਸਟੈਂਡ ਲਿਆ ਉਹਨਾਂ ਦੇ ਪਿੰਡ ਵਾਲਿਆਂ ਨੇ। ਤੇ ਹੁਣ ਉਹੀ ਮੈਂ ਤਾਂ ਨਾਂ ਵੀ ਲੈਣਾ, ਬਖਤੌਰ ਢਿੱਲੋਂ ਦਾ, ਉਹਦੇ ਪਿੰਡ ਵਾਲੇ ਉਹਨੂੰ ਲਾਹਨਤਾਂ ਪਾ ਰਹੇ, ਉਹ ਕਹਿੰਦੇ ਪਿੰਡ 'ਚ ਵੜ ਕੇ ਦਿਖਾ ਦਿਓ, ਇੱਕ ਵਾਰੀ ਕਹਿ ਦਿਓ ਇਹਦੇ ਪਿੰਡੋਂ ਇੱਕ ਵੀ ਬੰਦਾ ਇਹਦੇ ਮਗਰ ਖੜਦਾ ਹੋਵੇ ਜਿੱਡਾ ਇਹ ਝੂਠਾ ਬੰਦਾ। ਮੈਂ ਨਹੀਂ ਇਹ ਕਹਿ ਰਿਹਾ, ਮੇਰੇ ਬਿਆਨ ਨਹੀਂ ਹੈਗੇ। ਜੇ ਉਹਦੇ ਵਿੱਚ ਐਡੀ ਗੜਸ ਆ, ਉਹ ਪਿੰਡ ਦੇ ਲਾਹਨਤਾਂ ਇੱਕ ਉਹ ਮੁੰਡਿਆਂ ਦੇ ਨਾਲ ਖੜੇ ਆ, ਉਹਨੂੰ ਲਾਹਨਤਾਂ ਪਾ ਰਹੇ ਆ। ਦੋ ਗੱਲਾਂ ਦੇਖੋ ਜੀ, ਪਿੰਡ ਦੇ ਮੁੰਡਿਆਂ ਨੇ ਬੋਲਿਆ, ਕੁੱਦੇ ਪਿੰਡ ਦੇ ਨੇ। ਬਿਲਕੁਲ, ਹਾਂਜੀ ਬਿਲਕੁਲ ਘੁੱਦਾ ਸਿੰਘ ਦਾ ਤੁਸੀਂ ਪੜ੍ਹਦੇ ਵੀ ਹੁੰਦੇ ਆ, ਬਾਕੀ ਵੀ ਉਹ ਘੁੱਦੇ ਪਿੰਡ ਦੇ ਇਹਦੇ ਇਤਿਹਾਸ ਬਾਰੇ ਜਿਹਨਾਂ ਸਾਨੂੰ ਨਹੀਂ ਪਤਾ, ਇੱਕ ਵੀ ਖਾੜਕੂ ਪਰਿਵਾਰ ਜਿਹੜੇ ਸਿੰਘ ਹੈਗੇ ਇਹਦੇ ਨਾਲ ਕੋਈ ਖੜ ਕੇ ਦਿਖਾ ਦੇਵੇ ਵੀ ਇਹਨੇ ਸਾਡੀ ਮਦਦ ਕੀਤੀ ਹੋਵੇ ਕਦੇ ਵੀ। ਕਿਉਂਕਿ ਸਾਨੂੰ, ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਸਾਨੂੰ ਇਹਨਾਂ ਨੇ ਮਿਸਗਾਈਡ ਬਹੁਤ ਕੀਤਾ, ਇਹਨਾਂ ਨੇ ਫੇਰ ਫਸਾਉਣਾ ਆ। ਤਾਂ ਮੈਂ ਬੇਨਤੀ ਕਰਦਾ ਵੀ ਸਾਨੂੰ ਵੀ ਆਪ। ਦੂਜੀ ਰਹੀ ਗੱਲ, ਜਿਹੜੇ ਜਿੱਦਾਂ ਵੇਰਕਾ ਸਾਹਿਬ ਨੇ ਗੱਲ ਕੀਤੀ ਆ, ਜਦੋਂ ਤੁਸੀਂ ਅਦਾਲਤਾਂ 'ਚ ਜਾਂਦੇ ਹੁੰਦੇ, ਉੱਥੇ ਸਾਡੀਆਂ ਇੱਥੇ ਸੋਸ਼ਲ ਮੀਡੀਆ ਤੇ ਕੀਤੀਆਂ ਗੱਲਾਂ ਜਾਂ ਟਾਕ ਸ਼ੋਆਂ 'ਚ ਅਸੀਂ ਧੜੇਬੰਦੀ ਕੀਤੀ, ਉਹ ਕੋਈ ਮਾਇਨੇ ਨਹੀਂ ਰੱਖਦੀ। ਉੱਥੇ ਜਿਹੜੇ ਪ੍ਰੂਫ ਸਬੂਤ ਹੁੰਦੇ ਉਹਨਾਂ ਤੇ ਹੀ ਕੰਮ ਆਧਾਰਿਤ ਹੋਣਾ। ਉੱਥੇ ਇਹਨਾਂ ਆਗੂਆਂ ਦੇ ਜਿਹੜੀਆਂ ਰਿਕਾਰਡਿੰਗਾਂ ਸਾਰੀਆਂ ਲਲਕਾਰੇ ਮਾਰਨ ਵਾਲੀਆਂ ਪਈਆਂ ਆ। ਜੇ ਤੁਸੀਂ ਉਹਨਾਂ ਅਦਾਲਤਾਂ 'ਚ ਠੀਕ ਆ ਧੱਕੇਸ਼ਾਹੀ ਚੱਲਦੀ ਅਲੱਗ ਗੱਲ ਆ, ਪਰ ਜੇ ਇੱਥੇ ਦੀ ਕਿਸੇ ਅਦਾਲਤ 'ਚ ਵੀ ਤੁਸੀਂ ਉਹਨੂੰ ਲੈ ਜਾਓਗੇ ਤੇ ਇਹ ਆਗੂ ਸ਼ਰੇਆਮ ਗਿਲਟੀ ਆ, ਇਹ ਆਗੂਆਂ ਨੂੰ ਸਭ ਤੋਂ ਵੱਧ ਸਜ਼ਾਵਾਂ ਮੰਨ ਲਓ ਇਹ ਜ਼ਿੰਮੇਵਾਰ ਮੰਨੇ ਜਾਣੇ ਆ। ਠੀਕ ਆ ਵੀ ਇਹ ਚੀਜ਼ ਦਾ ਵੱਧ ਪ੍ਰਚਾਰ ਹੋਣਾ ਚਾਹੀਦਾ। ਤੇ ਮੈਂ ਇਹ ਵੀ ਕਹਿੰਦਾ ਵੀ ਸੋਸ਼ਲ ਮੀਡੀਆ 'ਚ ਆਮ ਜ਼ਿੰਦਗੀ ਉਹੀ ਪ੍ਰਮੋਟ ਕਰੋ, ਕਿਉਂਕਿ ਇਹ ਆਗੂ ਜਾਂ ਇਹਨਾਂ ਦੇ ਮਗਰ ਲੱਗੀਆਂ ਭੀੜਾਂ ਬਾਅਦ 'ਚੋਂ ਭਗੌੜੀਆਂ ਹੋ ਜਾਂਦੀਆਂ ਆ। ਇਹ ਕੋਈ ਜ਼ਿੰਮੇਵਾਰੀ ਨਹੀਂ ਲੈਂਦੀ। ਗੱਲ ਉਨੀ ਕਰਨੀ ਚਾਹੀਦੀ ਜਿਹਦੀ ਤੁਸੀਂ ਜ਼ਿੰਮੇਵਾਰੀ ਲੈ ਸਕਦੇ ਹੋ। ਕਿਉਂਕਿ ਹੁਣ ਫੇਰ ਮੁੰਡਿਆਂ ਨੂੰ ਧੱਕੇ ਨਾਲ ਉਕਸਾ ਕੇ, ਕਿਉਂਕਿ ਉੱਥੇ ਕਿਰਤੀ ਉਹ ਸੰਘਰਸ਼ ਕਮੇਟੀ ਵਾਲੀ ਤਾਂ ਜ਼ਿੰਮੇਵਾਰੀ ਲੈ ਰਹੀ ਆ, ਟਕੈਤ ਨੇ ਵੀ ਕਿਹਾ ਵੀ, ਪਰ ਇਹਨਾਂ ਨੇ ਹਾਲੇ ਤੱਕ ਆਪਣੀਆਂ ਗਲਤੀਆਂ ਨਹੀਂ ਮੰਨੀਆਂ। ਤੇ ਮੇਰੇ ਖਿਆਲ ਨਾਲ ਲੋਕਾਂ ਨੂੰ ਜੇ ਖੜਨਾ ਚਾਹੀਦਾ, ਸੱਚ ਵਾਲੇ ਪਾਸੇ ਖੜਨਾ ਚਾਹੀਦਾ, ਫੇਰ ਹੀ ਤੁਹਾਡੇ ਕਿਸਾਨੀ ਮੋਰਚੇ ਨਾਲ ਖੜਨ ਦੀ ਗੱਲ ਵਧੀਆ ਲੱਗਣੀ ਆ। ਅਦਰਵਾਈਜ਼ ਝੂਠ ਵਾਲਾ ਪਾਸਾ ਤਾਂ ਉਹ ਕੇਜਰੀਵਾਲ ਵਾਲੇ ਇਨਕਲਾਬ ਵਾਂਗੂ 4 ਦਿਨ ਦੀ ਚਾਂਦਰੀ ਬਾਅਦ 'ਚ ਲੋਕ ਲਾਹਨਤਾਂ ਪਾਉਂਦੇ ਹੁੰਦੇ ਆ। ਤੇ ਮੇਰੇ ਖਿਆਲ ਨਾਲ ਆਪਾਂ ਸਾਰਿਆਂ ਨੂੰ ਉਹਦੇ ਵਿੱਚ ਅਸੀਂ ਵੀ ਆਉਂਦੇ ਆ ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਕੌਣ ਕਿੱਧਰ ਖੜਾ ਹੈ। ਵੀਰ ਜੀ, ਮੇਰਾ ਭੁਲਿੰਦਰਪਾਲ ਸਿੰਘ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਵੇਰਕਾ ਸਾਹਿਬ ਨੇ ਜਿਹੜਾ ਅੱਜ ਦੱਸਿਆ ਆਪਾਂ ਨੂੰ ਵੀ ਕਿੱਥੇ ਗਲਤੀ ਹੋਈ, ਕੀ ਮੈਨੂੰ ਲੱਗਦਾ ਕਲੀਅਰ ਹੋ ਚੁੱਕਿਆ। ਮੈਂ ਵੀ ਜੋ ਪਿੱਛੇ ਬੋਲਿਆ, ਮੈਂ ਫੇਸਬੁੱਕ ਤੇ ਵੀ ਆਪਦੇ ਲਿਖਿਆ ਜਾਂ ਕੀਤਾ ਵੀ ਜੋ ਹੋ ਗਿਆ ਹੁਣ ਉਹ 'ਚ ਸਹੀ ਗਲਤ ਆਪਾਂ ਛੱਡ ਦੋ, ਇੱਕ ਨਵਾਂ ਕਰੋ ਆਪਦਾ, ਦੁਬਾਰੇ ਚੜ੍ਹਦੀ ਕਲਾ ਵਾਲਿਆਂ ਨੂੰ। ਕਿਉਂਕਿ ਵੀਕਐਂਡ ਤੇ ਮੈਂ ਤੁਹਾਨੂੰ ਮੈਸੇਜ ਵੀ ਕੀਤਾ ਸੀ ਕਿ ਬਹੁਤ ਟੈਨਸ਼ਨ ਹੋ ਗਈ ਸੀ ਵੀ ਇਹ ਕੀ ਹੋ ਰਿਹਾ, ਕਿਉਂਕਿ ਉਹ ਗਲਤੀ ਮੇਰੀ ਹੀ ਸੀ, ਮੈਂ ਹੀ ਕਲੀਅਰ ਨਹੀਂ ਸੀ ਕਰ ਪਾ ਰਿਹਾ ਆਪਦੇ ਆਪ ਨੂੰ ਕਿ ਲੱਖਾ ਸਹੀ ਆ, ਦੀਪ ਗਲਤ ਆ ਜਾਂ ਦੀਪ ਸਹੀ ਆ ਜਾਂ ਕਿਸਾਨ ਬੰਦੇ ਮਲਗੋਭਾ ਹੋ ਗਿਆ ਸੀ। ਕਿਉਂਕਿ ਮੈਂ ਆਪਦਾ ਫੈਸਲਾ ਨਹੀਂ ਸੀ ਲੈ ਸਕਦਾ ਆਪਦਾ ਖੁਦ ਦੀ। ਮੈਂ ਗੱਲ ਕਰਾਂ ਗਲਤੀ ਜੋ ਹੋ ਗਈ ਅੱਜ ਵੇਰਕਾ ਸਾਹਿਬ ਨੇ ਆ ਗਿਆ ਕਿ ਮੈਂ ਤਾਂ ਕਿਹਾ ਨਹੀਂ ਵੇਰਕਾ ਸਾਹਿਬ ਨੂੰ ਦੱਸੋ ਹਨਾ, ਤੁਸੀਂ ਵੀ ਸਵਾਲ ਪੁੱਛ ਲਿਆ, ਉਹਨਾਂ ਨੇ ਵੀ ਸਾਰੀ ਗੱਲ ਕਲੀਅਰ ਕਰਤੀ ਵੀ ਸਮਾਂ ਆਉਣ ਤੇ ਦੱਸਿਆ ਜਾਊਗਾ। ਪਰ ਹੁਣ ਆਪਾਂ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਦੁਬਾਰੇ ਆਪਾਂ ਛੱਡ ਦੋ, ਇਹ ਬਹੁਤ ਛੋਟੀਆਂ ਗੱਲਾਂ ਨੇ। ਠੀਕ ਆ ਜੀ, ਝੰਡੇ ਦਾ ਵੀ ਕਲੀਅਰ ਹੋ ਗਿਆ ਵੀ ਲਾ ਸਕਦੇ ਆ, ਨਾਲੇ ਬੇਅਦਬੀ ਨਹੀਂ ਹੋਈ ਤੇ ਜਿਹੜੀ ਚਲੋ ਪ੍ਰਮਾਤਮਾ ਨੇ ਹੱਥ ਦੇ ਕੇ ਬਚਾ ਲਿਆ ਵੀ ਜਿਹੜੀ ਚੀਜ਼ ਉਹ ਕਰਨਾ ਚਾਹੁੰਦੇ ਸੀ ਉਹ ਹੋਈ। ਬਿਲਕੁਲ ਹਾਂ, ਹੁਣ ਮੈਂ ਕਹਿੰਦਾ ਵੀ ਦੇਖੋ ਮੈਂ ਆਪਦੀ ਗੱਲ ਇੱਕ ਲਾਸਟ ਮੇਰੀ ਗੱਲ ਹੋਊਗੀ। ਇਸ ਤੋਂ ਬਾਅਦ ਜੇ ਮੈਂ ਕੋਈ ਕਰੂੰਗਾ ਤਾਂ ਚੜ੍ਹਦੀ ਕਲਾ ਤੇ ਪੋਜ਼ਿਟਿਵ ਗੱਲ ਹੀ ਕਰੂੰਗਾ, ਕਦੇ ਨਾ ਫੇਸਬੁੱਕ ਤੇ ਨਾ ਰੇਡੀਓ ਤੇ ਕਰੂੰਗਾ ਨਹੀਂ ਜਦ ਤੱਕ ਸਾਡਾ ਮਸਲੇ ਦਾ ਹੱਲ ਨਹੀਂ ਹੁੰਦਾ। ਮੈਂ ਆਪਦੇ ਡਿਸੀਜਨ ਬਣਾ ਚੁੱਕਿਆ ਕਿ ਮੈਂ ਪੰਜਾਬ ਚੋਂ ਲੱਖਾ ਪੱਕਾ ਸ਼ੋਰ ਆ ਕਿ ਲੱਖੇ ਨੇ ਚੋਣ ਲੜਨੀ ਆ ਤੇ ਲੜੂਗਾ, ਪਰ ਉਹ ਲੜੇ, ਸਾਨੂੰ ਕੋਈ ਦਿੱਕਤ ਨਹੀਂ। ਪਰ ਉਹ ਇਮਾਨਦਾਰੀ ਨਾਲ ਡੈਡੀਕੇਟਡ ਹੋ ਕੇ ਗਿਆ ਵਾ
ਜਿੱਥੇ ਕਿਤੇ ਗਲਤੀ ਆ ਸਾਨੂੰ ਉਹ ਲੀਡਰਾਂ ਨੂੰ ਵੀ ਪਹੁੰਚ ਨਹੀਂ ਕਰਨੀ ਚਾਹੀਦੀ ਹੈ। ਜਿੰਨੇ ਵੀ ਇੱਥੇ ਸੁਣ ਰਹੇ ਆ, ਹਰੇਕ ਦੇ ਰਾਜੇਵਾਲ ਸਾਹਿਬ ਨਾਲ ਵੀ ਲਿੰਕ ਆ, ਕਿਸੇ ਦੇ ਦੀਪ ਸਿੰਘ ਵਾਲੇ ਨਾਲ ਵੀ ਹੋਣਗੇ, ਸਾਰਿਆਂ ਨਾਲ, ਹੈ ਨਾ। ਪਰ ਦੀਪ ਸਿੱਧੂ ਦਾ ਜਿੰਨਾ ਕੁ ਮੈਂ ਨਾਲ ਆਪਦੇ ਤੌਰ ਤੇ ਮੈਂ ਦੇਖਿਆ, ਕਿਉਂਕਿ ਮੈਂ ਮੀਡੀਆ ਫੇਸਬੁੱਕ ਨਾਲ ਬਹੁਤ ਜੁੜਿਆ ਹੋਇਆ ਜੀ ਸ਼ੁਰੂ ਤੋਂ, ਕਦੇ ਵਿਹਲਾ ਟਾਈਮ ਹੋਇਆ ਤਾਂ ਦੱਸਾਂਗੇ ਵੀ ਅਸੀਂ ਕਿੰਨਾ ਕੁ ਇਹਦੇ ਵਿੱਚ ਅੰਦਰ ਬੜੇ ਹੋਏ ਆ। ਦੀਪ ਸਿੱਧੂ ਦਾ ਉਹ ਗੱਲਾਂ ਬਿਲਕੁਲ ਸਹੀ ਨੇ ਜਿਹੜੀਆਂ ਸਾਨੂੰ ਭਾਉਂਦੀਆਂ ਨੇ, ਮੈਂ ਉਹਨੂੰ ਕਹਿੰਦਾ ਗੱਲਾਂ ਬਿਲਕੁਲ ਸਹੀ ਹੈ। ਇੱਕ ਹਿਡਨ ਮੋਹਰਾ ਹੁੰਦਾ ਜਿਹੜਾ ਚਾਹੁੰਦਾ ਵਾ ਕਿ ਇਹ ਸਾਡੀ, ਉਹ ਕਹਿੰਦੇ ਹੁੰਦੇ ਨਾ ਵੀ ਸੱਪ ਵੇ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ, ਹੈ ਨਾ, ਜਿਵੇਂ ਉਹ ਕਹਿੰਦੇ ਹੁੰਦੇ ਆ। ਉਹਦੇ ਤੇ ਮੈਂ ਤਾਂ ਆਪਦਾ ਇਹੀ ਸੋਚਿਆ ਵੀ ਉਹ ਸਾਨੂੰ ਗੱਲਾਂ ਸਹੀ ਨੇ, ਪਰ ਮੈਂ ਆਪਦਾ ਮੈਂ ਉਹਨੂੰ ਹਾਂ ਪੱਖੀ ਹੁੰਗਾਰਾ ਨਹੀਂ ਦੇ ਸਕਦਾ ਦੀਪ ਸਿੱਧੂ ਨੂੰ। ਉਹ ਮੇਰੇ ਕੈਟਾਗਰੀ 'ਚ ਆਪਣੇ ਤੋਂ ਲਿਸਟ 'ਚੋਂ ਬਾਹਰ ਆ। ਆਪਾਂ ਉਹਦੇ ਬਾਰੇ ਨਾ ਹਾਂ ਆਪਾਂ ਉਹਦੇ ਬਾਰੇ ਗੱਲ ਹੀ ਨਹੀਂ ਕਰਨੀ। ਅਸੀਂ ਸਿਰਫ ਤੇ ਸਿਰਫ ਕਿਸਾਨੀ ਸੰਘਰਸ਼ ਤੇ ਗੱਲ ਰੱਖਣੀ ਆ। ਧੰਨਵਾਦ ਜੀ ਪ੍ਰਿੰਦਰਪਾਲ ਸਿੰਘ ਜੀ। ਮੈਕਲਮ ਪੀਜ਼ਾ ਪ੍ਰੋਗਰਾਮ ਦੇ ਸਪਾਂਸਰ ਨੇ। mccullum.pizza.ca ਵੈਬਸਾਈਟ ਹੈ। ਸਕਿਪ ਦਾ ਡਿਸ਼ ਰਾਹੀਂ ਵੀ ਆਰਡਰ ਕਰ ਸਕਦੇ ਹੋ। 604 746 3636 ਤੇ ਵੀ ਆਰਡਰ ਕਰ ਸਕਦੇ ਹੋ। 2388 ਮੈਕਲਮ ਰੋਡ ਐਬਸਫੋਰਡ ਦੇ ਵਿੱਚ $16 ਦੇ 2 ਮੀਡੀਅਮ ਪੀਜ਼ੇ, $30 ਦੇ ਆਰਡਰ ਤੇ ਫ੍ਰੀ ਡਿਲੀਵਰੀ। ਮੈਕਲਮ ਪੀਜ਼ਾ 604 746 3636। ਐਬਸਪੋਰਟ ਦੇ ਵਿੱਚ ਮੈਕਸੀਮਮ ਕਾਰ ਸਟਾਰ ਹੈ। 604 859 9223 ਸਿਰੇ ਦੀ ਬੋਡੀ ਸ਼ਾਪ ਤੇ ਪੇਂਟ ਦੀ ਸ਼ਾਪ ਹੈ। ਬਹੁਤ ਨਵਾਂ ਹੈ ਇਸ ਬੋਡੀ ਸ਼ਾਪ ਦਾ, ਲੋਕਲ ਓਨਡ ਹੈ। ਕਮਿਊਨਿਟੀ ਦੇ ਵਿੱਚ ਰਹਿਣ ਵਾਲਿਆਂ ਦੀ ਇਹ ਬੋਡੀ ਸ਼ਾਪ ਹੈ। 7 ਦਿਨ ਖੁੱਲ੍ਹਦੀ ਹੈ। ਐਕਸਪਰਟ ਪ੍ਰੋਫੈਸ਼ਨਲ ਤੇ ਬਹੁਤ ਵਧੀਆ ਸਟਾਫ ਹੈ। ਤੇ ਮੈਕਸ ਇਹਨਾਂ ਦਾ ਜਿਹੜਾ ਇੱਕ ਸਿਸਟਮ ਹੈ ਜਿਹਦੇ ਨਾਲ ਤੁਸੀਂ ਫੋਨ ਤੇ ਖਿੱਚ ਕੇ ਫੋਟੋਆਂ ਭੇਜ ਸਕਦੇ ਹੋ, ਤੁਹਾਡਾ ਕਲੇਮ ਲੈ ਲੈਣਗੇ। 604 859 9223 2778 ਐਮਰਸਨ ਸਟਰੀਟ ਸੁਪਰ ਸਟੋਰ ਤੇ ਓਕ ਮਾਲ ਦੇ ਸੰਨ ਚ ਐਬਸਫੋਰਡ ਮੈਕਸੀਮਮ ਕਾਰ ਸਟਾਰ। ਲਾਈਨ ਨੰਬਰ 4 ਧਾਲੀਵਾਲ ਸਾਹਿਬ ਰੇਡੀਓ ਬੰਦ ਕਰਿਓ ਜੀ। ਚਲੋ ਜੀ, ਕਰ ਲਿਆ ਜੀ। ਆਪਣੇ ਗਿੱਲ ਸਾਹਿਬ, ਤੁਹਾਨੂੰ ਸਾਡੇ ਨਾਲ ਪਤਾ, ਮੈਂ ਤਾਂ ਉਦਾਂ ਸੁਣੀ ਸੁਣਾਈ ਗੱਲ ਕਲੀਅਰ ਲੱਗਾ ਕਰਨ ਕਿ ਜਿਹੜੇ ਨਹੀਂ ਇਹ ਲਾ 3 ਬਣਾਏ ਆਪਣੇ ਕਿਸਾਨ ਬੈਕ ਮੰਗ ਰਹੇ ਆ, ਕਿ ਇਹ ਲੀਗਲ ਬਣਾ ਸਕਦੇ ਕਿ ਮਨ ਦੀ ਮਤ ਨਹੀਂ ਠੋਕੇ ਹੋਏ ਨਹੀਂ। ਇਹਦੇ ਤੇ ਜੀ ਆਪਾਂ ਸੱਦ ਕੇ ਵਕੀਲਾਂ ਨਾਲ ਵੀ ਗੱਲ ਕੀਤੀ ਸੀ ਬਈ ਇਹ ਸਟੇਟ ਦਾ ਲਾਅ ਜਾਂ ਸੈਂਟਰ ਦਾ ਲਾਅ ਹੈ, ਇਹ ਲਾਅ ਉਹ ਬਣਾ ਸਕਦੇ ਆ। ਪਰ ਇਹ ਇੱਕ ਦਿਨ ਮੈਂ ਮੁੰਡਾ ਵਕੀਲ ਲੈ ਕੇ ਆਂਦਾ ਸੀ ਉੱਥੇ ਦੇ ਕੰਸਟੀਟਿਊਸ਼ਨ ਦੇ ਹਿਸਾਬ ਨਾਲ ਦੂਜੇ ਪ੍ਰੋਗਰਾਮ 'ਚ, ਉਹਨੇ ਦੱਸਿਆ ਕਿ ਸੈਂਟਰ ਕਦੇ ਵੀ ਸਰਕਾਰ ਤੋਂ ਕਿਸੇ ਕੋਈ ਵੀ ਦਿੱਤੀ ਸ਼ਕਤੀ ਵਾਪਸ ਲੈ ਸਕਦੇ ਆ ਗਵਰਨਰ ਦੇ ਰਾਹੀਂ। ਸੋ ਇਸ ਨੂੰ ਚੈਲੰਜ ਜਿਹੜਾ ਕੀਤਾ ਹੋਇਆ, ਉਹ ਚੈਲੰਜ ਇਹ ਕੀਤਾ ਹੋਇਆ ਕਿ ਇਹ ਸਾਡਾ ਸਟੇਟ ਦਾ ਮਸਲਾ ਹੈ। ਪਰ ਦੱਸਿਆ ਸੀ ਅਨਮੋਲ ਸਿੰਘ ਹੁਣਾਂ ਜੀ ਨੇ ਕਿਤਾਬ ਲਿਖੀ ਹੈ ਵੀ ਇੰਡੀਆ ਦਾ ਕੰਸਟੀਟਿਊਸ਼ਨ ਆ ਜਿਹੜਾ ਉਹਨੂੰ ਸਿੰਪਲੀਫਾਈ ਕਰਕੇ ਵੀ ਕਦੇ ਵੀ ਸੈਂਟਰ ਤੁਹਾਡੇ ਤੋਂ ਕਿਸੇ ਧਾਰਾ ਤੇ ਉਹ ਹੱਕ ਵਾਪਸ ਲੈ ਸਕਦੀ ਹੈ। ਮਨਜੀਤ ਸਿੰਘ ਅਟਵਾਲ ਜੀ, ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਤੇ ਬਾਕੀ ਤੁਹਾਡੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਦੇਖੋ ਗਿੱਲ ਸਾਹਿਬ, ਆਪਾਂ ਸਾਰੇ ਇਸ ਚੀਜ਼ ਨੂੰ ਕਾਫੀ ਚਿਰ ਤੋਂ ਮਹਿਸੂਸ ਕਰਦੇ ਸੀ ਵੀ ਜਿਹੜੀ ਇਹ ਲੀਡਰਸ਼ਿਪ ਮੂਹਰੇ ਲੱਗੀ ਹੋਆ, ਉਹਨਾਂ ਦੀ ਜਿਹੜੀ ਸੋਚ ਤੇ ਆਈਡੀਓਲੋਜੀ ਆ, ਉਹਦਾ ਫਰਕ ਤੇ ਕਿਸਾਨੀ ਸੰਘਰਸ਼ ਦਾ ਫਰਕ ਤੇ ਉਹਨਾਂ ਦੇ ਜਿਹੜੇ 84 ਤਾਂ ਉਹ ਤੋਂ ਬਾਅਦ ਦੇ ਜਿਹੜੇ ਰੋਲ ਆ ਉਹਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਆਪਾਂ ਫਿੱਟ ਕਰਕੇ ਦੇਖਦੇ ਸੀ ਤਾਂ ਕਿਸਾਨ ਜਿਹੜਾ ਕਸੂਤੀ ਸਥਿਤੀ 'ਚ ਏਦਾਂ ਫਸ ਗਿਆ ਵੀ ਜੇ ਤਾਂ ਉਹ ਉਹਨਾਂ ਦੇ ਮਗਰ ਲੱਗਦਾ ਤੇ ਤਾਂ ਵੀ ਨਹੀਂ ਪਾਰ ਲੱਗਦਾ, ਤੇ ਜੇ ਨਹੀਂ ਲੱਗਦਾ ਤੇ ਤਾਂ ਹੋਰ ਕੋਈ ਲੀਡਰਸ਼ਿਪ ਮੋਹਰੇ ਹੈ ਨਹੀਂ, ਕਿਉਂਕਿ ਖਿਲਾਅ ਪੈਦਾ ਹੋ ਗਿਆ ਜਿਹੜਾ ਹੋਰ ਕੋਈ ਅਗਵਾਈ ਦੇ ਸਕਦਾ ਹੋਵੇ। ਸੋ ਅਗਵਾਈ ਜਿਹੜੀ ਆ ਉਹਨਾਂ ਹੱਥਾਂ 'ਚ ਚਲ ਗਈ ਜਿੱਥੇ ਉਹਨੇ ਗਲਤ ਪਾਸੇ ਨੂੰ ਜਾਣਾ ਹੀ ਜਾਣਾ ਸੀਗਾ। ਇਹ ਜਿੱਦਾਂ ਆਪਾਂ ਇੱਥੇ ਦੇਖਦੇ ਨਾ ਆਪਣੇ NDP ਦੀ ਕ੍ਰਿਸਟੀ ਕਲਾਰਕ ਦੀ ਲਾਸਟ ਇਲੈਕਸ਼ਨ ਵੇਲੇ ਇਹਨਾਂ ਨੇ ਪਹਿਲਾਂ ਮਿਨਿਸਟਰੀਆਂ ਵੰਡ ਲਈਆਂ, ਇਸੇ ਤਰ੍ਹਾਂ ਆਪ ਵਾਲਿਆਂ ਨੇ ਪੰਜਾਬ ਦੇ ਵਿੱਚ ਪਹਿਲਾਂ ਮਿਨਿਸਟਰੀਆਂ ਵੰਡ ਲਈਆਂ ਵੀ ਜਿੱਤ ਹੋ ਗਈ ਸਾਡੀ ਤਾਂ ਇੱਥੇ ਜਿੱਤੇ ਪਏ ਆ। ਇਹ ਹਿਸਾਬ ਉਹਨਾਂ ਨੇ ਸੋਚਿਆ, ਜਿੱਦਾਂ ਵੇਰਕਾ ਸਾਹਿਬ ਕਹਿ ਗਿਆ ਵੀ ਉਹਨਾਂ ਨੂੰ ਇਹ ਲੱਗਿਆ ਵੀ ਮੋਰਚਾ ਤਾਂ ਅਸੀਂ ਜਿੱਤ ਲਿਆ, ਸਾਡੀ ਤਾਂ ਬਹੁਤ ਵੱਡੀ ਜਿੱਤ ਹੋ ਜਾਣੀ ਇਹਦੇ ਵਿੱਚੋਂ। ਤੇ ਇਸੇ ਕਰਕੇ ਉਹਨਾਂ ਨੇ ਮਤਲਬ ਜਿਹੜੇ ਬਾਕੀ ਦੇ ਬੰਦੇ ਸੀ ਉਹਨਾਂ ਨੂੰ ਆਪਣੇ ਤੋਂ ਲਾ ਕੇ ਪਾਸੇ ਸਿੱਟਣਾ ਸ਼ੁਰੂ ਕਰ ਦਿੱਤਾ ਤੇ ਸਾਰੇ ਦਾ ਸਾਰਾ ਕ੍ਰੈਡਿਟ ਤੇ ਸਾਡੀ ਝੋਲੀ ਪੈ ਜਾਵੇ। ਸੋ ਇਸ ਕਰਕੇ ਇਹ ਚੀਜ਼ਾਂ ਹੋਈਆਂ। ਮੈਨੂੰ ਜਿਹੜਾ ਸਭ ਤੋਂ ਵੱਡਾ ਦੁੱਖ ਇਹ ਲੱਗਾ, ਦੇਖੋ ਜਿੰਨੇ ਉੱਥੇ ਮੁੰਡੇ ਜਵਾਨ ਜਾਂ ਜੋ ਵੀ ਮਤਲਬ ਉੱਥੇ ਮਾਈ ਭਾਈ ਪਹੁੰਚਿਆ ਆ, ਉਹ ਸਾਰਾ ਇਹਨਾਂ ਦੇ ਸੱਦੇ ਤੇ ਪਹੁੰਚਿਆ। ਇਹਨਾਂ ਨੇ ਲਲਕਾਰੇ ਮਾਰੇ, ਸੱਦੇ ਇਹਨਾਂ ਦੇ ਸੱਦੇ ਤੇ ਪਹੁੰਚਿਆ। ਪਰ ਜੋ ਵੀ 26 ਜਨਵਰੀ ਦੇ ਵਿੱਚ ਹੋਇਆ ਉਹ ਬਹੁਤ ਅਣਭੋਲ ਬੰਦੇ ਸੀ ਜਿਹੜੇ ਉੱਥੇ ਜਾ ਕੇ ਫਸੇ ਆ। ਪਰ ਜਿਹੜਾ ਝੰਡਾ ਚੜਾਉਣ ਦੀ ਗੱਲ ਆ ਉਹ ਕੋਈ ਮਾੜੀ ਗੱਲ ਨਹੀਂ, ਸਾਡਾ ਝੰਡਾ ਹਮੇਸ਼ਾ ਝੁਲਦਾ ਰਿਹਾ ਤੇ ਝੁਲਦਾ ਰਹੂਗਾ। ਉਹਦਾ ਨਾ ਦੇਸ਼ ਦਾ ਅਪਮਾਨ ਹੋਇਆ, ਨਾ ਝੰਡੇ ਦਾ ਹੋਇਆ, ਨਾ ਕੋਈ ਹੋਰ ਹੋਇਆ, ਕਿਉਂਕਿ ਉਹਨਾਂ ਦੇ ਕੋਲ ਤਾਂ ਉਹ ਤਿਰੰਗੇ ਝੰਡੇ ਵੀ ਫੜੇ ਹੋ ਸੀ।
ਤੇ ਦੂਸਰੀ ਗੱਲ ਇਹ ਵੀ ਹੈ, ਜਿੰਨੇ ਮਰਜ਼ੀ ਤੁਸੀਂ ਤਿਰੰਗੇ ਝੰਡੇ ਫੜ ਵੀ ਲਵੋ ਤਾਂ ਵੀ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਜਿਹੜਾ ਉਹਨਾਂ ਨੇ ਤੁਹਾਨੂੰ ਖਿਤਾਬ ਦੇਣਾ ਉਹ ਦੇਣਾ ਹੀ ਦੇਣਾ ਆ। ਪਰ ਮੈਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਇੱਕ ਪੱਤਰਕਾਰ ਰਾਜੇਵਾਲ ਉਹਨਾਂ ਨੂੰ ਪੁੱਛਦਾ ਆ, ਜਦੋਂ ਆਪਣੇ ਦੂਸਰੇ ਮੋਰਚੇ ਦੇ ਉੱਤੇ ਅਟੈਕ ਹੋ ਗਿਆ, ਉਹ ਤੋਂ ਬਾਅਦ ਉਹ ਪੁੱਛਦਾ ਵੀ ਤੁਸੀਂ ਉਧਰ ਅਟੈਕ ਹੋ ਗਿਆ, ਤੁਸੀਂ ਉਹਨਾਂ ਦੀ ਸਪੋਰਟ ਕਿਉਂ ਨਹੀਂ ਕਰਦੇ। ਉਹ ਨੀਵੀਂ ਪਾ ਕੇ, ਇੰਨੀ ਖਚਰੀ ਹਾਸੀ ਉਹਦੇ ਮੂੰਹ ਦੇ ਉੱਤੇ ਸੀਗੀ ਵੀ ਉਹ ਨੀਵੀਂ ਪਾ ਕੇ ਪਰੇ ਨੂੰ ਮੂੰਹ ਕਰਕੇ ਕੋਲ ਦੀ ਲੰਘ ਜਾਂਦੇ ਆ ਤੇ ਮੁੜ ਕੇ ਡੱਲੇ ਵਾਲ ਆ ਕੇ ਸਫਾਈਆਂ ਦੇਣ ਲੱਗ ਪੈਂਦਾ ਵੀ ਜੇ ਇਹ ਜੀ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ, ਉਹ ਸਰਕਾਰੀ ਆ ਤੇ ਦਿਸ ਐਂਡ ਦੈਟ। ਬਿਲਕੁਲ ਅਟਵਾਲ ਸਾਹਿਬ, ਮੇਰੇ ਕੋਲ ਸਮਾਂ ਘੱਟ ਹੈ। ਉਸ ਲੋਕਾਂ ਦੀ ਜਿਹੜੀ ਉੱਥੇ ਕੁੱਟਮਾਰ ਹੋਈ ਆ, ਉਹਨਾਂ ਦੀ ਮਦਦ ਨਾ ਕਰਨੀ ਇਹਨਾਂ ਨੇਤਾਵਾਂ ਵੱਲੋਂ, ਉਹ ਬਹੁਤ ਵੱਡਾ ਦਾਗ ਆ। ਇਹ ਪੁਸ਼ਪਿੰਦਰ ਸਿੰਘ ਜੀ, ਲਾਈਨ ਨੰਬਰ 6। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਪਹਿਲਾਂ ਤਾਂ ਬੇਨਤੀ ਆ, ਥੋੜਾ ਜਿਹਾ ਸਾਡੀਆਂ ਕਾਲਾਂ ਖਿੱਚ ਕੇ ਰੱਖਿਆ ਕਰੋ, ਇਹਨਾਂ ਨੂੰ ਕੱਟ ਦਿਆ ਕਰੋ ਜੋ ਅਸੀਂ ਬੜਾ ਲੰਬੇ। ਚਲੋ ਠੀਕ ਹੈ ਜੀ, ਥੋੜੇ ਜਿਹਾ ਸਟ੍ਰਿਕਟ ਹੋਵੋ। ਠੀਕ ਜੀ। ਤੇ ਦੂਜੀ ਗੱਲ ਬਾਈ, ਮੈਂ ਮੇਨ ਇਹ ਕਹਿਣੀ ਹੈ, ਗੱਲ ਤਾਂ ਮੈਂ ਹੋਰ ਕਰਨੀ ਸੀ। ਆਪਾਂ ਸਾਰੇ ਜਾਣਦੇ ਹਾਂ ਕਿ 26 ਤਰੀਕ ਨੂੰ ਕੋਈ ਹਿੰਸਾ ਨਹੀਂ ਹੋਈ, ਸਿਰਫ ਸਰਕਾਰੀ ਜ਼ਬਰ ਹੋਇਆ ਜਾਂ ਸਰਕਾਰ ਦੇ ਗੁੰਡਿਆਂ ਨੇ ਜਿਹੜੀ ਤੋੜ ਭੰਨ ਕੀਤੀ ਆ ਉਹ ਹੋਈ ਆ। ਪਰ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਜਿਹੜੇ ਅਸੀਂ ਬਾਹਰ ਵੀ ਬੈਠੇ ਆ, ਈਵਨ ਜਿਹੜੇ ਮੰਚ ਤੇ ਤੁਸੀਂ ਬੈਠੇ ਹੋ, ਸਾਡੀਆਂ ਸਾਰੀਆਂ ਖਬਰਾਂ ਇੱਥੋਂ ਹੀ ਕਿਉਂ ਸ਼ੁਰੂ ਹੁੰਦੀਆਂ ਨੇ ਵੀ 26 ਤਰੀਕ ਵਾਲੀ ਹਿੰਸਾ, 26 ਤਰੀਕ ਵਾਲੀ ਹਿੰਸਾ, 26 ਤਰੀਕ ਵਾਲੀ ਹਿੰਸਾ। ਇਹ ਗਲਤ ਆ। 26 ਤਰੀਕ ਵਾਲਾ ਜਾਂ ਤਾਂ ਤੁਸੀਂ ਕਿਸਾਨੀ ਮਾਰਚ ਕਹਿ ਲਓ ਜਾਂ 26 ਤਰੀਕ ਦਾ ਦਮਨ ਚੱਕਰ ਕਹਿ ਲਓ। ਹੁਣੇ ਕਰੈਕਟ ਕਰਾਉਣੇ ਆ। ਬਿਲਕੁਲ ਠੀਕ। ਹਾਂਜੀ ਭਾਈ ਜੀ, ਥੈਂਕ ਯੂ। ਕਈ ਵਾਰ ਨਾ ਕੋਈ ਤੁਸੀਂ ਰਾਹ 'ਚ ਚਲਦੇ ਗੱਲ ਦੇਖੋ, ਬਹੁਤ ਗੱਲ ਫੜੀ ਹੈ ਪੁਸ਼ਪਿੰਦਰ ਸਿੰਘ ਹੋਣਾ ਨੇ ਵੀ 26 ਦੀ ਹਿੰਸਾ ਕਾਹਦੀ ਹੋਈ ਆ ਉੱਥੇ, 26 ਦੇ ਟਰੈਕਟਰ ਮਾਰਚ ਦੀ ਤੁਸੀਂ ਗੱਲ ਕਹੋ। ਮੈਂ ਹੁਣੇ ਨਿਊਜ਼ ਡਿਪਾਰਟਮੈਂਟ ਨੂੰ ਕਹਿਣਾ ਜੀ ਇਹਦਾ ਸਰਲੇਖ ਠੀਕ ਕਰਨ। 2 ਮੈਂ ਕਾਲਰ ਲੈ ਸਕਦਾ ਜੀ ਸਿਰਫ, ਤੇ ਸੰਖੇਪ ਰੱਖਿਓ ਪਲੀਜ਼। ਅਮਰਜੀਤ ਸਿੰਘ ਜੀ ਸੰਧੂ ਜੀ, ਲਾਈਨ ਨੰਬਰ 1। ਸਰਦਾਰ ਹਰਜੀਤ ਸਿੰਘ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ, ਇੱਕ ਤੇ ਮੈਂ ਗੱਲ ਇਹ ਕਹਾਂਗਾ ਵੀ ਗੱਲ ਇਹ ਪੰਜਾਬ ਦੀ ਨਹੀਂ ਹੈਗੀ ਕਿ ਗਦਾਰਾਂ ਦੀ ਗੱਲ। ਗਦਾਰ ਸਾਰੀ ਦੁਨੀਆ ਵਿੱਚ ਹੀ ਬੈਠੇ ਨੇ, ਥੋੜੇ, ਸਾਰੇ ਨਹੀਂ, ਥੋੜੇ, ਇਕੱਲੇ ਪੰਜਾਬ ਦੇ ਨਹੀਂ, ਰਾਜਸਥਾਨ 'ਚ ਵੀ ਬੈਠੇ ਨੇ, ਸਾਰੇ ਹਰ ਜਗ੍ਹਾ ਤੇ ਬੈਠੇ ਨੇ। ਜਿੱਥੇ ਵੀ ਲੋਕ ਬੈਠੇ, ਇਹਨਾਂ ਗਦਾਰ ਹੁੰਦੇ ਨੇ। ਇੱਕ ਗੱਲ। ਦੂਜੀ ਗੱਲ, ਦੇਖੋ ਸਵੇਰੇ ਖੰਨਾ ਸਾਹਿਬ ਵੀ ਆਏ ਸੀ, ਬੋਲੇ ਸੀ। ਤੁਸੀਂ ਜਿਹੜਾ ਨੰਦ ਕਿਸ਼ੋਰ ਆ ਗੁੱਜਰ, ਤੁਸੀਂ ਉਹਦਾ ਲੈਟਰ ਵੇਖੋ। ਜੇ ਇਹਨਾਂ ਸਰਕਾਰਾਂ ਨੇ ਉਹਨਾਂ ਨੂੰ ਰਸਤਾ ਛੱਡ ਕੇ ਆਪ ਜੋ ਕੁਝ ਕਰਵਾਇਆ। ਅੱਛਾ, ਜੇ ਮਿਸਰਾ ਦੀ ਗੱਲ ਵੇਖ ਲਓ। ਸੋ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ, ਫਿਰ ਜਿਹੜੇ ਲੋਕ ਫੜੇ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਫੜਿਆ, ਇਹ ਤਾਂ ਸਿਰਫ ਇਸ ਤਰੀਕੇ ਨਾਲ ਫੜਿਆ ਕਿ ਇਹਨਾਂ ਲੋਕਾਂ ਨੂੰ, ਪੰਜਾਬੀਆਂ ਨੂੰ ਹੀ ਅਸੀਂ ਸਬਕ ਸਿਖਾਉਣਾ। ਤੇ ਸੋ ਇਹ ਜਿਹੜੀਆਂ ਚੀਜ਼ਾਂ ਨੇ, ਉਹਦਾ ਲੈਟਰ ਵੇਖੋ ਤੁਸੀਂ ਕਿੰਨਾ ਮਾੜਾ। ਜਿਹੜਾ ਪੰਜਾਬ ਦੇ ਵਿੱਚ ਇਹਨਾਂ ਦਾ ਘਰਾ ਹੁੰਦਾ ਲੀਡਰਾਂ ਦਾ, ਉਹ ਇੱਕ ਸੱਚਾਈ ਆ ਤੇ ਹੋਣਾ ਵੀ ਚਾਹੀਦਾ। ਇਹਨਾਂ ਨੂੰ ਨੱਥ ਤਾਂ ਹੀ ਪਏਗੀ, ਨਹੀਂ ਤੇ ਨੱਥ ਨਹੀਂ ਪਏਗੀ। ਨਹੀਂ ਤਾਂ ਇਹ ਲੋਕ ਆਪਣਿਆਂ ਕੋਲੇ ਜਾ ਕੇ ਉੱਪਰ ਨਹੀਂ ਰੋਣਗੇ। ਜੇ ਰੋਣਗੇ ਨਹੀਂ ਤੇ ਨਹੀਂ, ਇਹ ਏਦਾਂ ਹੀ ਗੁੰਡਾਗਰਦੀ ਕਰਨਗੇ। ਦੂਜੀ ਗੱਲ ਮੈਂ ਬੇਨਤੀ ਕਰਾਂਗਾ, ਪਲੀਜ਼ ਇੰਗਲਿਸ਼ ਵਿੱਚ ਦੁਬਾਰੇ ਬੋਲ ਦਿਓ ਫੋਨ ਆਪਣੇ ਵੇਰਕਾ ਸਾਹਿਬ ਦਾ, ਪਲੀਜ਼। ਥੈਂਕ ਯੂ। ਠੀਕ ਹੈ ਜੀ। 9815963063 63563 ਸਟਾਰ ਰਣਜੀਤ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੱਸੋ ਜੀ, ਪਹਿਲੇ ਦਿਨ ਤੋਂ ਜਦੋਂ ਮੋਰਚਾ ਸ਼ੁਰੂ ਹੋਇਆ ਤੇ ਜਿਹੜੇ ਇਹ ਪਹਿਲੀ ਗੱਲ ਜਾਣੀ ਇੰਨੀਆਂ ਜਥੇਬੰਦੀਆਂ ਤੇ ਮੈਂ ਕਿਹਾ ਜਿਹੜਾ ਇਹਨਾਂ ਰਾਜੇ ਵਾਲੇ ਨੂੰ ਅੱਗੇ ਲਾ ਲਿਆ, ਕਿਉਂਕਿ ਜਿਹਨੇ ਕਦੀ ਕਾਰ ਨਾ ਚਲਾਈ ਹੋਵੇ ਇਹਨੂੰ ਹੈਲੀਕਾਪਟਰ ਫੜਾ ਦੋਗਾ ਤੇ ਉਹਨੇ ਕਰੈਸ਼ ਕਰਨਾ ਹੀ ਕਰਨਾ। ਸੋ ਇਹਨਾਂ ਲੋਕਾਂ ਨੇ ਪਹਿਲਾਂ ਭੜਕਾਇਆ ਲੋਕਾਂ ਨੂੰ, 5 ਲੱਖ ਟਰੈਕਟਰ ਇਕੱਠਾ ਕਰ ਲਿਆ ਉੱਥੇ ਤੇ 2 ਲੱਖ ਕਰ ਲਿਆ। ਉੱਥੇ ਜਾ ਕੇ ਸਰਕਾਰ ਅੱਗੇ ਗੋਡੇ ਟੇਕੀ ਜਾਂਦੇ, ਤੁਸੀਂ ਉੱਥੇ ਸਾਈਨ ਕਰਕੇ 5000 ਦੇ ਆ ਜਾਂਦੇ। ਮਤਲਬ ਇਹਨਾਂ ਨੂੰ ਇਹ ਸੀਗਾ ਬਈ ਕਿਸੇ ਤਰੀਕੇ ਨਾਲ, ਕਿਉਂਕਿ ਪੈਸਾ ਵੀ ਉੱਥੇ ਬਹੁਤ ਇਕੱਠਾ ਹੋ ਗਿਆ, ਲੋਕ ਵੀ ਖੜ ਗਏ। ਇੰਨੀ ਇਹਨਾਂ 'ਚ ਭੱਜ ਭਾਵੇਂ ਨਹੀਂ। ਫਿਰ ਦੂਜੀ ਗੱਲ ਹੈ, ਜਿਹੜੇ ਨੌਜਵਾਨ ਸੀ ਉਹਨਾਂ ਨੂੰ ਧੱਕੇ ਗਏ। ਆਖਰਕਾਰ ਤੇ ਕੁਛ ਨਾ ਕੁਛ ਹੋਣਾ ਸੀਗਾ। ਸੋ ਫਲਿਓਰ ਹੋਈ ਆ ਬਹੁਤ ਬੁਰੀ ਤਰ੍ਹਾਂ। ਹੁਣ ਵੀ ਜਿਹੜੀ ਟਕੈਤ ਦੀ ਵੀ ਗੱਲ ਚੱਲ ਰਹੀ ਹੈ, ਦੇਖੋ ਕਿੰਨੀ ਛੇਤੀ ਸਾਰੀਆਂ ਪੋਲੀਟੀਕਲ ਪਾਰਟੀਆਂ ਕਦਮ ਵਿੱਚ ਆ ਕੇ ਪਹੁੰਚ ਗਈਆਂ। ਸੋ ਇਹ ਕੋਈ ਵਧੀਆ ਰਿਜ਼ਲਟ ਆਉਣ ਵਾਲੇ ਦਿਨਾਂ ਵਿੱਚ ਨਹੀਂ ਆਉਣਾ। ਧੰਨਵਾਦ ਜੀ। ਮੇਰੇ ਕੋਲ ਸਮਾਂ ਥੋੜਾ ਹੈ, ਮਾਫੀ ਚਾਹੁੰਦਾ। ਉਹ ਬੜਾ ਟਾਈਟ ਹੋ ਗਿਆ, ਐਡਵਰਟਾਈਜ਼ਮੈਂਟ ਬਹੁਤ ਵਧ ਗਈ, ਪਰ ਇਹ ਤੁਹਾਡਾ ਪਿਆਰ ਹੈ, ਇਹੀ ਮਾਪਦੰਡ ਹੈ ਸਾਡਾ। ਜਦ ਤੱਕ ਅਸੀਂ ਪੈਸੇ ਨਹੀਂ ਕਮਾਉਂਦੇ, ਜਦ ਤੱਕ ਇੱਕ ਵੱਡੇ ਜਿਹੜੇ ਨੇ ਸਾਡੇ ਸਟੂਡੀਓ ਵੀ ਨਹੀਂ ਚੱਲਦੇ। ਆ ਜਾਣਾ ਸੈੱਟ, ਖਬਰਾਂ ਦੇ 2 ਬਲਾਕ ਵਿੱਚ ਪੈ ਗਏ। ਵੇਖਦੇ ਹਾਂ ਫਿਰ ਥੋੜ੍ਹਾ ਬਹੁਤਾ ਸਮਾਂ ਅੱਗੇ ਪਿੱਛੇ ਕਰਾਂਗੇ। ਇਸ ਜੀ ਅੱਜ ਦਾ ਪ੍ਰੋਗਰਾਮ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਤੁਹਾਡੇ ਤੱਕ ਜਾਣਕਾਰੀ ਦਿੱਤੀ ਜਾਵੇ। ਕਮੀ ਰਹਿ ਗਈ ਜੇ ਕੋਈ ਨਾ, ਫਿਰ ਅਗਲੇ 2 ਘੰਟੇ ਸਹੀ। ਸਰੰਗੀ ਵੀ ਕੋਲ ਹੈ, ਗੱਜ ਵੀ ਕੋਲ ਹੈ। ਕਾਇਮ ਰਿਹਾ ਕਰੋ।